बहोरी। गुर तेग बहादुर परम किरपाला। वाहिगुरु परम किरपाला। श्री गुरु गोबिंद सिंह बिसाला। तरु तरा तर बंदो बार बार जगदीसा। एक ओंकार सतगुरु तेह प्रसाद सत होए। वाहिगुरु जी की फतेह। विघ्न विनाशन सोए। श्री नानक परशोत्तमम परम परावर नाथ। युगल चरण मम वंदना। कर पर तर कर माथ। कहाँ बुद्ध प्रभ तुच्छ हमारी। बरन सकै महिमा जो तिहारी। हम ना सकत कर सिफत तुम्हारी। आप ले हो तुम कथा सुधारी। सतनाम श्री वाहिगुरु साहिब जी। दोहरा हम संपापी न को संत खालसै सम न कोए। सुखमनी मैं जो लिखियो परताए दिखालो सोए। वाहिगुरु जी का खालसा वाहिगुरु जी की फतेह। बाणी गुरु गुरु है बाणी विच बाणी अमृत सारे। गुरबाणी कहे सेवक जन मानै प्रतख गुरु निस्तारे। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਮਿਲ ਬੈਠੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਅਤਿਅੰਤ ਵਡਭਾਗੇ ਹੋ ਜੋ ਸ਼ਾਮਾਂ ਨੂੰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠਾਂ ਤੋਂ ਉਪਰੰਤ ਰਾਗੀ ਸਿੰਘਾਂ ਪਾਸੋਂ ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ। ਹੁਣ ਇਤਿਹਾਸ ਦੀ ਕਥਾ ਚੱਲ ਰਹੀ ਹੈ। ਸ਼੍ਰੀ ਗੁਰੂ ਸ਼ੋਭਾ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਜੋ ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਹੈ। ਮਹਾਵੀਰ ਸ਼ੂਰਵੀਰ ਯੋਧਿਆਂ ਦਾ ਇਤਿਹਾਸ ਜੋ ਸਾਡੇ ਬਜ਼ੁਰਗਾਂ ਦਾ ਭਾਈ ਰਤਨ ਸਿੰਘ ਜੀ ਨੇ ਆਪਣੇ ਨਾਨਾ ਸ਼ਾਮ ਸਿੰਘ ਜੀ ਤੋਂ ਆਪਣੇ ਪਿਤਾ ਰਾਏ ਸਿੰਘ ਹੋਰਾਂ ਤੋਂ ਬਜ਼ੁਰਗਾਂ ਤੋਂ ਜੋ ਇਤਿਹਾਸ ਸੁਣਿਆ ਉਸ ਨੂੰ ਇਸ ਗ੍ਰੰਥ ਦੇ ਅੰਦਰ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵੀ ਕਹਿ ਦਿੰਦੇ ਨੇ। ਇਸ ਦੇ ਅੰਦਰ ਅੰਕਿਤ ਕੀਤਾ ਹੈ। ਜੋ ਵੀ ਇਤਿਹਾਸ ਨੂੰ ਸੁਣਦਾ ਹੈ ਭਾਈ ਤਾਰੂ ਸਿੰਘ ਜੀ ਦੇ ਇਸ ਇਤਿਹਾਸ ਦੇ ਅੰਦਰ ਭਾਈ ਰਤਨ ਸਿੰਘ ਜੀ ਨੇ ਅਖੀਰ ਵਿੱਚ ਲਿਖਿਆ ਹੋਇਆ ਹੈ ਬਈ ਜੋ ਵੀ ਇਸ ਇਤਿਹਾਸ ਨੂੰ ਸੁਣੇਗਾ ਨਾ ਉਸ ਦੇ ਨੇੜੇ ਦੁੱਖ ਨਹੀਂ ਆਉਣਗੇ ਕਦੀ। ਇਹ 7 ਰੋਜ਼ਾ ਕਸਦਾਰਾ ਸਮਾਗਮ ਐਸੀ ਕਰਕੇ ਰੱਖਿਆ ਗਿਆ ਸੀਗਾ ਬਈ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ, ਸਾਨੂੰ ਸਾਡੇ ਬਜ਼ੁਰਗਾਂ ਦਾ ਜੋ ਲਸਾਨੀ ਸ਼ਹੀਦੀਆਂ ਨੇ ਉਹ ਯਾਦ ਆਉਣ। ਅੱਗੋਂ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈਏ ਅਤੇ ਫਿਰ ਪੀੜ੍ਹੀ ਦਰ ਪੀੜ੍ਹੀ ਸੰਪਰਦਾਇ ਇਹ ਗੱਲ ਚੱਲਦੀ ਰਹੇ। ਇਸ ਪ੍ਰਯੋਜਨ ਦੇ ਨਾਲ ਕਥਾ ਕਰੀ ਗਈ ਸੀ। ਕਥਾ ਦਾ ਵਿਸ਼ਾ ਭਾਈ ਤਾਰੂ ਸਿੰਘ ਜੀ ਨੇ, ਉਹਨਾਂ ਦਾ ਗੁਰੂ ਘਰ ਦੇ ਨਾਲ ਸੰਬੰਧ ਹੈ ਵੀ ਭਾਈ ਤਾਰੂ ਸਿੰਘ ਜੀ ਜਿਹੜੇ ਉਹ 10ਵੇਂ ਪਾਤਸ਼ਾਹ ਦੇ ਬਹੁਤ ਮਹਾਨ ਸਿੱਖ ਹੋਏ ਨੇ ਕਿਰਤ ਵਾਲੇ। ਪੂਲੇ ਨਗਰ ਦੇ ਅੰਦਰ ਉਹਨਾਂ ਦਾ ਜਨਮ ਹੋਇਆ ਸੀ ਅੰਮ੍ਰਿਤਸਰ ਸਾਹਿਬ ਦੇ ਕੋਲ। ਉਪਰੰਤ ਉੱਥੋਂ ਉਹ ਕਿਰਤ ਕਰਦੇ ਸੀਗੇ, ਸਿੰਘਾਂ ਨੂੰ ਵੀ ਲੰਗਰ ਦੇ ਕੇ ਆਉਂਦੇ ਸੀ ਜੰਗਲਾਂ ਦੇ ਅੰਦਰ। ਇਹੀ ਦੋਸ਼ ਸੀਗਾ ਬਸ ਉਹਨਾਂ ਦਾ। ਹਰ ਭਗਤ ਨਰੰਜਣੀਏ ਨੇ, ਸਾਹਿਬ ਰਾਏ ਨੇ, ਰਾਮੇ ਰੰਧਾਵੇ ਹੋਰਾਂ ਨੇ ਖਾਨ ਜ਼ਕਰੀਆ ਬਹਾਦਰ ਨੂੰ ਸਾਰੀ ਗੱਲ ਦੱਸੀ 1745 ਈਸਵੀ ਦੇ ਅੰਦਰ। ਤੇ ਭਾਈ ਤਾਰੂ ਸਿੰਘ ਜੀ ਨੂੰ ਕੈਦ ਕਰਵਾ ਲਿੱਤਾ ਗਿਆ ਪੂਲੇ ਪਿੰਡ ਤੋਂ। ਰਾਤ ਪੜਾਣੇ ਪਿੰਡ ਰੱਖਿਆ ਲਾਹੌਰ ਲਿਆਉਣ ਤੋਂ ਪਹਿਲਾਂ। ਜਦੋਂ ਪੜਾਣੇ ਪਿੰਡ ਰੱਖਿਆ ਤੇ ਉੱਥੇ ਦੇ ਲੋਕਾਂ ਨੇ ਉਹਨਾਂ ਦੇ ਭੈਣ ਜੀ ਨੂੰ, ਬੀਬੀ ਤਾਰੂ ਜੀ ਨੂੰ ਤਾਂ ਆਜ਼ਾਦ ਕਰਵਾ ਲਿਆ, ਪਰ ਭਾਈ ਤਾਰੂ ਸਿੰਘ ਜੀ ਨੇ ਮਨਾ ਕਰ ਦਿੱਤਾ ਵੀ ਅਸੀਂ ਸ਼ਹਾਦਤ ਦੇਣ ਚੱਲੇ ਹਾਂ, ਆਜ਼ਾਦੀ ਨਹੀਂ ਲੈਣੀ।
ਤੇ ਉੱਥੇ ਦੇ ਫੇਰ ਜਿੰਨੇ ਫੌਜੀ ਵੀ ਫੌਜੀ ਲੈਣ ਆਏ ਹੋਏ ਸੀਗੇ ਉਹਨਾਂ ਨੇ ਲੈ ਕੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਪਹੁੰਚੇ। ਲਾਹੌਰ ਦੇ ਅੰਦਰ ਭਾਈ ਮਹਿਤਾਬ ਸਿੰਘ ਉਹਨਾਂ ਦੇ ਗੁਰੂ ਭਾਈ ਸੀਗੇ, ਜੋ ਰਤਨ ਸਿੰਘ ਭੰਗੂ ਜਿਨ੍ਹਾਂ ਨੇ ਗ੍ਰੰਥ ਲਿਖਿਆ, ਉਹਨਾਂ ਦੇ ਦਾਦਾ ਜੀ, ਉਹਨਾਂ ਨੇ ਕਿਹਾ ਵੀ ਮੇਰਾ ਗੁਰੂ ਭਾਈ ਤਾਰੂ ਸਿੰਘ ਕੈਦ ਹੋ ਗਿਆ। ਉਹਨਾਂ ਨੇ ਵੀ ਆ ਕੇ ਲਾਹੌਰ ਆਪਣੀ ਆਪ ਗ੍ਰਿਫਤਾਰੀ ਦੇ ਦਿੱਤੀ। ਭਾਈ ਮਹਿਤਾਬ ਸਿੰਘ ਨੂੰ ਚਰਖੜੀ ਦੇ ਉੱਤੇ ਚੜ੍ਹਾ ਦਿੱਤਾ ਗਿਆ। ਭਾਈ ਤਾਰੂ ਸਿੰਘ ਜੀ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ ਤੇ ਉਹਨਾਂ ਨੇ ਜ਼ਰ ਜ਼ਮੀਨ ਤੇ ਜ਼ੋਰ ਦੇ ਲਾਲਚ ਦਿੱਤੇ ਵੀ ਤੁਸੀਂ ਆਪਣੇ ਕੇਸ ਕਤਲ ਕਰਵਾ ਲਓ, ਕੇਸਾਂ ਦੀ ਬੇਦਬੀ ਕਰਾ ਲਓ, ਇਸਲਾਮ ਕਬੂਲ ਕਰ ਲਓ। ਭਾਈ ਤਾਰੂ ਸਿੰਘ ਜੀ ਨੇ ਕਿਹਾ ਨਹੀਂ, ਕੇਸਾਂ ਦੀ ਬੇਦਬੀ ਪਰਵਾਹ ਨਹੀਂ, ਜੋ ਸਜ਼ਾ ਦੇਣੀ ਹੈ ਦੇ ਦਿਓ। ਉਪਰੰਤ ਫਿਰ ਭਾਈ ਤਾਰੂ ਸਿੰਘ ਜੀ ਦਾ ਖੋਪੜ ਉਤਾਰਨ ਦਾ ਹੁਕਮ ਹੋਇਆ ਤੇ ਵਾਲਾਂ ਦੇ ਕੇਸਾਂ ਦੇ ਸਮੇਤ ਹੀ ਖੋਪੜ ਉਤਾਰ ਦਿੱਤਾ ਗਿਆ ਤੇ ਭਾਈ ਤਾਰੂ ਸਿੰਘ ਜੀ ਨੂੰ ਇੱਕ ਹਵੇਲੀ ਦੇ ਕੋਲ ਸਹਾਰਾ ਲਾ ਕੇ ਖੋਪੜ ਭਾਈ ਜੀ ਨੇ ਆਪਣੇ ਸੀਸ ਦੇ ਉੱਤੇ ਰੱਖ ਲਿੱਤਾ ਤੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋ ਗਈ। ਇੱਥੇ ਤੱਕ ਪਰਸੋਂ ਦੇ ਦੀਵਾਨ 'ਚ ਅਸੀਂ ਸਰਵਣ ਕੀਤਾ ਸੀ। ਕੱਲ ਸੋਮਵਾਰ ਦੇ ਦੀਵਾਨ ਦੇ ਅੰਦਰ ਕਥਾ ਆਈ ਸੀਗੀ ਬਈ ਨਵਾਬ ਜ਼ਕਰੀਆ ਖਾਨ ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਪਿਸ਼ਾਬ ਦਾ ਬੰਨ ਪੈ ਗਿਆ। ਪਿਸ਼ਾਬ ਦਾ ਬੰਨ ਪੈਣ ਕਰਕੇ ਬਹੁਤ ਤਕਲੀਫ ਝੇਲਦਾ ਹੈ, ਧਰਤੀ ਦੇ ਉੱਤੇ ਮੂਧਾ ਸਿੱਧਾ ਹੁੰਦਾ ਹੈ, ਆਪਣੇ ਪੀਰਾਂ ਪੈਗੰਬਰਾਂ ਨੂੰ ਪਹਿਲੇ ਬੇਨਤੀ ਕਰਦਾ ਹੈ। ਪਰ ਜਦੋਂ ਪੀਰ ਪੈਗੰਬਰ ਮੂਹਰੇ ਆਉਂਦੇ ਨੇ, ਸ਼ਹੀਦ ਸਿੰਘ ਸੋਟਾ ਲੈ ਕੇ ਖੜੇ ਹੁੰਦੇ ਨੇ, ਉਹ ਪੀਰਾਂ ਪੈਗੰਬਰਾਂ ਨੂੰ ਸਹਾਇਤਾ ਦੇ ਲਈ ਮਨਾ ਕਰ ਦਿੰਦੇ ਨੇ ਤੇ ਭਾਈ ਤਾਰੂ ਸਿੰਘ ਜੀ ਫਿਰ ਉਹਨਾਂ ਦੀ ਸ਼ਹਾਦਤ ਇੰਨੀ ਮਹਾਨ ਸੀ ਕਿ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਦੇਖਦੇ ਹੋਏ ਸ਼ਹੀਦ ਸਿੰਘ ਜ਼ਕਰੀਆ ਖਾਨ ਦੇ ਉੱਤੇ ਸੋਟੇ ਮਾਰਨੇ ਸ਼ੁਰੂ ਕਰ ਦਿੰਦੇ ਨੇ। ਕੋਈ ਵੀ ਵੈਦ, ਹਕੀਮ, ਪੀਰ, ਪੈਗੰਬਰ, ਕਾਜ਼ੀ, ਮੁਸਲਮਾਨ, ਮੌਲਵੀ ਕੋਈ ਵੀ ਕੰਮ ਨਹੀਂ ਆਉਂਦਾ ਤੇ ਤਾਰੂ ਸਿੰਘ ਜੀ ਦੀ ਜੋ ਸ਼ਹਾਦਤ ਹੈ ਉਸ ਦਾ ਬਦਲਾ ਜਿਹੜਾ ਸੀਗਾ ਉਹ ਸ਼ਹੀਦ ਸਿੰਘ ਲੈ ਰਹੇ ਨੇ ਬਹੁਤ ਬੁਰੀ ਤਰ੍ਹਾਂ। ਤੇ ਜਦੋਂ ਸ਼ਹੀਦ ਸਿੰਘ ਬਦਲਾ ਲੈ ਰਹੇ ਨੇ ਭਾਈ ਤਾਰੂ ਸਿੰਘ ਜੀ ਤੋਂ, ਉਹਨਾਂ ਨੇ ਕਿਹਾ ਵੀ ਭਾਈ ਤਾਰੂ ਸਿੰਘ ਨੂੰ ਤੂੰ ਬਹੁਤ ਜ਼ਿਆਦਾ ਜ਼ੁਲਮ ਦਿੱਤੇ ਨੇ। ਜ਼ਕਰੀਆ ਖਾਨ ਨੂੰ ਕੁੱਟਦੇ ਨੇ ਸੋਟਿਆਂ ਦੇ ਨਾਲ। ਫਿਰ ਜ਼ਕਰੀਆ ਖਾਨ ਆਪਣੇ ਇੱਕ ਸਿੱਖ ਫੌਜ ਬਰਦਾਰ ਸੁਬੇਗ ਸਿੰਘ ਨੂੰ ਬੁਲਾਉਂਦਾ ਹੈ। ਜ਼ੰਜੀਰੇ ਦੇ ਰਹਿਣ ਵਾਲੇ ਸੀ ਭਾਈ ਸੁਬੇਗ ਸਿੰਘ ਜੀ। ਭਾਈ ਸੁਬੇਗ ਸਿੰਘ ਨੂੰ ਬੁਲਾਇਆ ਤੇ ਭਾਈ ਸੁਬੇਗ ਸਿੰਘ ਨੇ ਕਿਹਾ ਬਈ ਠੀਕ ਹੈ, ਮੈਂ ਤੇਰੀ ਚਿੱਠੀ ਲੈ ਕੇ, ਤੇਰੀ ਫਰਿਆਦ ਲੈ ਕੇ, ਉਹਨੇ ਕਿਹਾ ਜ਼ਕਰੀਆ ਖਾਨ ਨੇ ਮੇਰੀ ਭੁੱਲ ਬਖਸ਼ਵਾ ਲਓ। ਜ਼ਕਰੀਆ ਖਾਨ ਜੀ ਦੀ ਭੁੱਲ ਬਖਸ਼ਵਾਉਣ ਦੇ ਲਈ ਭਾਈ ਸੁਬੇਗ ਸਿੰਘ ਸਭ ਤੋਂ ਪਹਿਲਾਂ ਭਾਈ ਤਾਰੂ ਸਿੰਘ ਕੋਲ ਜਾਂਦੇ। ਜਦੋਂ ਭਾਈ ਤਾਰੂ ਸਿੰਘ ਕੋਲ ਪਹੁੰਚੇ ਤੇ ਭਾਈ ਤਾਰੂ ਸਿੰਘ ਜੀ ਨੇ ਇੱਕ ਗੱਲ ਕਹੀ ਵੀ ਜੇ ਗੁਰੂ ਖਾਲਸਾ ਤੁਹਾਨੂੰ ਮਾਫ ਕਰ ਦਿੰਦਾ ਹੈ ਤੇ ਮੈਂ ਮਾਫ ਕਰ ਦਾਂਗਾ, ਪਰ ਉਸਨੇ ਕੇਸਾਂ ਦੀ, ਗੁਰੂ ਦੇ ਕੇਸਾਂ ਦੀ ਬੇਦਬੀ ਦੀ ਗੱਲ ਕਹੀ ਸੀ। 21 ਦਿਨ ਮਗਰੋਂ ਜੁੱਤੀ ਦੀ ਨੋਕ ਦੇ ਉੱਤੇ ਲੈ ਕੇ ਜਾਣ ਦਾ ਸਾਡਾ ਬਚਨ ਅਟਲ ਰਹੇਗਾ, ਪਰ ਜੇ ਗੁਰੂ ਖਾਲਸਾ ਉਹਨੂੰ ਮਾਫ ਕਰ ਦਿੰਦਾ ਹੈ ਤਾਂ ਕੋਈ ਗੱਲ ਨਹੀਂ। ਤੇ ਹੁਣ ਅੱਗੇ ਕਥਾ ਆ ਰਹੀ ਹੈ ਕਿਸ ਤਰ੍ਹਾਂ ਅੱਜ ਦੇ ਦੀਵਾਨ ਦੇ ਅੰਦਰ ਭਾਈ ਤਾਰੂ ਸਿੰਘ ਜੀ ਅੱਗੇ ਗੁਰੂ ਖਾਲਸੇ ਕੋਲ ਚਿੱਠੀ ਪਹੁੰਚਦੀ ਹੈ ਤੇ ਗੁਰੂ ਖਾਲਸਾ ਕਿਵੇਂ ਭਾਈ ਤਾਰੂ ਸਿੰਘ ਜੀ ਦੀ ਵੀ ਹਾਲਤ ਨੂੰ ਦੇਖਦੇ ਹੋਏ ਤੇ ਦੂਜੇ ਨੰਬਰ ਦੇ ਉੱਤੇ ਜ਼ਕਰੀਆ ਖਾਨ ਦੇ ਜ਼ੁਲਮ ਨੂੰ ਦੇਖਦੇ ਹੋਏ ਗੁਰੂ ਖਾਲਸਾ ਕੀ ਨਿਰਣਾ ਲਏਗਾ, ਉਹ ਅੱਜ ਦੇ ਦੀਵਾਨ 'ਚ ਕਥਾ ਆਣੀ ਹੈ। ਕੱਲ ਅਖੀਰਲਾ ਦੀਵਾਨ ਹੈ, ਉਸ ਦੇ ਅੰਦਰ ਫਿਰ ਸਮਾਪਤੀ ਹੋ ਜਾਏਗੀ ਇਸ ਪ੍ਰਸੰਗ ਦੀ। ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ, ਸਮਾਪਤੀ ਵਿੱਚ ਵਰਤ ਕੇ ਕਰਵਾ ਲੈਣ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸਰਵਣ ਕਰਨ ਦੇ ਲਈ ਮਨ ਚਿਤ ਬਿਰਤੀਆਂ ਕਾਗਰ ਕਰੀਏ। ਰਸਨਾ ਦੀ ਪਵਿੱਤਰਤਾ ਦੇ ਲਈ, ਹਿਰਦੇ ਦੀ ਸ਼ੁੱਧੀ ਦੇ ਲਈ ਆਖਣਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਮ ਸੰਪਾਤੀ ਨੈ ਕੋ ਸੰਤ ਖਾਲਸਾ ਸਾਹਮਣੇ ਕੋਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਯੋਧਾ ਭਾਈ ਤਾਰੂ ਸਿੰਘ ਕਹਿੰਦਾ ਵੀ ਮੈਂ ਤਾਂ ਇੱਕ ਸਿੱਖ ਹਾਂ। ਹਮਸਰ ਦੀਨ ਦਿਆਲ ਨ ਤੁਮਸਰ, ਆਪ ਤਿਆਰ ਕਿਆ ਕੀਜੈ, ਬਚਨੀ ਤੋਰ ਹੋਰ ਮਨ ਮਾਨੈ, ਜਲ ਕੋ ਪੂਰਨ ਦੀਜੈ। ਹੇ ਮਹਾਰਾਜ, ਮੈਂ ਤਾਂ ਤੁਹਾਡਾ ਸਿੱਖ ਹਾਂ
ਭਾਈ ਸੁਬੇਗ ਸਿੰਘ ਜੀ, ਜੇ ਗੁਰੂ ਖਾਲਸਾ ਜ਼ਕਰੀਆ ਖਾਨ ਨੂੰ ਬਖਸ਼ ਲੈਂਦਾ ਤੇ ਮੈਂ ਗੁਰੂ ਖਾਲਸੇ ਤੋਂ ਉੱਤੇ ਨਹੀਂ। ਸੁਖਮਨੀ ਮੈਂ ਜੋ ਲਿਖਿਓ ਪਰਤਾਏ ਦਿਖਾ ਲੋ ਸੋਏ। ਗੁਰੂ ਸਾਹਿਬ ਮਹਾਰਾਜ ਨੇ ਤਾਂ ਉਹ ਪਰਤਿਆ ਕੇ ਦਿਖਾ ਦਿੱਤਾ ਹੈ ਜੋ ਸੁਖਮਨੀ ਸਾਹਿਬ ਵਿੱਚ ਲਿਖਿਆ ਸੀ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ। ਉਹ ਨਿੰਦਕ ਨੂੰ ਪਰਮੇਸ਼ਵਰ ਨੇ ਜ਼ਕਰੀਆ ਖਾਨ ਨੂੰ ਸਜ਼ਾਵਾਂ ਦੇਣੀ ਸ਼ੁਰੂ ਕਰ ਦਿੱਤੀਆਂ ਨੇ। ਜੋ ਗੁਰਬਾਣੀ ਮੈਂ ਸ਼ਕਤ ਹੋ ਸਿੱਖ ਸੱਚ ਪੰਜਨ ਮਾਹੇ। ਜੋ ਗੁਰਬਾਣੀ ਦੇ ਅੰਦਰ ਸ਼ਕਤੀ ਹੈ ਉਹੀ ਪੰਜ ਪਿਆਰਿਆਂ ਦੇ ਅੰਦਰ ਸ਼ਕਤੀ ਹੈ। ਅੱਜ ਸਿੱਖਾਂ ਦੇ ਅੰਦਰ ਇਸ ਗੱਲ ਦਾ ਥੋੜਾ ਜਿਹਾ ਭਰਮ ਹੈ ਵੀ ਸਾਡੇ ਗੁਰੂ ਕੌਣ ਨੇ, ਔਰ ਜ਼ੋਰ-ਜ਼ੋਰ ਦੇ ਜਕਾਰੇ ਵੀ ਬਹੁਤ ਲਾਉਂਦੇ ਨੇ, ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ। ਖਾਲਸਾ ਜੀ ਬਿਲਕੁਲ ਠੀਕ ਹੈ। ਗੁਰੂ ਗ੍ਰੰਥ ਸਾਹਿਬ ਜੇ ਕੋਈ ਵਿਦਵਾਨ ਤੁਹਾਨੂੰ ਪੁੱਛੇ ਵੀ ਤੁਹਾਡੇ ਤਨ ਦੇ ਗੁਰੂ ਨੇ ਕਿ ਮਨ ਦੇ ਗੁਰੂ ਨੇ, ਤੇ ਤੁਸੀਂ ਕੀ ਉੱਤਰ ਦਿਓਗੇ? ਗੁਰੂ ਗ੍ਰੰਥ ਸਾਹਿਬ ਜੋ ਗੁਰੂ ਨੇ ਉਹ ਸਾਡੇ ਮਨ ਦੇ ਗੁਰੂ ਨੇ, ਸਾਡੇ ਮਨ ਨੂੰ ਉਪਦੇਸ਼ ਹੈ। ਜੋ ਪੰਜ ਪਿਆਰੇ ਨੇ ਉਹ ਸਾਡੇ ਤਨ ਦੇ ਗੁਰੂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਅਸੀਂ ਸਰਗੁਣ ਦੀ ਉਪਾਸਨਾ ਜੋ ਕਰਦੇ ਹਾਂ, ਰੁਮਾਲਾ ਸਾਹਿਬ ਚੜਾ ਲਿਆ, ਧੂਫ ਬੱਤੀ ਕਰ ਲਈ, ਗੁਰਦੁਆਰੇ ਦੇ ਅੰਦਰ ਜੋਤ ਜਗਾ ਦਿੱਤੀ, ਇਹ ਪਾਵਨ ਪਵਿੱਤਰ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ ਵੀ ਗੁਰੂ ਸਾਹਿਬ ਦੇ ਉੱਤੇ ਕੋਈ ਪਤੰਗਾ, ਕੋਈ ਹੋਰ ਜੀਵ ਅੰਦਰ ਸੁਗੰਧੀ ਬਣੀ ਰਹੇ। ਪਰ ਜੋ ਗੁਰੂ ਖਾਲਸਾ ਹੈ, ਪੰਜ ਪਿਆਰੇ ਨੇ, ਜਦੋਂ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਗੜੀ ਛੱਡੀ ਸੀ, ਉਸ ਚਮਕੌਰ ਦੀ ਗੜੀ ਛੱਡਣ ਵੇਲੇ ਦਸਵੇਂ ਪਾਤਸ਼ਾਹ ਨੇ ਆਪਣੀ ਜਿਹੜੀ ਕਲਗੀ ਸੀਗੀ ਉਹ ਸੰਗਤ ਸਿੰਘ ਦੇ ਸਿਰ ਤੇ ਲਾਈ ਸੀ। ਉੱਥੇ ਮਹਾਰਾਜ ਨੇ ਕਿਹਾ ਸੀਗਾ ਵੀ ਮੈਂ ਜਿਹੜੀ ਗੁਰਤਾ ਗੱਦੀ ਹੈ ਉਹ ਖਾਲਸੇ ਨੂੰ ਦੇ ਦੇ। ਗੁਰੂ ਗ੍ਰੰਥ ਸਾਹਿਬ ਨੂੰ ਜੋ ਗੁਰਤਾ ਗੱਦੀ ਦਿੱਤੀ ਦੀਵਾਲੀ ਤੋਂ ਅਗਲੇ ਦੂਜਲੇ ਦਿਨ, ਉਹ ਸ਼੍ਰੀ ਹਜ਼ੂਰ ਸਾਹਿਬ ਦਿੱਤੀ ਸੀ। ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੁਰਬ ਆਉਂਦੇ ਨੇ ਉਹਨਾਂ ਦਾ ਵੀ ਜਿਹੜੀ ਤਰਤੀਬ ਹੈ ਉਹ ਸਮਝ ਲੈਣੀ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ ਆਉਂਦਾ ਹੈ। ਜਦੋਂ ਗੁਰੂ ਅਰਜਨ ਦੇਵ ਜੀ ਨੇ ਬਾਬੇ ਬੁੱਢੇ ਕਿਆਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਵਾਇਆ ਸੀ, ਉਸ ਨੂੰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ। ਦੂਸਰਾ ਪੁਰਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਜਦੋਂ ਦਸਵੇਂ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਵਾਹਿਗੁਰੂ ਜਦੋਂ ਦਸਵੇਂ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਵਿਖੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਉਚਾਰਨ ਕੀਤਾ, ਭਾਈ ਦਇਆ ਸਿੰਘ ਨੂੰ, ਭਾਈ ਧਰਮ ਸਿੰਘ ਨੂੰ ਬਾਬੇ ਧੀਰਮਲ ਕੋਲ ਭੇਜਿਆ ਵੀ ਗੁਰੂ ਗ੍ਰੰਥ ਸਾਹਿਬ ਵਾਪਸ ਕਰ ਦਿਓ ਜੋ ਤੁਸੀਂ ਚੋਰੀ ਕਰਕੇ ਗਏ ਹੋ। ਪਰ ਉਹਨਾਂ ਨੇ ਮਨਾ ਕਰ ਦਿੱਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਦੇਵਾਂਗੇ, ਵੀ ਜੇ ਗੁਰੂ ਪੂਰਾ ਤੇ ਆਪੇ ਉਚਾਰ ਲਵੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ 1705 ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੰਪੂਰਨ ਉਚਾਰਨ ਕੀਤੇ। ਉਸ ਨੂੰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ। ਤੀਸਰਾ ਦਿਵਸ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ। ਉਹ ਜਦੋਂ ਕਲਗੀਧਰ ਪਾਤਸ਼ਾਹ ਹਜ਼ੂਰ ਸਾਹਿਬ ਵਿਖੇ ਸੱਚਖੰਡ ਜਦੋਂ ਜਾਣ ਤੋਂ ਪਹਿਲਾਂ ਦੀਵਾਲੀ ਤੋਂ ਇੱਕ ਦਿਨ ਛੱਡ ਕੇ ਭਈਆ ਦੂਜ ਜਿਸ ਨੂੰ ਕਹਿੰਦੇ ਆ, ਬੜਾ ਪਵਿੱਤਰ ਪੁਰਬ ਆਉਂਦਾ ਹੈ, ਉਹ ਦੂਜਲੇ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ 5 ਪੈਸੇ ਨਾਰੀਅਲ ਲੱਗ ਕੇ ਗੁਰਤਾ ਗੱਦੀ ਦਾ ਤਿਲਕ ਲਾਇਆ। ਅੱਜ ਕਹਿੰਦੇ ਨੇ ਵੀ ਨਾਰੀਅਲ ਰੱਖ ਕੇ ਤਿਲਕ ਕਿਉਂ ਲਾਇਆ? ਖਾਲਸਾ ਜੀ ਇੱਕ ਗੱਲ ਵਿਚਾਰਨ ਵਾਲੀ ਹੈ ਵੀ ਜੋ ਨਾਰੀਅਲ ਹੈ ਉਹ ਪੇੜ ਨੂੰ ਲੱਗਦਾ ਹੈ, ਉਹ ਬਾਹਮਣਾਂ ਦੇ ਘਰ ਨਾਰੀਅਲ ਨਹੀਂ ਲੱਗਦਾ, ਮੁਸਲਮਾਨਾਂ ਦੇ ਨਹੀਂ ਲੱਗਦਾ, ਕਿਸੇ ਦੇ ਨਹੀਂ ਲੱਗਦਾ, ਉਹ ਸਭ ਦਾ ਸਾਂਝਾ ਹੈ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਜਿਵੇਂ ਗੁਰਤਾ ਗੱਦੀ ਦਿੱਤੀ, ਗੁਰੂ ਅੰਗਦ ਦੇਵ ਜੀ ਨੇ ਜਿਵੇਂ ਗੁਰੂ ਅਮਰਦਾਸ ਮਹਾਰਾਜ ਨੂੰ ਦਿੱਤੀ, ਉਵੇਂ ਕਲਗੀਧਰ ਪਾਤਸ਼ਾਹ ਨੇ ਵੀ ਦਿੱਤੀ। ਗੁਰਤਾ ਗੱਦੀ ਦਾ ਦੇਣ ਦਾ ਤਰੀਕਾ ਹੁੰਦਾ ਸੀ ਵੀ ਬਾਬੇ ਬੁੱਢੇ ਕੀ ਜੋ ਜੋਤ ਹੈ ਉਹ ਆ ਕੇ ਅਗਲੇ ਗੁਰੂ ਸਾਹਿਬ ਨੂੰ ਤਿਲਕ ਲਗਾਉਂਦੇ ਸੀ। ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਜਦੋਂ ਤਿਲਕ ਲੱਗਿਆ ਤੇ ਬਾਬੇ ਬੁੱਢੇ ਕਿਆਂ ਦੀ 7ਵੀਂ ਪੀੜ੍ਹੀ ਸੀਗੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਜਦੋਂ ਗੁਰਤਾ ਗੱਦੀ ਦਾ ਤਿਲਕ ਲੱਗਿਆ, ਬਾਬੇ ਬੁੱਢੇ ਕੀ ਅੰਸ਼-ਬੰਸ਼ ਉੱਥੇ ਸੀਗੇ, ਬਾਬੇ ਰਾਮ ਕੋਇਰ ਜੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮੱਥਾ ਟੇਕਿਆ, ਨਾਰੀਅਲ ਰੱਖ ਕੇ 5 ਪੈਸੇ ਰੱਖ ਕੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ। ਸੋ ਇਹ 3 ਪੁਰਬ ਨੇ, ਇਹਨਾਂ ਦੇ ਅੰਦਰ ਆਪਸ ਦੇ ਅੰਦਰ ਕੋਈ ਉਹ ਨਾ ਹੋਵੇ ਭੇਦ, ਇਸ ਕਰਕੇ ਖੋਲ ਕੇ ਦੱਸ ਦਿੱਤਾ। ਸੋ ਮਹਾਰਾਜ ਬਚਨ ਇੱਥੇ ਆ ਰਿਹਾ ਹੈ, ਹਾਂਜੀ, ਜੋ ਗੁਰਬਾਣੀ ਮੈਂ ਸ਼ਕਤ ਤੋਂ ਸਿੱਖ ਸੱਚ ਪੰਜਨ ਮਾਹੇ। ਜਿਹੜੀ ਗੁਰਬਾਣੀ ਦੇ ਅੰਦਰ ਸ਼ਕਤੀ ਹੈ ਉਹੀ 5 ਪਿਆਰਿਆਂ ਦੇ ਅੰਦਰ ਸ਼ਕਤੀ ਹੈ। 5 ਪਿਆਰਿਆਂ ਨੂੰ ਜੋ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਸੀ ਉਹ ਚਮਕੌਰ ਦੀ ਗੜੀ 'ਚ ਦਿੱਤੀ ਸੀ।
ਉਹ ਸਰਗੁਣ ਸਰੂਪ ਦੀ ਗੁਰਤਾ ਗੱਦੀ ਹੈ, ਇਹ ਨਿਰਗੁਣ ਸਰੂਪ ਦੀ ਗੁਰਤਾ ਗੱਦੀ ਹੈ। ਇਹ ਸ਼ਾਮ ਨੂੰ ਜੋ ਕਥਾ ਚੱਲ ਰਹੀ ਹੈ ਸਰਗੁਣ ਦੀ ਚੱਲ ਰਹੀ ਹੈ, ਜੋ ਅੰਮ੍ਰਿਤ ਵੇਲੇ ਕਥਾ ਹੁੰਦੀ ਹੈ ਉਹ ਨਿਰਗੁਣ ਸਰੂਪ ਦੀ ਹੁੰਦੀ ਹੈ। ਇਸ ਗੱਲ ਦਾ ਵੀ ਭੇਦ ਚੰਗੀ ਤਰ੍ਹਾਂ ਸਮਝ ਲੈਣਾ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ ਇੱਕ ਸਾਖੀ ਹੈ ਬਈ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇੱਕ ਸਿੱਖ ਹੋਇਆ ਸੀ ਲਾਲ ਸਿੰਘ। ਉਹ ਲਾਲ ਸਿੰਘ ਨੇ ਗੈਂਡੇ ਦੀ ਢਾਲ ਦੀ ਗੈਂਡੇ ਦੀ ਚਮੜੀ ਦੀ ਢਾਲ ਬਣਾਈ ਬਹੁਤ ਸੋਹਣੀ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਆਇਆ। ਕਿਹਾ ਮਹਾਰਾਜ ਮੇਰੀ ਜਿਹੜੀ ਢਾਲ ਬਣਾਈ ਹੋਈ ਹੈ ਨਾ, ਤੁਹਾਡੀ ਬੰਦੂਕ ਵੀ ਇਹਨੂੰ ਪਾਰ ਨਹੀਂ ਕਰ ਸਕਦੀ। ਕਲਗੀਧਰ ਪਾਤਸ਼ਾਹ ਮੁਸਕਰਾ ਪਏ ਵੀ ਸਿੱਖ ਨੂੰ ਆਪਣੇ ਕੀਤੇ ਦੇ ਉੱਤੇ ਮਾਣ, ਜਦ ਕਿ ਗੁਰਬਾਣੀ ਦਾ ਬਚਨ ਹੈ ਮਾਣ ਨਾ ਕੀਜੈ ਸ਼ਰਨ ਪਰੀਜੈ ਸਾਂਝ ਕੀਜੈ ਗੁਨਾਹ ਕੇਰੀ। ਸਿੱਖ ਨੂੰ ਮਾਣ ਹੋ ਗਿਆ ਲਾਲ ਸਿੰਘ ਨੂੰ। ਮਹਾਰਾਜ ਕਹਿੰਦੇ ਵੀ ਅੱਜ ਤਾਂ ਦੀਵਾਨ ਦੀ ਸਮਾਪਤੀ ਹੈ, ਵੀ ਕੱਲ ਦੇ ਦੀਵਾਨ ਦੇ ਅੰਦਰ ਤੁਹਾਡੀ ਪਰਖ ਕਰਾਂਗੇ ਢਾਲ ਦੀ। ਕਲਗੀਧਰ ਪਾਤਸ਼ਾਹ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਰਕੇ ਸਿੰਘ ਘਰ ਆ ਗਿਆ। ਉਸਦੀ ਬੀਬੀ ਬਹੁਤ ਗੁਰਮੁਖ ਸੀ, ਮਾਤਾਵਾਂ ਭੈਣਾਂ ਦਾ ਸਿਦਕ ਬਹੁਤ ਪੱਕਾ ਹੁੰਦਾ। ਉਹਦੀ ਘਰਵਾਲੀ ਨੇ ਕਿਹਾ ਬਈ ਅੱਜ ਬੜੇ ਖੁਸ਼ ਲੱਗ ਰਹੇ ਹੋ। ਕਿਹਾ ਕੱਲ ਮੇਰੀ ਢਾਲ ਦੀ ਪ੍ਰੀਖਿਆ ਹੈ। ਕਹਿੰਦੀ ਬਹੁਤ ਅੱਛੀ ਗੱਲ ਹੈ। ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦਾਤ ਦੇ ਕੇ ਆਇਆ, ਵੀ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਚੈਲੰਜ ਕਰਕੇ ਆਇਆ ਵੀ ਦਸਵੇਂ ਪਾਤਸ਼ਾਹ ਮਹਾਰਾਜ ਮੇਰੀ ਢਾਲ ਦੇ ਉੱਤੇ ਬੰਦੂਕ ਦੇ ਉੱਤੇ ਚਲਾਣਗੇ ਗੋਲੀ ਤੇ ਉਹ ਗੋਲੀ ਪਾਰ ਨਹੀਂ ਹੋਵੇਗੀ। ਉਸ ਇਸਤਰੀ ਨੇ ਉਸੇ ਟਾਈਮ ਆਪਣੇ ਘਰਲੇ ਦਾ ਹੱਥ ਫੜਿਆ ਤੇ ਜਿੱਥੇ ਘਰ ਦੇ ਅੰਦਰ ਪੋਥੀਆਂ ਪ੍ਰਕਾਸ਼ ਸੀ ਜਾ ਕੇ ਡੰਡੌਤ ਬੰਦਨ ਕਰ ਦਿੱਤੀ। ਕਿਹਾ ਹੈ ਪਰਮੇਸ਼ਵਰ ਗੁਰੂ ਕੀ ਬਾਣੀ ਮੇਰੇ ਪਤੀ ਤੋਂ ਗਲਤੀ ਹੋ ਗਈ ਹੈ, ਖਿਮਾ ਕਰ ਦੇ। ਉਹਦੇ ਘਰਲੇ ਨੇ ਪੁੱਛਿਆ ਵੀ ਕੀ ਗਲਤੀ ਹੋ ਗਈ? ਉਹਨੇ ਕਿਹਾ ਵੀ ਤੁਸੀਂ ਪਤਾ ਕਿਹਨਾਂ ਨੂੰ ਕਿਹਾ ਹੈ ਬਈ ਜਿਹੜੇ ਮੇਰ ਪਰਵਤ ਨੂੰ ਰਾਈ ਬਣਾ ਦਿੰਦੇ ਨੇ ਨਾ, ਤੁਸੀਂ ਉਹਨਾਂ ਨੂੰ ਕੱਲ ਕਿਹਾ ਹੈ ਉਹ ਇੱਕ ਛੋਟੀ ਜੀ ਢਾਲ ਦੀ ਪਰਖਣਾ, ਉਹ ਤੇ ਬਹੁਤ ਆਰਾਮ ਨਾਲ ਚੀਰੀ ਜਾਏਗੀ ਕਾਗਜ਼ ਦੀ ਤਰ੍ਹਾਂ। ਤੂੰ ਆਪਣੇ ਗੈਂਡਿਆਂ ਦੇ ਉੱਤੇ ਢਾਲਾਂ ਦੇ ਉੱਤੇ ਆਪਣੀ ਮਿਹਨਤ ਦੇ ਉੱਤੇ ਸ਼ਿਗਲੀਗਰ ਸਿੰਘ ਸੀਗਾ, ਮਾਣ ਨਾ ਕਰ। ਤੇ ਉਸਨੇ ਕਿਹਾ ਵੀ ਤਰੀਕਾ ਕੀ ਹੈ? ਹੁਣ ਭਾਈ ਸਾਹਿਬ ਨੇ ਜੋ ਬਚਨ ਪੜਿਆ ਪੋਥੀ ਦਾ, ਉਸ ਤੋਂ ਸਾਖੀ ਨਿਕਲਦੀ ਹੈ। ਦੇਖੋ ਉਸਦੀ ਘਰਵਾਲੀ ਨੇ ਕਿਹਾ ਵੀ ਤਰੀਕਾ ਹੈ ਵੀ 5 ਪਿਆਰੇ ਨੂੰ ਅਰਦਾਸ ਕਰ ਦੇਣ ਨਾ ਤਾਂ ਤੂੰ ਕੱਲ ਪਾਸ ਵੀ ਹੋ ਸਕਦਾ ਹੈ। ਉਸਨੇ ਕਿਹਾ ਵੀ ਠੀਕ ਹੈ। ਉਹਦੀ ਘਰਵਾਲੀ ਨੇ ਕਿਹਾ ਵੀ 5 ਪਿਆਰਿਆਂ ਨੂੰ ਸੱਦ ਕੇ ਲਿਆ ਜਿਹੜੇ ਰਹਿਤ ਬੈਤ ਵਾਲੇ ਹੁੰਦੇ, ਪ੍ਰਸ਼ਾਦੇ ਤੇ ਰਾਤ ਨੂੰ ਬੁਲਾਇਆ। ਲਾਲ ਸਿੰਘ ਨੇ ਆਪ ਦੀ ਘਰਵਾਲੀ ਨੇ ਸਵੱਛ ਵਸਤਰ ਪਾ ਕੇ ਨਹਾ ਧੋ ਕੇ ਪ੍ਰਸ਼ਾਦਾ ਬਣਾਇਆ ਤੇ ਲਾਲ ਸਿੰਘ ਨੇ ਆਪ 5 ਪਿਆਰਿਆਂ ਨੂੰ ਪ੍ਰਸ਼ਾਦਾ ਖਵਾਇਆ। ਤੇ 5 ਸਿੰਘਾਂ ਨੇ ਪੁੱਛਿਆ ਭਾਈ ਲਾਲ ਸਿੰਘ ਜੀ ਕੀ ਅਰਦਾਸ ਕਰਨੀ? ਕਿਹਾ ਵੀ ਕੱਲ ਗੁਰੂ ਦੇ ਸਨਮੁਖ ਮੈਂ ਕੁਝ ਹੋਮਿਆਂ ਦੇ ਬਚਨ ਕਰ ਆਇਆ, ਗੁਰੂ ਮੇਰੀ ਲਾਜ ਰੱਖ ਲਓ। ਉਹਨਾਂ ਨੇ ਕਿਹਾ ਵੀ 7 ਬਚਨ। 5 ਪਿਆਰਿਆਂ ਨੇ ਅਰਦਾਸ ਕਰ ਦਿੱਤੀ ਵੀ ਸੱਚੇ ਪਾਤਸ਼ਾਹ, ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਨਾਮ ਲਿਆ। ਕਿਹਾ ਮਹਾਰਾਜ ਸਿੱਖ ਦੀ ਪੈਜ ਰੱਖੇ। ਅਗਲੇ ਦਿਨ ਦੀਵਾਨ ਸਜਿਆ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਉਹ ਢਾਲ ਲੈ ਕੇ ਖੜਾ ਹੋ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉੱਦਾਂ ਹੀ ਗੋਲਾ ਪਾਇਆ ਤੇ ਗੱਜ ਕੱਟਿਆ ਤੇ ਉਸ ਨੂੰ ਠੋਕਿਆ ਚੰਗੀ ਤਰ੍ਹਾਂ ਤੇ ਮਹਾਰਾਜ ਨੇ ਨਿਸ਼ਾਨਾ ਢਾਲ ਦਾ ਬੰਨ ਲਿਆ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਢਾਲ ਦਾ ਨਿਸ਼ਾਨਾ ਬੰਨਿਆ, ਬੰਦੂਕ ਥੱਲੇ ਕਰ ਗਿਆ। ਫੇਰ ਨਿਸ਼ਾਨਾ ਬੰਨਿਆ, ਫੇਰ ਬੰਦੂਕ ਥੱਲੇ ਕਰ ਲਈ ਤੇ ਭਾਈ ਦਇਆ ਸਿੰਘ ਨੂੰ ਮਹਾਰਾਜ ਨੇ ਉਹ ਬੰਦੂਕ ਵਾਪਸ ਕਰ ਦਿੱਤੀ। ਕਿਹਾ ਸਿੰਘ ਦੀ ਜਿਹੜੀ ਢਾਲ ਹੈ ਉਹਦੇ ਅੰਦਰ ਵਾਕਈ ਬਲ ਬਹੁਤ ਹੈ, ਅਸੀਂ ਨਹੀਂ ਪ੍ਰੀਖਿਆ ਲੈ ਸਕਦੇ। ਕਿਹਾ ਮਹਾਰਾਜ ਵੀ ਤੁਸੀਂ ਨਿਸ਼ਾਨਾ ਤਾਂ ਲਾਓ। ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬੋਲੇ। ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਨਿਸ਼ਾਨਾ ਲਾਉਣ ਦੇ ਲਈ ਬੰਦੂਕ ਅੱਗੇ ਕਰਦੇ ਆ ਨਾ, 9 ਪਾਤਸ਼ਾਹੀਆਂ ਢਾਲ 'ਚ ਦਿਸਦੀਆਂ ਨੇ ਤੇ ਉਹ 9 ਪਾਤਸ਼ਾਹੀਆਂ ਦੇ ਦਰਸ਼ਨਾਂ ਦੇ ਉੱਤੇ ਅਸੀਂ ਕਿਸ ਤਰ੍ਹਾਂ ਗੋਲੀ ਚਲਾ ਦਈਏ। ਸੋ ਭਾਈ ਤਾਰੂ ਸਿੰਘ ਵੀ ਉਹੀ ਬਚਨ ਕਹਿ ਰਹੇ ਨੇ। ਕਹਿੰਦੇ ਵੀ ਜੋ ਗੁਰੂ ਦਾ ਖਾਲਸਾ ਹੈ, ਗੁਰੂ ਦਾ ਇਹ ਸਿੰਘ ਨੇ, 5 ਪਿਆਰੇ ਨੇ, ਜੇ ਉਹ ਤਾਂ ਜ਼ਕਰੀਆ ਖਾਨ ਨੂੰ ਬਖਸ਼ ਸਕਦੇ ਨੇ, ਉਹਨਾਂ ਕੋਲ ਸਮਰੱਥਾ ਹੈ, ਉਹ ਗੁਰੂ ਦੇ ਬਰਾਬਰ ਨੇ। ਤੂੰ ਜਾਏ ਨਵਾਬ ਪੈ ਜੋ ਹੈ ਸਿੰਘਨ ਮਾਹੇ। ਤੇ ਤੁਸੀਂ ਜਾਓ ਫਿਰ ਸਿੰਘਾਂ ਦੇ ਕੋਲ ਜਾਓ, ਜੇ ਨਵਾਬ ਨੂੰ ਬਖਸ਼ਦੇ ਨੇ ਤਾਂ ਬਖਸ਼ ਲੈਣ। ਜੋ ਜਿੰਦ ਬਖਸ਼ੇ ਨਾਹੇ ਸਿੰਘ ਤੋਂ ਇਤਨੀ ਤੋ ਕਰ ਲਿਆਏ। ਜੇ ਨਹੀਂ ਬਖਸ਼ਦੇ ਤਾਂ ਜਾ ਕੇ ਜੋ ਵੀ ਸਿੰਘਾਂ ਦਾ ਗੁਰਮਤਾ ਹੈ ਉਹ ਆ ਕੇ ਜ਼ਕਰੀਆ ਖਾਨ ਨੂੰ ਸੁਣਾਓ। ਇੱਕ ਬਰਦ ਕੋ ਛੁਡਾਏ ਕਰ ਫਿਰ
ਫਿਰ ਤਾਰੂ ਸਿੰਘ ਲੈ ਜਾਏ। ਉਧਰੋਂ ਫੇਰ ਭਾਈ ਤਾਰੂ ਸਿੰਘ ਤੋਂ ਬੇਨਤੀ ਲੈ ਕੇ ਵੇਗ ਸਿੰਘ ਜੰਬਰ ਤੁਰਿਓ ਜਾ ਪਹੁੰਚਿਓ ਖਾਲਸੇ ਪਾਸ। ਜੰਬਰ ਦੇ ਰਹਿਣ ਵਾਲੇ ਭਾਈ ਸੁਬੇਗ ਸਿੰਘ ਜੀ ਹੁਣ ਕਚਹਿਰੀ ਦੇ ਅੰਦਰ ਆ ਗਏ। ਫਤਿਹ ਬੁਲਾਈ ਸਤਿਗੁਰੂ ਕਰ ਪੁਰਨਸ ਬਹੁਤ ਬੁਲਾਸ। ਜਲਦੀ ਦੇ ਨਾਲ ਪਹੁੰਚੇ ਤੇ ਆ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਈ ਸਮੂਹ ਖਾਲਸੇ ਦੀਵਾਨ ਲਗਾਇਆ। ਸਮੂਹ ਖਾਲਸੇ ਦਾ ਤਿਆਰ ਪਰ ਤਿਆਰ ਦੀਵਾਨ ਸਜ ਗਿਆ। ਆਦਰ ਸੋ ਸੁਬੇਗ ਸਿੰਘ ਬੁਲਾਇਆ। ਸੁਬੇਗ ਸਿੰਘ ਜੀ ਨੂੰ ਜਦੋਂ ਦੇਖਿਆ, ਕਿਉਂਕਿ ਫੌਜ ਬਰਦਾਰ ਦੇ ਵੱਡੇ ਫੌਜੀ ਸੀਗੇ, ਸੁਬੇਗ ਸਿੰਘ ਜੀ ਨੂੰ ਖਾਲਸੇ ਨੇ ਆਪਣੀ ਕਚਹਿਰੀ 'ਚ ਬਿਠਾਇਆ। ਵੇਗ ਸਿੰਘ ਕੀ ਕੁਸ਼ਲ ਪੁੱਛ ਲਈ। ਸੁਬੇਗ ਸਿੰਘ ਜੀ ਦੀ ਕੁਸ਼ਲ ਪੁੱਛੀ, ਤੁਸੀਂ ਠੀਕ ਹੋ? ਕਪੂਰ ਸਿੰਘ ਜੀ ਨਵਾਬ ਆਏ ਪਈ। ਨਵਾਬ ਕਪੂਰ ਸਿੰਘ ਸੀਗੇ ਉਸ ਟਾਈਮ ਜਥੇਦਾਰ। ਫਿਰ ਪੁੱਛੀ ਤਾਰੂ ਸਿੰਘ ਬਾਤ। ਕਹਿੰਦੇ ਸਾਰੇ ਖਾਲਸੇ ਦੇ ਅੱਖਾਂ ਦੇ ਅੰਦਰ ਬੜਾ ਰੋਸ਼ ਸੀਗਾ। ਤਾਰੂ ਸਿੰਘ ਜੀ ਦੀ ਵਾਰਤਾ ਤਾਜੀ ਸੀਗੀ ਤੇ ਭਾਈ ਸੁਬੇਗ ਸਿੰਘ ਨੂੰ ਨਵਾਬ ਕਪੂਰ ਸਿੰਘ ਸਾਰੀ ਸੰਗਤ ਬੈਠੀ ਸੀ ਤੇ ਪੁੱਛਿਆ, ਹੁਣ ਤਾਰੂ ਸਿੰਘ ਜੀ ਦਾ ਕੀ ਹਾਲ ਹੈ? ਮਾਰ ਸਾਥ ਖਾਨ ਨੂੰ ਸਿਰ ਲਾਤ। ਕਹਿੰਦੇ ਬਈ ਖਾਨੂ ਨੇ ਭਾਈ ਤਾਰੂ ਸਿੰਘ ਜੀ ਦਾ ਖੋਪਰਾ ਉਤਾਰਿਆ ਹੈ, ਖਾਨ ਬਹਾਦਰ ਜ਼ਕਰੀਆ ਖਾਨ ਨੇ, ਤੇ ਭਾਈ ਤਾਰੂ ਸਿੰਘ ਜੀ ਦੇ ਸਰੀਰ 'ਚੋਂ ਖੂਨ ਰਿਸ ਰਿਹਾ ਹੈ ਤੇ ਖਾਨ ਬਹਾਦਰ ਨੂੰ ਤਾਂ ਬਹੁਤ ਕੈੜੀਆਂ ਸਜ਼ਾਵਾਂ ਨਰਕਾਂ ਦੀਆਂ ਵੀ ਮਿਲਣਗੀਆਂ, ਇੱਥੇ ਵੀ ਮਿਲਣਗੀਆਂ, ਪਰ ਭਾਈ ਸਾਹਿਬ ਦੇ ਹਾਲ ਸਾਨੂੰ ਖੁੱਲ ਕੇ ਦੱਸੋ। ਧੰਨ ਧੰਨ ਤਾਰੂ ਸਿੰਘ ਉਚਾਰਿਓ। ਧੰਨ ਨੇ ਭਾਈ ਤਾਰੂ ਸਿੰਘ ਜੀ। ਖਾਲਸਾ ਜੀ ਆਪਣੀ ਰਸਨਾ ਤੋਂ ਇੱਕ ਵਾਰੀ ਜ਼ਰੂਰ ਸ਼ਹੀਦਾਂ ਦਾ ਨਾਮ ਲਓ, ਆਖਣਾ ਕਰੋ ਧੰਨ ਭਾਈ ਤਾਰੂ ਸਿੰਘ ਜੀ। ਸ਼ਹੀਦਾਂ ਦੇ ਨਾਮ ਦੇ ਅੰਦਰ ਬਹੁਤ ਖਾਲਸਾ ਜੀ ਬਰਕਤ ਹੁੰਦੀ। ਸੋ ਭਾਈ ਤਾਰੂ ਸਿੰਘ ਜੀ ਸ਼ਹੀਦ, ਉਹਨਾਂ ਨੂੰ ਕਹਿ ਕੇ ਸਾਰੇ ਖਾਲਸੇ ਨੇ ਧੰਨ ਕਿਹਾ। ਨਵਾਬ ਕਪੂਰ ਸਿੰਘ ਜੀ ਜਥੇਦਾਰ ਨੇ, ਪੂਰੇ ਗੁਰੂ ਪੰਥ ਖਾਲਸੇ ਦੇ ਸਾਰੇ ਪੰਥ ਦੀ ਰਹਿਨੁਮਾਈ ਕਰ ਰਹੇ ਨੇ, ਉਹਨਾਂ ਨੇ ਵੀ ਹੱਥ ਜੋੜ ਕੇ ਭਾਈ ਤਾਰੂ ਸਿੰਘ ਜੀ ਨੂੰ ਨਮਸਕਾਰ ਕੀਤੀ। ਤ੍ਰਿਗ ਤ੍ਰਿਗ ਨਵਾਬ ਖਾਨ ਨੂੰ ਤਿਰਕਾਰਿਓ। ਕਹਿੰਦੇ ਨੇ ਤ੍ਰਿਗ ਹੈ ਨਵਾਬ ਖਾਨ, ਨਵਾਬ ਜ਼ਕਰੀਆ ਖਾਨ ਧਿਕਾਰਯੋਗ ਹੈ। ਧੰਨ ਮਾਤ ਪੇ ਧੰਨ ਸਿਪਾਹੀ। ਧੰਨ ਹੈ ਐਸੀ ਮਾਤਾ ਧਰਮ ਕੌਰ, ਧੰਨ ਹੈ ਉਹਨਾਂ ਦੇ ਪਿਤਾ ਜਨਨ ਵਾਲੇ ਜਿਨ੍ਹਾਂ ਨੇ ਐਸੇ ਮਹਾਨ ਪੁੱਤਰ ਨੂੰ ਜਨਮ ਦਿੱਤਾ। ਖਾਲਸਾ ਜੀ ਵਾਕਈ ਧੰਨ ਹੈ ਐਸੀ ਮਾਤਾ ਜਿਹਦੇ ਪੁੱਤਰ ਸਿੱਖੀ ਦੀ ਆਨ ਤੇ ਬਾਨ ਦੇ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਸਿੱਖੀ ਰਖੀਓ ਦੇਹ ਗਵਾਈ। ਸਿੱਖੀ ਰੱਖ ਲਈ, ਹੋਰ ਸਭ ਕੁਝ ਹੀ ਗਵਾ ਦਿੱਤਾ, ਆਪਣੀ ਜਾਨ ਵੀ ਗਵਾ ਦਿੱਤੀ, ਘਰ-ਬਾਰ ਮਾਤਾ ਪਿਤਾ ਸਭ ਗਵਾ ਲਿੱਤੇ, ਪਰ ਕੇਸਾਂ ਦੀ ਬੇਦਬੀ ਪ੍ਰਵਾਨ ਨਹੀਂ ਕੀਤੀ। ਐਸੀ ਔਰ ਪੁਰਖ ਕਿਨ ਕਰੀ। ਐਸੀ ਹੋਰ ਅੱਜ ਤੱਕ ਇਤਿਹਾਸ ਦੇ ਅੰਦਰ ਕੋਈ ਮਿਸਾਲ ਮਿਲਦੀ ਨਹੀਂ। ਉਤਾਰ ਸੀਸੋ ਜਿਨ ਖੋਪਰੀ ਧਰੀ। ਜਿਨ੍ਹਾਂ ਨੇ ਆਪਣੇ ਮੱਥੇ ਦੇ ਕੋਲੋਂ ਪੂਰਾ ਖੋਪੜਾ ਹੀ ਕੰਨਾਂ ਦੇ ਕੋਲ ਲਵਾ ਲਿਆ, ਪੂਰਾ ਖੋਪੜਾ, ਪਰ ਕੇਸ ਇੱਕ ਵੀ ਆਪਣਾ ਕੇਸ ਦੀ ਬੇਦਬੀ ਨਾ ਬਰਦਾਸ਼ਤ ਕੀਤੀ। ਦੋਹਰਾ ਸੁਬੇਗ ਸਿੰਘ ਤਬ ਸੋ ਕਹੀ ਜੋ ਕਹੀ ਨਵਾਬ ਬਣਾਏ। ਸੁਬੇਗ ਸਿੰਘ ਨੇ ਫੇਰ ਸਾਰੀ ਗੱਲ ਖਾਲਸੇ ਦੀ ਵੀ ਸੁਣੀ ਤੇ ਫਿਰ ਜ਼ਕਰੀਆ ਖਾਨ ਦੀ ਗੱਲ ਮੂਹਰੇ ਰੱਖੀ। ਕਹਿੰਦੇ ਵੀ ਜ਼ਕਰੀਆ ਖਾਨ ਖਾਲਸੇ ਦੇ ਲਈ ਇਹ ਕਹਿੰਦਾ ਹੈ, ਸੁਨਤ ਸੋ ਸਿੰਘਨ ਇਮ ਲਗੀ ਜਿਮ ਬਰਦੇ ਅਗਨ ਛੁਆਏ। ਜਦੋਂ ਸੁਬੇਗ ਸਿੰਘ ਦੇ ਮੂੰਹ ਤੋਂ ਏਦਾਂ ਗੱਲ ਸੁਣੀ ਵੀ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਜ਼ਕਰੀਆ ਖਾਨ ਬਿਮਾਰੀ 'ਚ ਹੈ, ਤਕਲੀਫ 'ਚ ਹੈ, ਪਰ ਸੁਬੇਗ ਸਿੰਘ ਕਹਿ ਰਹੇ ਨੇ ਵੀ ਉਸ ਨੂੰ ਆਰਾਮ ਮਿਲ ਜਾਏ, ਖਾਲਸਾ ਬਖਸ਼ ਦੇਵੇ, ਤੇ ਏਦਾਂ ਦੀ ਵਿਸਫੋਟ ਹੋਇਆ ਖਾਲਸੇ ਨੂੰ, ਏਦਾਂ ਹੋਇਆ ਵੀ ਬਰੂਦ ਫੋੜ ਦਈਏ। ਬਰੂਦ ਜਿੰਨਾ ਜਿਵੇਂ ਫੁੱਟਦਾ ਉਹਨਾਂ ਗੁੱਸਾ ਚੜਿਆ ਖਾਲਸੇ ਨੂੰ। ਤਬੈ ਸਿੰਘ ਸੁਨਿਓ ਕਹਿਓ ਅਬ ਚੜੋ ਲਾਹੌਰੇ ਧਾਏ। ਸਿੰਘ ਜਿਹੜੇ ਸੀਗੇ ਰੋਹ ਚ ਆ ਗਏ, ਕਿਰਪਾਨਾਂ ਨੂੰ ਹੱਥ ਪਾ ਲਿਆ, ਕਹਿੰਦੇ ਚੜੋ ਹੁਣੇ ਲਾਹੌਰ ਨੂੰ। ਖਾਨ ਜ਼ਕਰੀਆ ਬਹਾਦਰ ਨੇ ਖਾਲਸੇ ਕੋਲ ਆਣ ਦੀ ਹਮਾਇਤ ਕਿਵੇਂ ਕੀਤੀ, ਉਹਦਾ ਸਿਰ ਲਾ ਦਈਏ ਖਾਨੂ ਦਾ। ਜਾਂ ਸਿਰ ਕੱਟਿਏ ਨਵਾਬ ਕੋ ਕਹਿ ਆਪਣੋ ਰਹਿ ਕਟਾਏ। ਸਾਡੀ ਮਰਿਆਦਾ ਰਹੀ ਹੈ ਸ਼ੁਰੂ ਤੋਂ ਸਿੰਘਾਂ ਦੇ ਨਾਲ ਜਿਨ੍ਹਾਂ ਨੇ ਧੱਕਾ ਕੀਤਾ, ਮੱਸੇ ਰੰਗੜ ਦਾ ਸੀ, ਸੀਸ ਵੱਢਿਆ ਸੀ ਦਰਬਾਰ ਸਾਹਿਬ ਦੀ ਬੇਦਬੀ ਦਾ। ਅੱਜ ਖਾਨ ਬਹਾਦਰ ਦਾ ਵੀ ਸੀਸ ਲਾਣਾ ਬਣਦਾ ਹੈ। ਜੋ ਕਈ ਕੋ ਕਹੈ ਉਹਾਂ ਜਾਣ ਕਿਮ ਪਾਵੈ। ਫਿਰ ਸਿਆਣੇ ਸਿੰਘ ਬੋਲੇ ਵੀ ਕੋਈ ਨਹੀਂ ਖਾਲਸਾ ਜੀ, ਤੁਹਾਡਾ ਰੋਹ ਵੀ ਠੀਕ ਹੈ, ਕਿਉਂਕਿ ਜਵਾਨਾਂ ਨੂੰ ਜੋਸ਼ ਜਲਦੀ ਆ ਜਾਂਦਾ, ਜਵਾਨਾਂ ਦੇ ਖੂਨ ਦੇ ਅੰਦਰ ਉਬਾਲਾ ਹੋਣਾ ਵੀ ਚਾਹੀਦਾ। ਇੱਕ ਵਾਰੀ ਕਿੱਥੇ ਸਟੇਸ਼ਨ ਦੇ ਉੱਤੇ ਮਹਾਭਾਰਤ ਦੀ ਕਥਾ ਚੱਲ ਰਹੀ ਸੀਗੀ, ਟੀਵੀ ਦੇ ਉੱਤੇ ਸੀਰੀਅਲ ਤੇ ਮਹਾਭਾਰਤ ਦੀ ਕਥਾ ਸਟੇਸ਼ਨ ਤੇ ਚੱਲ ਰਹੀ ਸੀ, ਤੇ ਉੱਥੇ ਦ੍ਰੋਪਦੀ ਦੇ ਚੀਰ ਹਰਣ ਦੀ ਪ੍ਰਸੰਗ ਆ ਰਿਹਾ ਸੀ ਸਾਹਮਣੇ। ਇੱਕ ਨੌਜਵਾਨ ਨੂੰ ਗੁੱਸਾ ਚੜਿਆ, ਉਸਨੇ ਚੱਕ ਕੇ ਟੀਵੀ ਤੋੜ ਦਿੱਤਾ ਤੇ ਰੇਲਵੇ ਵਾਲੇ ਉਹਨੂੰ ਫੜਨ ਆ ਗਏ ਤੇ ਉੱਤੇ ਹਿੰਦੂਆਂ ਦੇ ਕੋਈ ਬਹੁਤ ਸਿਆਣੇ ਬੰਦੇ ਬੈਠੇ ਸੀ, ਉਹਨਾਂ ਨੇ ਰੋਕਿਆ
ਉਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਕਿਉਂ ਮਾਰ ਰਹੇ ਹੋ, ਕਿਉਂ ਫੜਦੇ ਹੋ? ਉਹ ਕਹਿੰਦੇ ਵੀ ਇਹਨਾਂ ਨੇ ਸਾਡਾ ਟੀਵੀ ਤੋੜਤਾ। ਤੁਸੀਂ ਕਿਹਾ ਵੀ ਤੁਸੀਂ ਸਾਡੀ ਪੀੜ੍ਹੀ ਦੇ ਖੂਨ ਦਾ ਉਬਾਲਾ ਨਹੀਂ ਦੇਖਿਆ, ਬਈ ਉਹ ਇੱਕ ਇਸਤਰੀ ਨੂੰ ਨੰਗਾ ਹੁੰਦਾ ਨਹੀਂ ਦੇਖ ਸਕਿਆ, ਉਸਦੇ ਅੰਦਰ ਦੇ ਜਜ਼ਬਾਤ ਨੂੰ ਸਮਝੋ ਵੀ ਉਸ ਲਹੂ ਦੇ ਅੰਦਰ, ਜਦ ਕਿ ਉਹ ਇੱਕ ਨਾਟਕ ਚੱਲ ਰਿਹਾ ਹੈ, ਇਸਤਰੀ ਦੀ ਰੱਖਿਆ ਵੀ ਭਗਵਾਨ ਕ੍ਰਿਸ਼ਨ ਨੇ ਕਰ ਲੈਣੀ ਹੈ, ਪਰ ਇੱਕ ਜਵਾਨ ਦੇ ਖੂਨ ਦੇ ਅੰਦਰ ਉਬਾਲਾ ਹੋਣਾ ਚਾਹੀਦਾ ਹੈ ਵੀ ਮੇਰੇ ਸਾਹਮਣੇ ਧੱਕਾ ਹੋ ਰਿਹਾ ਤੇ ਮੈਂ ਉਸ ਨੂੰ ਰੋਕਾਂ। ਇਹ ਜਵਾਨ ਦੇ ਖੂਨ ਦੇ ਅੰਦਰ ਉਬਾਲਾ ਹੋਣਾ ਚਾਹੀਦਾ। ਬਿਲਕੁਲ ਸਾਡੀ ਕੌਮ ਦੇ ਅੰਦਰ ਇਸ ਚੀਜ਼ ਦੀ ਲੋੜ ਹੈ। ਸੋ ਭਾਈ ਤਾਰੂ ਸਿੰਘ ਜੀ ਨੇ ਇੱਥੇ ਸ਼ਹਾਦਤ ਦਾ ਪ੍ਰਸੰਗ ਸੁਣ ਕੇ ਤੇ ਜਿਹੜੇ ਸਿਆਣੇ ਜਿਹੜੇ ਬੰਦੇ ਸੀ ਉਹਨਾਂ ਨੇ ਰੋਕਿਆ ਤੇ ਜਵਾਨ ਬੰਦਿਆਂ ਨੇ ਕਿਰਪਾਨਾਂ ਦੇ ਮੁੱਠਿਆਂ ਨੂੰ ਹੱਥ ਪਾਇਆ। ਹਮ ਥੋੜੇ ਕਿੰਕਰ ਹਮ ਜਾਵੇਂ। ਸਿਆਣਿਆਂ ਨੇ ਕਿਹਾ ਭਾਈ ਤੁਸੀਂ ਥੋੜੇ ਹੋ ਗਿਣਤੀ ਦੇ ਅੰਦਰ, ਠੀਕ ਹੈ ਖਾਨ ਬਹਾਦਰ ਨੇ ਧੱਕਾ ਕੀਤਾ, ਭਾਈ ਤਾਰੂ ਸਿੰਘ ਨਾਲ ਗਲਤ ਕੀਤਾ, ਭਾਈ ਤਾਰੂ ਸਿੰਘ ਨੇ ਬਚਨ ਵੀ ਕਰ ਦਿੱਤੇ ਨੇ, ਪਰ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਬਚਨ ਨੂੰ ਹੁਣੇ ਸੰਕੋਚੋ। ਕੋ ਕਹਿ ਹਮ ਭੇਖ ਵਟਾਵੇਂ। ਕੋਈ ਕਹਿੰਦਾ ਵੀ ਅਸੀਂ ਭੇਖ ਵਟਾ ਕੇ, ਜਿਸ ਤਰ੍ਹਾਂ ਮੱਸੇ ਰੰਗੜ ਦੇ ਕੋਲ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਹੋਣੀ ਗਏ ਸੀ, ਅਸੀਂ ਭੇਸ ਵਟਾ ਕੇ ਖਾਨ ਬਹਾਦਰ ਦਾ ਸੀਸ ਉਤਾਰਾਂਗੇ। ਕੋ ਕਹਿ ਹਮ ਰਾਤੀ ਧਾਵੇਂ। ਕੋਈ ਕਹਿੰਦਾ ਅਸੀਂ ਰਾਤੀ ਘੋੜੇ ਤੇ ਜਾ ਕੇ ਵੱਢ ਲਿਆਵਾਂਗੇ। ਜੋ ਉਨ ਮਾਰਤ ਹਮ ਮਰ ਜਾਈਏ। ਜੇ ਉਹਨਾਂ ਨੂੰ ਮਾਰਦੇ ਅਸੀਂ ਮਰ ਵੀ ਗਏ, ਸਾਨੂੰ ਤਾਰੂ ਸਿੰਘ ਜੀ ਦੀ ਮੌਤ ਦਾ ਬਦਲਾ ਲੈਣ ਦਾ, ਸ਼ਹਾਦਤ ਦਾ ਬਦਲਾ ਲੈਣ ਦਾ ਬਹੁਤ ਫਕਰ ਹੋਵੇਗਾ। ਸਤ ਸ਼ਹੀਦੀ ਸਿਦਕ ਕਮਾਈਐ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਉਹਨਾਂ ਨੇ ਪ੍ਰਵਾਨ ਕੀਤੀ ਹੈ, ਸੱਚੀ ਸ਼ਹੀਦੀ ਲਈ ਹੈ। ਤਾਰੂ ਸਿੰਘ ਤੇ ਪਹਿਲਾਂ ਜਾਈਐ। ਤਾਰੂ ਸਿੰਘ ਤੋਂ ਪਹਿਲਾਂ ਅਸੀਂ ਆਪਣੀ ਜਾਨ ਕੁਰਬਾਨ ਕਰਾਂਗੇ ਪੰਥ ਤੋਂ। ਜਾਏ ਦਰਗਾਹ ਮੈਂ ਰੋਰ ਮਚਾਈਐ। ਦਰਗਾਹ ਦੇ ਅੰਦਰ ਜਾ ਕੇ ਹਾਹਾਕਾਰ ਮਚਾ ਦੇਵਾਂਗੇ। ਸਫਲ ਜਨਮ ਆਪਣੋ ਕਰ ਲਈਐ। ਆਪਣਾ ਜਨਮ ਸਫਲ ਕਰ ਲਵਾਂਗੇ ਭਾਈ ਤਾਰੂ ਸਿੰਘ ਜੀ ਦੀ ਜਾਨ ਦੇ ਉੱਤੋਂ ਜਾਨ ਕੁਰਬਾਨ ਕਰਕੇ। ਕਰ ਅਰਦਾਸ ਨਾ ਢਿੱਲ ਲਗਈਐ। ਇਸ ਪ੍ਰਕਾਰ ਸਿੰਘਾਂ ਨੇ ਅਰਦਾਸ ਕਰ ਲਈ। ਤਾਰੂ ਸਿੰਘ ਕਿਆ ਜਹਾਜ਼ ਤਿਆਰ। ਤਾਰੂ ਸਿੰਘ ਜੀ ਨੇ ਤਾਂ ਆਪਣਾ ਜਹਾਜ਼ ਵਿਮਾਨ ਤਿਆਰ ਕੀਤਾ ਹੈ ਸ਼ਹਾਦਤ ਦਾ। ਦੁੱਖ ਸਾਗਰ ਤਰ ਹੋਈਐ ਪਾਰ। ਜਿਨ੍ਹਾਂ ਭਾਈ ਤਾਰੂ ਸਿੰਘ ਜੀ ਆਪਣੀ ਸ਼ਹਾਦਤ ਦੇਣ ਚੱਲੇ ਨੇ, ਉਹਨਾਂ ਨੇ ਆਪਣੇ ਸਾਰੇ ਹੀ ਦੁੱਖਾਂ ਦਾ ਅੰਤ ਕਰ ਲਿਆ ਹੈ। ਦੋਹਰਾ ਫਿਰ ਸਿੰਘਨ ਸੁਨ ਜੋ ਕਹੀ, ਪ੍ਰਣ ਤਾਰੂ ਸਿੰਘ ਲਿਓ ਧਾਰ। ਸਿੰਘਾਂ ਨੇ ਏਦਾਂ ਕਿਹਾ ਵੀ ਗੁਰਮਤਾ ਕੀਤਾ ਸਿਆਣੇ ਬੰਦਿਆਂ ਨੇ, ਵੀ ਭਾਈ ਰੁਕ ਜਾਓ, ਵੀ ਭਾਈ ਤਾਰੂ ਸਿੰਘ ਜੀ ਨੇ ਜੋ ਆਪਣਾ ਪ੍ਰਣ ਕੀਤਾ ਵੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭਾਵਾਂਗੇ, ਉਹਨਾਂ ਨੇ ਨਿਭਾਈ ਹੈ। ਲੈ ਜਾਉਂ ਉਸ ਤਰ੍ਹਾਂ ਗਏ ਜੂਤਨ ਸੇਤੀ ਮਾਰ। ਉਹਨਾਂ ਨੇ ਦੂਸਰਾ ਬਚਨ ਇਹ ਕਿਹਾ ਸੀਗਾ ਵੀ ਭਾਈ ਤਾਰੂ ਸਿੰਘ ਜੀ ਨੇ ਵੀ ਜ਼ਕਰੀਆ ਖਾਨ ਨੂੰ ਜੁੱਤੀ ਦੀ ਨੋਕ ਤੇ ਲੈ ਕੇ ਜਾਵਾਂਗੇ ਨਰਕਾਂ ਨੂੰ। ਜੋ ਪਈ ਤੋ ਖਾਲਸੇ ਕਛ ਧੀਰ ਮਨ ਆਈ। ਖਾਲਸੇ ਦੇ ਮਨ ਦੇ ਅੰਦਰ ਕੁਝ ਧੀਰਜ ਆਈ। ਤਾਰੂ ਸਿੰਘ ਕਹਿਓ ਧਨ ਤੋਹੇ ਕਮਾਈ। ਕਿਹਾ ਸਾਰੀ ਸੰਗਤ ਨੇ ਧੰਨ ਭਾਈ ਤਾਰੂ ਸਿੰਘ ਤੁਹਾਡੀ ਕਮਾਈ ਨੂੰ। ਤਾਰੂ ਸਿੰਘ ਪਚ ਤਿੱਖੀ ਤਲਵਾਰ। ਤਾਰੂ ਸਿੰਘ ਦੇ ਬਚਨ ਤਿੱਖੀ ਤਲਵਾਰ ਦੇ ਬਰਾਬਰ ਨੇ। ਜਾਵੇ ਚੀਰ ਸੋ ਮੇਰੋ ਧਾਰ। ਤਾਰੂ ਸਿੰਘ ਜੀ ਦੇ ਬਚਨ ਚੀਰਦੇ ਹੋਏ ਜਾਣਗੇ, ਜ਼ਕਰੀਆ ਖਾਨ ਦੀ ਮੌਤ ਦੇ ਘਾਟ ਉਤਾਰਨਗੇ ਉਸ ਨੂੰ। ਤਾਰੂ ਸਿੰਘ ਉਸ ਦਈ ਜੜ ਪੁੱਟ। ਤਾਰੂ ਸਿੰਘ ਨੇ ਜ਼ਕਰੀਆ ਖਾਨ ਦੀ ਮੁਗਲਾਂ ਦੀ ਜੜ ਪੁੱਟ ਦਿੱਤੀ ਹੈ। ਪੀਰ ਪੈਗੰਬਰ ਦੇਵੇਂ ਤਖਤੋ। ਪੀਰ ਪੈਗੰਬਰ ਹੁਣ ਦੇ ਤਖਤਾਂ ਦੇ ਉੱਤੇ ਜਿਹੜੇ ਬੈਠੇ ਨੇ ਉਹਦੀ ਮਦਦ ਨਹੀਂ ਕਰ ਸਕਦੇ। ਸੰਤ ਸ਼ਰਾਬ ਚੈ ਮੇਟਿਓ ਜੋਏ। ਸੰਤਾਂ ਦੇ ਸ਼ਰਾਬ ਹੁਣ ਮੇਟੇ ਨਹੀਂ ਜਾ ਸਕਦੇ। ਜ਼ਕਰੀਆ ਖਾਨ ਨੂੰ ਮੌਤ ਦੇ ਘਾਟ ਉਤਰਨਾ ਪਵੇਗਾ। ਪਹਿਲੋ ਛੁਟੈ ਢਾਲ ਜਿਮ ਸੋਏ। ਜਿਸ ਤਰ੍ਹਾਂ ਢਾਲ ਸੀਗੀ, ਹਾਂਜੀ, ਪਹਿਲੋ ਛੁਟੈ ਢਾਲ ਜਿਮ ਸੋਏ। ਜਿਹੜੀ ਪਹਿਲੀ ਢਾਲ ਸੀਗੀ ਉਹ ਪਾੜ ਦਿੱਤੀ ਹੈ ਜ਼ਕਰੀਆ ਖਾਨ ਨੇ। ਜ਼ਕਰੀਆ ਖਾਨ ਦੀ ਪਹਿਲੀ ਢਾਲ ਕੀ ਸੀ ਵੀ ਆਜ਼ਾਦ ਕਰ ਦਿੰਦਾ, ਪਰ ਆਜ਼ਾਦ ਨਹੀਂ ਕੀਤਾ, ਸ਼ਹੀਦ ਕਰ ਦਿੱਤਾ। ਉਸकी ਜਿੰਦ ਕੋ ਜੋ ਰੱਖ ਸਕੈ। ਜੋ ਭਾਈ ਤਾਰੂ ਸਿੰਘ ਜੀ ਨੂੰ ਬਚਾ ਸਕਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ। ਸ਼ਹੀਦ ਮਾਰੇ ਉਸ ਮਾਥੇ ਧੱਕੈ। ਸ਼ਹੀਦ ਹੁਣ ਨਵਾਬ ਜ਼ਕਰੀਆ ਖਾਨ ਤੋਂ ਭਾਈ ਤਾਰੂ ਸਿੰਘ ਦਾ ਬਦਲਾ ਲੈਣਗੇ। ਸੰਤ ਸ਼ਰਾਬ ਕੋ ਕਰੇ ਜੋ ਓਟ। ਸੰਤਾਂ ਦਾ ਸ਼ਰਾਪਿਆ ਹੋਇਆ ਜ਼ਕਰੀਆ ਖਾਨ ਹੁਣ ਇਕੈ ਚੋਟ ਫੁੱਟੈ ਕੋਟਨ ਕੋਟ। ਕਹਿੰਦੇ ਕਰੋੜਾਂ ਮਾਫੀਆਂ ਵੀ ਮੰਗ ਲੈ, ਬਖਸ਼ਿਆ ਨਹੀਂ ਜਾਵੇਗਾ। ਸੁਬੇਗ ਸਿੰਘ ਤੱਕ ਬਚਨ ਉਚਾਰੇ। ਸੁਬੇਗ ਸਿੰਘ ਨੇ ਪਰ ਕਿਹਾ ਖਾਲਸਾ ਜੀ, ਸੁਨੋ ਸੰਤ ਤੁਮ ਸਿੱਖ ਪਿਆਰੇ। ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਜ਼ਕਰੀਆ ਖਾਨ ਆਪਣੀ ਗਲਤੀ ਦੀ ਮਾਫੀ ਚਾਹੁੰਦਾ ਹੈ। ਨਵਾਬ ਮਰਨ ਮੈਂ ਕੁਛ ਕਸਰ ਨਹੀਂ। ਨਵਾਬ ਤੇ ਹੁਣ ਮਰਿਆ ਹੀ ਪਿਆ ਹੈ। ਭਾਈ ਤਾਰੂ ਸਿੰਘ ਜੀ ਦੇ ਬਚਨ ਹੋ ਗਏ ਨੇ, ਅੱਜ ਦੂਜਾ ਦਿਨ ਬੀਤ ਗਿਆ, 19 ਦਿਨ ਰਹਿ ਗਏ ਨੇ। 19 ਦਿਨ ਬਾਅਦ ਉਹਨੇ ਮਾਰੀ ਜਾਣਾ ਹੈ। ਸਭੀ ਤੁਰਕ ਲਰ ਮਰਗਲ ਜਾਹੀ। ਸਾਰੇ ਹੀ ਜਿਹੜੇ ਤੁਰਕ ਨੇ ਉਹ ਲੜ ਮਰ ਕੇ ਆਪਸ ਵਿੱਚ ਮਰ ਜਾਣਗੇ। ਭਾਈ ਤਾਰੂ ਸਿੰਘ ਨੇ ਬਚਨ ਕਹਿ ਦਿੱਤੇ ਨੇ। ਦੋਹਰਾ ਸੁਬੇਗ ਸਿੰਘ ਫਿਰ ਇਮ ਕਹੀ, ਸੁਨ ਲਿਓ ਖਾਲਸੇ ਓਟ। ਸੁਬੇਗ ਸਿੰਘ ਨੇ ਕਿਹਾ ਵੀ ਭਾਈ ਖਾਲਸਾ ਜੀ, ਮੇਰੀ ਬੇਨਤੀ ਪ੍ਰਵਾਨ ਕਰੋ ਵੀ ਉਹ ਤੁਹਾਡੀ ਸ਼ਰਨ 'ਚ ਪਏ ਨੇ।
ਹੁਣ ਕਿਰਪਾ ਕਰੋ ਉਹਨਾਂ ਨੂੰ ਬਖਸ਼ ਲਓ। ਨਹਿ ਸ਼ਕਤ ਦਿਖਾਲੇ ਖਾਲਸੋ ਤੋ ਲਗੇ ਖਾਲਸੇ ਕੋਟ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਜ਼ਕਰੀਆ ਖਾਨ ਨੇ ਗਲਤ ਕੰਮ ਨਹੀਂ ਕੀਤਾ, ਜ਼ਕਰੀਆ ਖਾਨ ਨੇ ਬਹੁਤ ਗਲਤ ਕੰਮ ਕੀਤਾ ਹੈ, ਪਰ ਹੁਣ ਖਾਲਸੇ ਨੂੰ ਆਪਣੀ ਸ਼ਕਤੀ ਦਿਖਾਉਣ ਦਾ ਸਮਾਂ ਹੈ। ਖਾਲਸੇ ਦੇ ਕੋਲ ਉਹ ਆਪਣੀ ਭਿੱਖ ਮੰਗਣ ਆਇਆ, ਖਾਲਸੇ ਦੀ ਸ਼ਰਣੀ ਪਿਆ, ਹੁਣ ਤੁਸੀਂ ਆਪਣੀ ਤਾਕਤ ਦਿਖਾਓ ਉਸ ਨੂੰ। ਜੋ ਪਈ ਸਭੋ ਖਾਲਸੇ ਮਾਹਿ ਕੁਪੀਕ। ਸਾਰੇ ਖਾਲਸੇ ਨੇ ਆਪਸ ਦੇ ਅੰਦਰ ਗੁਫ਼ਤਗੂ ਕੀਤੀ, ਤਫੀਕ ਕੀਤੀ, ਚੰਗੀ ਤਰ੍ਹਾਂ ਸਲਾਹ ਕੀਤੀ। ਆਏ ਖਾਲਸੋ ਮੁਖ ਅਮੀਕ। ਕਹਿੰਦੇ ਖਾਲਸੇ ਦੇ ਮੁਖ ਦੇ ਅੰਦਰ ਅੰਮ੍ਰਿਤ ਜੋ ਆਇਆ ਹੈ। ਤਾਰੂ ਸਿੰਘ ਉਸ ਪਰਚਾ ਲਾਇਆ। ਤਾਰੂ ਸਿੰਘ ਨੇ ਆਪਣੇ ਮੂੰਹ ਤੋਂ ਜੋ ਅੰਮ੍ਰਿਤਮਈ ਬਚਨ ਕਹੇ ਨੇ, ਬਈ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਲਿਵੇਗੀ, ਤੂੰ ਜ਼ਕਰੀਆ ਖਾਨ ਜੁੱਤੀ ਦੀ ਨੋਕ ਤੇ ਜਾਏਗਾ। ਤਾਰੂ ਸਿੰਘ ਦੇ ਬਚਨ ਨੂੰ ਹੁਣ ਆਪਾਂ ਪੂਰੇ ਕਰੀਏ। ਤਾਰੂ ਸਿੰਘ ਉਸ ਸੱਚ ਦਿਖਾਇਆ। ਭਾਈ ਤਾਰੂ ਸਿੰਘ ਜੀ ਦਾ ਕੀਤਾ ਸੱਚ ਕਰਕੇ ਖਾਲਸਾ ਦਿਖਾਏਗਾ ਹੁਣ। ਗੁਰੂ ਖਾਲਸੋ ਖਾਲਸੋ ਗੁਰ ਆਪ। ਗੁਰੂ ਖਾਲਸਾ ਹੈ ਤੇ ਖਾਲਸਾ ਗੁਰੂ ਹੈ। ਤਾਰੂ ਸਿੰਘ ਨਿਵਾਬ ਕਹਿਓ ਆਪ। ਤਾਰੂ ਸਿੰਘ ਨੂੰ ਫੇਰ ਨਵਾਬ ਨੇ ਕਿਹਾ। ਨਵਾਬ ਖਾਲਸੇ ਪਰ ਸੱਚਾ ਆਇਆ। ਨਵਾਬ ਕਪੂਰ ਸਿੰਘ ਜੀ ਕਹਿੰਦੇ ਵੀ ਠੀਕ ਹੈ ਭਾਈ ਸੁਬੇਗ ਸਿੰਘ ਜੀ, ਤੁਹਾਡੇ ਬਚਨ ਬਿਲਕੁਲ ਸਹੀ ਨੇ। ਤੋ ਖਾਲਸੇ ਪੈ ਮੋਹ ਕਲਾਇਆ। ਤੁਸੀਂ ਖਾਲਸੇ ਦੀ ਆ ਕੇ ਸ਼ਰਨ ਲਈ ਹੈ, ਲੋ ਫਿਰ ਹੁਣ ਖਾਲਸੇ ਦਾ ਵੀ ਨਿਰਣਾ ਸੁਣ ਲਵੋ। ਖਾਲਸੇ ਮੈਂ ਹੁਣ ਲਖੀ ਤੁਪੀਕ। ਖਾਲਸੇ ਨੇ ਸਾਰੇ ਨੇ ਮਿਲ ਕੇ ਹੁਣ ਇਹ ਗੁਰਮਤਾ ਕੀਤਾ ਹੈ। ਖਾਲਸੋ ਮੁਖ ਹੁਣ ਲਖਿਓ ਅਮੀਕ। ਖਾਲਸਾ ਜਿਹੜਾ ਹੈ ਉਹ ਆਪਣੇ ਮੁਖ ਤੋਂ ਅੰਮ੍ਰਿਤਮਈ ਬਚਨ ਇਸ ਤਰ੍ਹਾਂ ਉਚਾਰਦੇ ਨੇ। ਕਹੇ ਖਾਲਸੋ ਸਭ ਕਰ ਦੇਤ। ਖਾਲਸੇ ਨੇ ਜੋ ਬਚਨ ਹੁਣ ਕਹਿਣੇ ਨੇ ਉਸ ਉਹੀ ਸੱਚ ਹੋਣੇ ਨੇ। ਪੰਜਾਂ ਪਿਆਰਿਆਂ ਦਾ ਹੁਕਮ ਆਇਆ। ਨਵਾਬ ਕਪੂਰ ਸਿੰਘ ਜੀ ਪੰਜਾਂ ਪਿਆਰਿਆਂ ਦਾ ਹੁਕਮ ਜਥੇਦਾਰ ਸੁਣਾਉਂਦਾ ਹਮੇਸ਼ਾ। ਪੰਜ ਪਿਆਰਿਆਂ ਦਾ ਜੋ ਗੁਰਮਤਾ ਹੁੰਦਾ ਹੈ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ ਦੇ ਕੇ ਕਲਗੀਧਰ ਪਾਤਸ਼ਾਹ ਨੇ ਪੰਜਾਂ ਸਿੰਘਾਂ ਦੀ ਰਹਿਨੁਮਾਈ ਹੇਠ ਭੇਜਿਆ ਸੀ, ਬਾਬਾ ਬਾਜ ਸਿੰਘ, ਬਾਬਾ ਬਨੋਦ ਸਿੰਘ, ਬਾਬਾ ਰਾਮ ਸਿੰਘ ਹੋਰਾਂ। ਪਰ 10ਵੇਂ ਪਾਤਸ਼ਾਹ ਨੇ ਗੱਲ ਕਹਿ ਕੇ ਘੱਲੀ ਸੀ ਬਈ ਜਿਹੜੇ ਹੁਕਮਰਾਨ ਨੇ, ਜਿਹਨਾਂ ਦਾ ਹੁਕਮ ਚੱਲੇਗਾ ਉਹ ਪੰਜ ਪਿਆਰਿਆਂ ਦਾ ਚੱਲੇਗਾ, ਪਰ ਜਥੇਦਾਰੀ ਤੁਹਾਡੇ ਕੋਲ ਹੈ। ਉਸੇ ਤਰ੍ਹਾਂ ਅੱਜ ਨਵਾਬ ਕਪੂਰ ਸਿੰਘ ਜਥੇਦਾਰ ਨੇ, ਪਰ ਗੁਰਮਤਾ ਖਾਲਸੇ ਨੇ ਕੀਤਾ ਪੰਜਾਂ ਪਿਆਰਿਆਂ ਨੇ। ਗੁਰੂ ਖਾਲਸੇ ਮੈਂ ਭਿੰਨ ਨਾ ਭੇਤ। ਗੁਰੂ ਦੇ ਅੰਦਰ ਤੇ ਖਾਲਸੇ ਦੇ ਅੰਦਰ ਨਵਾਬ ਕਪੂਰ ਸਿੰਘ ਜੀ ਕਹਿੰਦੇ ਕੋਈ ਭੇਦ ਨਹੀਂ ਹੈ। ਹੁਣ ਜਿਹੜਾ ਹੁਕਮਨਾਮਾ ਅਸੀਂ ਪੜ੍ਹਨ ਲੱਗੇ ਆ ਖਾਲਸੇ ਦਾ, ਐਵੇਂ ਜਾਣੋ ਕਲਗੀਧਰ ਪਾਤਸ਼ਾਹ ਦੀ ਰਚਨਾ ਤੋਂ ਹੈ। ਗੁਰੂ ਖਾਲਸੋ ਖਾਲਸੋ ਗੁਰੂ। ਗੁਰੂ ਖਾਲਸਾ ਹੈ ਤੇ ਖਾਲਸਾ ਗੁਰੂ ਹੈ। ਕਹਿ ਗਏ ਗੁਰ ਭਇਓ ਜਬ ਤੁਰੂ। ਹਾਂਜੀ, ਕਹਿ ਗਏ ਗੁਰ ਭਇਓ ਜਬ ਤੁਰੂ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਕਾਲ ਚਲਾਣਾ ਕਰ ਗਏ, ਸੰਤ ਸਿੱਖਨ ਮੈਂ ਭੇਦ ਕਿਛ ਨਾਹੀ। ਉਸ ਪ੍ਰਕਾਰ ਕਲਗੀਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਗੱਦੀ ਦਿੱਤੀ ਸੀ, ਤੇ ਅੱਜ ਉਸੇ ਗੱਦੀ ਦੀ ਰਹਿਨੁਮਾਈ ਹੇਠ ਖਾਲਸੇ ਨੂੰ ਗੱਦੀ ਮਿਲੀ ਹੈ। ਹੁਕਮ ਦੇਣ ਦਾ ਹੁਕਮ ਹੈ। ਐਸੇ ਸਿੱਖਨ ਮਹੇ ਸਤਾਈ। ਹੁਣ ਇਸ ਪ੍ਰਕਾਰ ਸਿੱਖਾਂ ਨੂੰ ਜਿਨ੍ਹਾਂ ਨੇ ਸੰਤਾਇਆ ਉਹ ਖਾਲਸਾ ਹੀ ਹੁਣ ਹੁਕਮ ਲਾਵੇਗਾ। ਦੋਹਰਾ ਮਾਰੇ ਰੇਖ ਪਰ ਮੇਕ ਸੰਤ ਦੇਵੇਂ ਜੁਗ ਪਲਟਾਏ। ਕਹਿੰਦੇ ਜਿਹੜੇ ਸੰਤ ਹੁੰਦੇ ਨੇ ਨਾ, ਹਰੀ ਦੇ ਭਗਤ ਹੁੰਦੇ ਨੇ, ਉਹ ਰੇਖ ਵਿੱਚ ਮੇਕ ਮਾਰ ਸਕਦੇ ਨੇ, ਪੂਰਾ ਦਾ ਪੂਰਾ ਯੁੱਗ ਪਲਟਾ ਸਕਦੇ ਨੇ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਇਹ ਪਾਤਸ਼ਾਹ ਦੀ ਪੌੜੀ ਹੈ। ਨਾ ਤੂੰ ਆਵੇਂ ਵਸ, ਨਾ ਤੂੰ ਆਵੇਂ ਵਸ ਵੇਦ ਪੜਾਵਣਾ, ਨਾ ਤੂੰ ਆਵੇਂ ਵਸ ਧਰਤੀ ਧਾਨੀਐ, ਨਾ ਤੂੰ ਆਵੇਂ ਵਸ ਕਿਤੈ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਜਿਹੜਾ ਭਗਤਾਂ ਦਾ ਤਾਣ ਹੈ, ਭਗਤਾਂ ਦੀ ਜੋ ਓਟ ਹੈ, ਭਗਤਾਂ ਦਾ ਜੋ ਓਟ ਆਸਰਾ ਹੈ, ਭਗਤਾਂ ਦੀ ਜੋ ਥਿਰ ਹੈ, ਉਹ ਜੁਗੋ ਜੁਗ ਅਟਲ ਹੈ। ਕਿਉਂਕਿ ਭਗਤਾਂ ਨੇ ਨਾਮ ਜਪ ਕੇ ਆਪਣੇ ਦੇ ਅੰਦਰ ਔਰ ਪਰਮੇਸ਼ਵਰ ਦੇ ਅੰਦਰ ਕੋਈ ਭੇਦ ਨਹੀਂ ਛੱਡਿਆ। ਇੱਕ ਉਦਾਹਰਣ ਦੇ ਤੌਰ ਦੇ ਉੱਤੇ ਗੱਲ ਸਮਝ ਲਓ ਚੰਗੀ ਤਰ੍ਹਾਂ ਦੇ ਨਾਲ। ਅੱਜ ਕੋਈ ਬਹੁਤ ਗਲਤ ਬੰਦਾ ਗੁਰਦੁਆਰੇ ਆਉਂਦਾ ਹੈ, ਪਾਪੀ ਬੰਦਾ ਹੈ, ਜੇ ਉਹ ਨਾਮ ਜਪਣ ਲੱਗ ਜਾਵੇ ਔਰ ਭਗਤ ਬਣ ਜਾਵੇ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਈ ਉਹ ਜ਼ਰੂਰ ਤਰੇਗਾ ਤੇ ਮੇਰੇ ਅੰਦਰ ਔਰ ਉਹਦੇ ਅੰਦਰ ਕੋਈ ਭੇਦ ਨਹੀਂ ਹੋਵੇਗਾ। ਅਜ਼ਾਮਲ ਦੀ ਸਾਥੀ ਸਾਰੇ ਅਸੀਂ ਜਾਣਦੇ ਹਾਂ। ਉਸਨੇ ਇੱਕ ਵੇਸ਼ਵਾ ਦਾ ਸੰਗ ਕੀਤਾ, ਉਸ ਤੋਂ 7 ਪੁੱਤਰ ਪੈਦਾ ਹੋਏ। ਜਦੋਂ 7ਵਾਂ ਪੁੱਤਰ ਪੈਦਾ ਹੋਇਆ ਤੇ ਸੰਤ ਨਿਕਲ ਰਹੇ ਸੀ, ਅਜ਼ਾਮਲ ਨੇ ਸੰਤਾਂ ਨੂੰ ਹਸੀ ਮਜ਼ਾਕ ਵਿੱਚ ਕਹਿ ਦਿੱਤਾ, ਮਹਾਰਾਜ ਇਹਦਾ ਨਾਂ ਦੱਸੋ ਕੀ ਰੱਖੀਏ। ਸੰਤ ਮੁਸਕਰਾ ਪਏ। ਸੰਤਾਂ ਦੀ ਰੀਤ ਸੀ, ਉਹਨਾਂ ਨੇ ਕਿਹਾ ਨਾਮ ਨਾਰਾਇਣ ਰੱਖ। ਸੰਤਾਂ ਦੀ ਗੱਲ ਮੰਨੀ, ਨਾਮ ਨਾਰਾਇਣ ਰੱਖ ਦਿੱਤਾ।
ਅਖੀਰਲਾ ਵੇਲਾ ਆਇਆ ਜਦੋਂ ਅਜਾਮਲ ਜਦੋਂ ਮਰਨ ਲੱਗਾ ਤੇ ਬੋਲਿਆ, ਨਾਰਾਇਣ ਪੁੱਤਰ ਪਾਣੀ ਦੇ ਦੇ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੇ ਜਹ ਮਰੈ। ਬਦਤ ਲੋਚਨ ਤੇ ਨਰ ਮੁਕਤਾ, ਪਿਤਾੰਬਰ ਵਾਂਕੈ ਹਿਰਦੈ ਵਸੈ। ਅੰਤਲੇ ਵੇਲੇ ਨਾਰਾਇਣ ਬੋਲਿਆ, ਪਰਮਾਤਮਾ ਨੇ ਮੁਕਤ ਕਰ ਦਿੱਤਾ। ਸੋ ਖਾਲਸਾ ਜੀ ਜੋ ਵੀ ਨਾਮ ਜਪਦਾ ਹੈ, ਪੜਿਆ ਅਨਪੜਿਆ ਪਰਮਗਤ ਭਾਵੈ। ਕੋਈ ਪੜਿਆ ਹੋਵੇ ਅਨਪੜਿਆ ਹੋਵੇ, ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਧਰਮ ਦਾ। ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ, ਨਾਮ ਜਪਣ ਵਾਲੇ ਸਾਰੇ ਹੀ ਮੁਕਤ ਹੋਣਗੇ। ਇਹ ਨਹੀਂ ਕਿ ਖਾਲੀ ਸਿੱਖ ਮੁਕਤ ਹੋਣਗੇ ਜਾਂ ਹਿੰਦੂ ਮੁਕਤ ਹੋਣਗੇ, ਮੁਸਲਮਾਨ ਹੋਣਗੇ। ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਜਿਹਦੇ ਕੋਲ ਸ਼ੁਭ ਅਮਲ ਨਹੀਂ ਨਾ ਹੋਣਗੇ, ਉਹ ਬੰਦੇ ਨੂੰ ਅੱਗੇ ਰੋਣਾ ਪਵੇਗਾ। ਇਹ ਗੁਰਬਾਣੀ ਦਾ ਹਵਾਲਾ ਹੈ। ਸੋ ਮਹਾਰਾਜ ਕਹਿ ਰਹੇ ਨੇ, ਮਾਰੇ ਰੇਤ ਪਰ ਸਿਮੇਤ ਸੰਤ ਦੇਵੈ ਜੁਗ ਪਲਟਾਏ। ਯੁੱਗ ਪਲਟਾ ਸਕਦੇ ਨੇ ਪੂਰਾ ਦਾ ਪੂਰਾ ਸੰਤ ਭਗਤ ਜਨ। ਜੇ ਤਾਰੂ ਸਿੰਘ ਨੇ ਬਚਨ ਕੀਤਾ ਉਹ ਸੱਚ ਹੋਵੇਗਾ। ਹੁਣ ਗੁਰੂ ਖਾਲਸੇ ਦਾ ਬਚਨ ਸੁਣੋ। ਸੋ ਸੰਤ ਅਬ ਖਾਲਸੋ ਦੇਖਿਓ ਹਮ ਪ੍ਰਤਿਆਏ। ਨਵਾਬ ਕਪੂਰ ਸਿੰਘ ਜੀ ਕਹਿੰਦੇ ਵੀ ਉਹੀ ਸੰਤ ਰੂਪ ਹੁਣ ਪੰਜ ਪਿਆਰੇ ਵੀ ਨੇ। ਜੋ ਪਈ ਉਸੀ ਖਾਲਸਾ ਮੈਂ ਸ਼ਰਨ ਆਇਓ। ਖਾਲਸੇ ਦੀ ਸ਼ਰਨ ਤੁਸੀਂ ਲਈ ਹੈ ਸੁਬੇਗ ਸਿੰਘ ਜੀ ਜ਼ਕਰੀਆ ਖਾਨ ਦੇ ਵੱਲੋਂ ਆ ਕੇ। ਚਹੀਏ ਤੈ ਕਛ ਪਰਚਾ ਲਾਇਓ। ਹੁਣ ਅਸੀਂ ਚਾਹੁੰਦੇ ਹਾਂ ਉਹਨੂੰ ਤਨਖਾਹ ਲਾਈਏ। ਆਪਣੇ ਗੁਰ ਕੀ ਲਾਜ ਨਿਭਾਹਾ। ਆਪਣੇ ਗੁਰੂ ਨੂੰ, ਗੁਰੂ ਦੇ ਸਿੱਖ ਦੇ ਉੱਤੇ ਜੋ ਕਹਿਰ ਹੋਇਆ ਉਸ ਦਾ ਬਦਲਾ ਵੀ ਲਵਾਂਗੇ। ਮੈਨੂੰ ਕਸ਼ਟੋਂ ਕਿਵੇਂ ਬਚਾਹਾ। ਪਰ ਉਸ ਨੂੰ ਕਸ਼ਟ ਤੋਂ ਨਹੀਂ ਬਚਾਵਾਂਗੇ। ਉਸ ਨੂੰ ਜੋ ਕਸ਼ਟ ਆਣਾ ਹੈ 20 ਦਿਨ ਬਾਅਦ ਮੌਤ ਆਣੀ ਹੈ, ਉਸ ਤੋਂ ਨਹੀਂ ਬਚਾਵਾਂਗੇ। ਪਰ ਹੁਣ ਉਸਨੇ ਜੋ ਕਿਹਾ ਮੇਰੇ ਢਿੱਡ ਦੇ ਪਿਸ਼ਾਬ ਦਾ ਬੰਨ ਖੁੱਲ ਜਾਵੇ, ਉਹ ਖੋਲ ਦਵਾਂਗੇ। ਜੀ ਮੂਨ ਦੁਸ਼ਟ ਸੀ ਮੈਨੂੰ ਕਹੀ। ਉਸਨੇ ਜਿਸ ਤਰ੍ਹਾਂ ਖਾਲਸੇ ਨੂੰ ਕਹੀ ਸੀਗੀ ਗੱਲ, ਸਗਲ ਖਾਲਸੇ ਸੋ ਕਹਿ ਦੇਈ। ਸੋ ਖਾਲਸੇ ਨੇ ਹੁਣ ਕਹਿ ਦਿੱਤੀ। ਉਹ ਤਾਰੂ ਸਿੰਘ ਤੋਂ ਕੁਛ ਆਇਆ। ਭਾਈ ਤਾਰੂ ਸਿੰਘ ਜੀ ਨੇ ਹੁਣ ਖਾਲਸੇ ਕੋ ਅਦਬ ਸੁਨਾਇਆ। ਖਾਲਸੇ ਦਾ ਅਦਬ ਖਾਲਸੇ ਨੇ ਆਪ ਹੀ ਤਾਰੂ ਸਿੰਘ ਦੇ ਬਚਨ ਦੁਹਰਾਏ। ਫਿਰ ਹੋਰ ਕਿਸੇ ਕੋ ਮਨੈ ਨਾ ਤਾਣ। ਹੋਰ ਕਿਸੇ ਦਾ ਤਾਣ ਨਹੀਂ ਮੰਨਿਆ ਖਾਲਸੇ ਨੇ। ਕੋਈ ਐ ਨਹੀਂ ਦੇਖਿਆ ਵੀ ਨਵਾਬ ਜਿਹੜਾ ਬਹੁਤ ਵੱਡਾ ਅਫਸਰ ਹੈ। ਖਾਲਸੇ ਕੋ ਚਾਹੇ ਰਾਖਿਓ ਮਾਣ। ਖਾਲਸੇ ਨੇ ਆਪਣਾ ਮਾਣ ਰੱਖਿਆ, ਗੁਰੂ ਦਾ ਮਾਣ ਰੱਖਿਆ ਤੇ ਹੁਕਮ ਲਾਇਆ। ਖਾਲਸੇ ਉੱਤੇ ਗੁੱਸਾ ਨਾ ਹੋਏ। ਖਾਲਸੇ ਦੇ ਉੱਤੇ ਨਵਾਬ ਕਪੂਰ ਸਿੰਘ ਨੂੰ ਕਿਸ ਗੱਲ ਦਾ ਹੁਣ ਗੁੱਸਾ ਹੋਣਾ ਸੀ? ਸੁਬੇਗ ਸਿੰਘ ਕਹਿੰਦਾ ਵੀ ਤੁਸੀਂ ਜੋ ਸਜ਼ਾ ਲਾਓਗੇ ਉਹ ਲੈਣ ਨੂੰ ਤਿਆਰ ਹੈ। ਨਹੀਂ ਖਾਲਸੇ ਮੰਨ ਲੈ ਸੋਏ। ਖਾਲਸਾ ਜੋ ਕਹੇਗਾ ਸੁਬੇਗ ਸਿੰਘ ਜੀ ਕਹਿੰਦੇ ਉਹ ਮੰਨੇਗਾ ਜ਼ਕਰੀਆ। ਜੋ ਕਿਛ ਖਾਲਸਾ ਆਛੋ ਹੋਈ। ਜੋ ਵੀ ਖਾਲਸਾ ਕਰੇਗਾ ਉਹ ਸੱਤ ਕਰਕੇ ਮੰਨੇਗਾ ਜ਼ਕਰੀਆ। ਨਗਰ ਤਾਰੂ ਸਿੰਘ ਆਛੋ ਸੋਈ। ਤਾਰੂ ਸਿੰਘ ਜੀ ਨੇ ਵੀ ਉਹ ਅੱਛਾ ਲੱਗੇਗਾ ਜੋ ਖਾਲਸੇ ਦਾ ਹੁਕਮ ਹੋਵੇਗਾ। ਤਾਰੂ ਸਿੰਘ ਤੇ ਡਰੋ ਸੋ ਨਾਹੀ। ਤਾਰੂ ਸਿੰਘ ਜੀ ਤੋਂ ਵੀ ਭਾਈ ਸੁਬੇਗ ਸਿੰਘ ਜੀ ਕਹਿੰਦੇ ਵੀ ਤੁਹਾਨੂੰ ਰਹਿਨੁਮਾਈ ਦਿੱਤੀ ਹੈ ਬਈ ਜੋ ਤੁਹਾਡਾ ਹੁਕਮ ਹੋਵੇਗਾ ਭਾਈ ਤਾਰੂ ਸਿੰਘ ਵੀ ਪ੍ਰਵਾਨ ਕਰਨਗੇ। ਸੁਬੇਗ ਸਿੰਘ ਜੋ ਆਖ ਸੁਨਾਈ। ਸੁਬੇਗ ਸਿੰਘ ਜੀ ਨੇ ਸਾਰੇ ਬਚਨ ਜਦੋਂ ਕਹੇ ਸੰਗਤ ਵਿੱਚ, ਤਬੈ ਖਾਲਸੇ ਬਾਤ ਵਿਚਾਰੀ। ਖਾਲਸੇ ਨੇ ਸਾਰੀ ਗੱਲ ਸੁਣ ਕੇ ਨਵਾਬ ਕਪੂਰ ਸਿੰਘ ਹੋਰਾਂ ਨੇ ਮਾਨਵ ਵੇ ਜੋ ਕਹੀ ਹਮਾਰੀ। ਇਸ ਪ੍ਰਕਾਰ ਮੰਨਿਆ। ਫਿਰ ਸਭ ਸਿੰਘਾਂ ਨੇ ਮਤਾ ਪਕਾਇਆ। ਸਾਰੇ ਸਿੰਘਾਂ ਨੇ ਆਪਸ ਦੇ ਅੰਦਰ ਪੱਕੀ ਸਲਾਹ ਕਰ ਲਈ ਵੀ ਆਹ ਤਨਖਾਹ ਲਾਣੀ ਹੈ। ਗੁਰੂ ਖਾਲਸੇ ਐਸ ਠਰਾਇਆ। ਗੁਰੂ ਖਾਲਸੇ ਨੇ ਫਿਰ ਦੋਰਾ ਪਹਿਲੇ ਜੋ 12 ਮਾਜਰੇ ਥੇ ਅੰਮ੍ਰਿਤਸਰ ਸਾਥ। ਕਹਿੰਦੇ ਸਭ ਤੋਂ ਪਹਿਲਾਂ ਨਾ ਉੱਥੇ ਨਵਾਬ ਕਪੂਰ ਸਿੰਘ ਜੀ ਬੈਠੇ ਸੀਗੇ ਤੇ ਪੰਜਾਂ ਪਿਆਰਿਆਂ ਦੇ ਅੰਦਰੋਂ ਨਾ ਇੱਕ ਸਿੰਘ ਬੋਲੇ। ਕਹਿੰਦੇ ਵੀ 12 ਮਾਂਜਰੇ ਪਿੰਡ ਆਉਂਦੇ ਸੀਗੇ ਅੰਮ੍ਰਿਤਸਰ ਦੇ ਕੋਲ। ਜਿਵੇਂ ਹੁਣ ਤੁਸੀਂ ਲਾ ਲਓ ਵੀ ਤਰਨਤਾਰਨ ਇੱਕ ਪੂਰਾ ਪਿੰਡ ਹੈ, ਉਸ ਤਰ੍ਹਾਂ ਹੀ ਬਾਸਰਕੇ ਇੱਕ ਪੂਰਾ ਪਿੰਡ ਹੈ, ਗੋਇੰਦਵਾਲ ਇੱਕ ਪੂਰਾ ਪਿੰਡ ਹੈ। 12 ਪਿੰਡ ਆਉਂਦੇ ਸੀਗੇ। ਪਰ ਨਵਾਬ ਜ਼ਕਰੀਆ ਖਾਨ ਨੇ ਆਪਣੀ ਬੇਟੀ ਤੇ ਜਵਾਈ ਦੇ ਨਾਂ ਕਰ ਲਏ ਸੀ ਤੇ ਸਿੰਘਾਂ ਨੂੰ ਸਿਰਫ 12 ਕਿੱਲੇ ਦੇ ਦਿੱਤੇ ਸੀਗੇ ਬਈ ਅੰਮ੍ਰਿਤਸਰ ਦੀ ਜ਼ਮੀਨ ਹੈ। ਸਭ ਤੋਂ ਪਹਿਲਾਂ ਤਾਂ ਇੱਕ ਸਿੰਘ ਬੋਲਿਆ ਉੱਠ ਕੇ ਬਈ ਇਹਨਾਂ ਤੋਂ 12 ਪਿੰਡ ਵਾਪਸ ਲਵੋ। ਛੋਟੇ ਲੈ ਕੇ ਵੱਡੇ ਦੇ ਉੱਠ ਕੇ ਆਪਣੇ ਹੱਥ। ਸਾਨੂੰ 12 ਕਿੱਲੇ ਦੇ ਕੇ 12 ਪਿੰਡ ਖੋਲੇ ਸੀਗੇ, ਉਹ ਵਾਪਸ ਲੈ ਲਓ। ਜੋ ਭਾਈ ਖਾਨ ਬਹਾਦਰ ਖਾਨੋ ਭੈਣ। ਖਾਨ ਬਹਾਦਰ ਨੇ ਆਪਣੀ ਜੋ ਭੈਣ ਹੈ ਖਾਨੂ, ਵਸੈ ਫਰਜਲਾ ਖਾ ਕੇ ਆਇਨ। ਫਰਜੁਲਾ ਖਾਂ ਉਸਦਾ ਨਾਮ ਰੱਖ ਦਿੱਤਾ ਜਗ੍ਹਾ ਦਾ। ਉਹ ਪਿੰਡ ਵੀ ਦੇ ਦਿੱਤੇ 12 ਦੇ 12। ਫਰਜੁਲਾ ਖਾਨ, ਫਰਜੁਲਾ ਜਗ੍ਹਾ ਦਾ ਨਾਮ ਰੱਖ ਦਿੱਤਾ। ਆਪਣੇ ਜੋ ਘਰ ਦੇ ਅੰਦਰ ਭੈਣ ਦਾ ਘਰਲਾ ਸੀ ਉਹਦੇ ਨਾਂ ਦੇ ਉੱਤੇ ਫਰਜਲਾਪੁਰ ਤੇ ਗ੍ਰਾਮ ਵਸਾਇਆ। ਫਰਜਲਾਪੁਰ ਨਗਰ ਦਾ ਨਾਮ ਰੱਖ ਦਿੱਤਾ। ਸਾਡੇ 12 ਪਿੰਡ ਖੋਲੇ। ਨਵਾਬ ਕਪੂਰ ਸਿੰਘ ਥੋ ਵਸਾਇਆ। ਨਵਾਬ ਕਪੂਰ ਸਿੰਘ ਜੀ ਨੇ ਕਿਹਾ ਵੀ ਸਭ ਤੋਂ ਪਹਿਲਾਂ ਤਾਂ ਉਹ ਖਾਲਸੇ ਚੋਂ ਇੱਕ ਸਿੰਘ ਦਾ ਹੁਕਮ ਆਇਆ ਵੀ ਉਹ 12 ਪਿੰਡ ਵਾਪਸ ਲਏ ਜਾਣ, ਇਸ ਕੋ ਪਟੋ ਦਿਓ ਕਲਾਏ। ਕਿਉਂਕਿ ਉਹ 12 ਪਿੰਡ
ਪਿੰਡਾਂ ਦੇ ਅੰਦਰ ਕਿੰਨੀ ਸੰਗਤ ਰਹਿੰਦੀ ਸੀਗੀ। ਉਹ ਸੰਗਤ ਦੇ ਦੇਖਦੇ ਹੋਏ ਉਹ ਸਿੰਘ ਨੇ ਬਚਨ ਕਹੇ, ਜਦੋਂ ਉਸ ਦਾ ਪੱਠਾ ਖੁਲਵਾਓ ਤੇ 12 ਪਿੰਡ ਸਾਨੂੰ ਵਾਪਸ ਕਰੋ ਸਿੰਘਾਂ ਨੂੰ, ਸਿੰਘਪੁਰੋਂ ਤਿਸ ਨਾਮ ਧਰਾਏ। ਤੇ ਉਹਦਾ ਨਾਂ ਸਿੰਘਪੁਰਾ ਰੱਖੋ, ਕਿਉਂਕਿ ਸਿੰਘਪੁਰਾ ਨਵਾਬ ਕਪੂਰ ਸਿੰਘ ਜੀ ਦੀ ਮਾਤਾ ਦਾ ਨਾਂ ਸੀਗਾ। ਸੁਨ ਕਪੂਰ ਸਿੰਘ ਗੁੱਸਾ ਕੀਆ। ਪਰ ਕਪੂਰ ਸਿੰਘ ਜੀ ਜਥੇਦਾਰ ਸੀਗੇ, ਉਹਨਾਂ ਨੇ ਕਿਹਾ ਵੀ ਮੇਰੀ ਮਾਤਾ ਦੇ ਨਾਂ ਦੇ ਉੱਤੇ ਕਿਉਂ ਪਿੰਡਾਂ ਦਾ ਨਾਂ ਹੋਵੇਗਾ, ਬਈ ਨਾ, ਸਾਨੂੰ ਇਹ ਗੱਲ ਪ੍ਰਵਾਨ ਨਹੀਂ, ਇਹ ਗੱਲ ਦੀ ਪਹਿਲ ਨਾ ਰੱਖੋ। ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਬਦਲੇ ਅਸੀਂ ਜ਼ਕਰੀਆ ਖਾਨ ਨੂੰ ਮਾਫ ਕਰ ਰਹੇ ਹਾਂ, ਜਾਂ ਉਹਦੇ ਪਿਸ਼ਾਬ ਦਾ ਬੰਨ ਖੁੱਲ ਰਿਹਾ, ਉਹਦੇ ਲਈ ਜ਼ਮੀਨ ਨਾ ਮੰਗੋ, ਔਰ ਉਹ ਵੀ ਤੁਸੀਂ ਮੇਰੀ ਮਾਤਾ ਦੇ ਨਾਂ ਦੇ ਉੱਤੇ ਬਿਲਕੁਲ ਨਹੀਂ ਲੈਣੀ। ਮੰਗਿਓ ਰਾਜ ਕਿਨ ਹਮਕੋ ਦਿਆ। ਕਹਿੰਦੇ ਅਸੀਂ ਤੇ ਖਾਲਸੇ ਆ, ਅਸੀਂ ਰਾਜ ਕਰਨ ਲਈ ਆਏ ਆ, ਸਾਨੂੰ ਜ਼ਕਰੀਆ ਖਾਨ ਕੌਣ ਹੁੰਦਾ 12 ਪਿੰਡ ਦੇਣ ਵਾਲਾ। ਖਾਲਸਾ ਜੀ ਇੱਕ ਬਚਨ ਯਾਦ ਆ ਗਿਆ ਮਹਾਂਪੁਰਖਾਂ ਦਾ। ਅੰਗਰੇਜ਼ ਦਰਬਾਰ ਸਾਹਿਬ ਦੇ ਅੰਦਰ ਫੋਟੋ ਬਣਾ ਰਿਹਾ ਸੀ ਗੋਲਡਨ ਟੈਂਪਲ ਦੀ। ਦਰਬਾਰ ਸਾਹਿਬ ਦੇ ਅੰਦਰ ਫੋਟੋ ਬਣਾ ਰਿਹਾ ਸੀ ਬੈਠ ਕੇ, 1850 ਤਕਰੀਬ ਦੀ ਗੱਲ ਹੈ। ਤੇ ਜਦੋਂ ਫੋਟੋ ਬਣਾ ਰਿਹਾ ਸੀਗਾ, ਉਹ ਦੇਖ ਕੇ ਤੇ ਉਸਨੇ ਆਪਣਾ ਪੇਂਟ ਬ੍ਰਸ਼ ਨਾ ਮੂੰਹ 'ਚ ਪਾ ਲਿਆ, ਤੇ ਇੱਕ ਨਿਹੰਗ ਸਿੰਘ ਨੇ ਦੇਖਿਆ, ਕਹਿੰਦਾ ਵੀ ਉੱਤੇ ਬੈਠ ਕੇ ਜਗਤ ਝੂਠ ਪੀ ਰਿਹਾ। ਉਹਨੂੰ ਲੱਗਿਆ ਵੀ ਸਿਗਰਟ ਪੀ ਰਿਹਾ ਆਪਣੀ, ਕਿ ਖਾਲਸਾ ਜਗਤ ਝੂਠ ਬੋਲਦਾ। ਤਨਕ ਤੰਬਾਕੂ ਸੇਵੀਐ ਦੇਵ ਪਿਤਰ ਤਜ ਜਾਏ, ਪਾਣੀ ਤਿਸਕੇ ਹਾਥ ਕਾ ਮਧੁਰਾ ਸਮ ਹੋ ਜਾਏ। ਜਿਹੜਾ ਬੰਦਾ ਥੋੜਾ ਜਿਹਾ ਵੀ ਤੰਬਾਕੂ ਖਾਂਦਾ ਹੈ ਨਾ, ਗ੍ਰੰਥਾਂ ਦੇ ਅੰਦਰ ਇਹ ਗੱਲ ਲਿਖੀ ਹੈ, ਤਨਕ ਤੰਬਾਕੂ ਸੇਵੀਐ ਦੇਵ ਪਿਤਰ ਤਜ ਜਾਏ, ਉਸਨੂੰ ਦੇਵਤੇ ਤੇ ਉਹਦੇ ਪਿੱਤਰ ਛੱਡ ਕੇ ਚਲੇ ਜਾਂਦੇ ਨੇ। ਪਾਣੀ ਤਿਸਕੇ ਹੱਥ ਕਾ ਮਧੁਰਾ ਸਮ ਹੋ ਜਾਏ, ਉਹਦੇ ਹੱਥ ਦਾ ਪਾਣੀ ਵੀ ਪੀਣਾ ਸ਼ਰਾਬ ਦੇ ਬਰਾਬਰ ਹੈ, ਜਿਹੜਾ ਬੰਦਾ ਤੰਬਾਕੂ ਖਾਂਦਾ ਹੋਵੇ। ਇਹ ਸਨਾਤਨ ਧਰਮ ਦੇ ਗ੍ਰੰਥਾਂ ਦੀ ਗੱਲ ਹੈ, 10ਵੇਂ ਪਾਤਸ਼ਾਹ ਨੇ ਵੀ ਪ੍ਰਵਾਨ ਕੀਤਾ ਸੀ। ਸੋ ਰਹੋ ਵਿਚਾਰ। ਉਹ ਅੰਗਰੇਜ਼ ਨੂੰ ਜਦੋਂ ਦੇਖਿਆ ਨਿਹੰਗ ਸਿੰਘ ਨੇ, ਉਸਨੇ ਨਾ ਉੱਪਰ ਹੀ ਚੜ ਗਿਆ ਦਿਉੜੀ ਦੇ ਉੱਤੇ, ਤੇ ਦਿਉੜੀ ਦੇ ਉੱਤੇ ਚੜ ਕੇ ਉਹ ਗੋਰੇ ਨੂੰ ਟੋਪੀ ਤੋਂ ਲਾ ਕੇ ਧੌਣ ਤੋਂ ਫੜ ਕੇ ਕਿਰਪਾਨ ਜ਼ੋਰ ਦੇ ਖਿੱਚ ਕੇ ਉਹਦਾ ਗਾਟਾ ਹੀ ਲਾਣ ਲੱਗਾ ਦਰਬਾਰ ਸਾਹਿਬ ਦੀ ਪਰਿਕਰਮਾ 'ਚ। ਇੰਨੀ ਦੇਰ ਨੂੰ ਹੈਡ ਗ੍ਰੰਥੀ ਸਾਹਿਬ ਭੱਜੇ ਆਏ ਸੰਤ ਸਿੰਘ ਜੀ। ਉਹਨਾਂ ਨੇ ਆ ਕੇ ਸਿੰਘ ਨੂੰ ਠੰਡਾ ਕੀਤਾ ਵੀ ਭਾਈ ਰੁਕ, ਗੱਲ ਤਾਂ ਦੱਸ। ਉਹਨੇ ਕਿਹਾ ਵੀ ਗੁਰੂ ਖਾਲਸੇ ਦਾ ਰਾਜ ਹੈ। ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸਾਡਾ ਰਾਜ ਨਹੀਂ ਹੈ, ਅੰਗਰੇਜ਼ਾਂ ਦਾ ਰਾਜ ਆ ਗਿਆ। ਉਹ ਕਹਿੰਦੇ ਵੀ ਗੁਰੂ ਖਾਲਸੇ ਦਾ ਰਾਜ ਹੈ, ਸਾਡੀ ਧਰਤੀ ਦੇ ਉੱਤੇ ਗੋਰਾ ਆ ਕੇ ਤੰਬਾਕੂ ਪੀ ਰਿਹਾ। ਉਹ ਸਿੰਘ ਸਾਹਿਬ ਨੇ ਗੋਰੇ ਦੇ ਨਾਲ ਅੰਗਰੇਜ਼ੀ 'ਚ ਗੱਲ ਕੀਤੀ ਤੇ ਨਿਹੰਗ ਸਿੰਘ ਨੂੰ ਸਮਝਾਇਆ, ਤੇ ਜਦੋਂ ਨਿਹੰਗ ਸਿੰਘ ਨੂੰ ਸਾਰੀ ਗੱਲ ਦੱਸੀ, ਉਹਨਾਂ ਨੇ ਕਿਹਾ ਵੀ ਇਹ ਚਿੱਤਰ ਬਣਾ ਰਿਹਾ ਸੀਗਾ ਦਰਬਾਰ ਸਾਹਿਬ ਦੀ ਫੋਟੋ ਦਾ। ਤੇ ਉੱਥੇ ਨਿਹੰਗ ਸਿੰਘ ਜੀ ਨੇ ਬਹੁਤ ਸੁੰਦਰ ਗੱਲ ਕਹੀ। ਉਹ ਕਹਿੰਦਾ ਫਿਰ ਗੁਰੂ ਖਾਲਸੇ ਨੂੰ ਪੁੱਛ ਕੇ ਬਣਾਵੇ ਨਾ ਫੋਟੋ, ਸਾਡੇ ਘਰ ਦੀ ਫੋਟੋ ਹੈ, ਸਾਡੇ ਤੋਂ ਬਿਨਾਂ ਪੁੱਛੇ ਕਿੱਦਾਂ ਬਣਾ ਰਿਹਾ। ਉਹਨਾਂ ਨੂੰ ਸੀ ਵੀ ਸਾਡਾ ਹੀ ਰਾਜ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ। ਨਵਾਬ ਕਪੂਰ ਸਿੰਘ ਜੀ ਕਹਿ ਰਹੇ ਨੇ ਵੀ ਤੁਸੀਂ 12 ਪਿੰਡ ਕਿਸ ਤੋਂ ਮੰਗ ਰਹੇ ਹੋ? ਸਗਲੀ ਧਰਤੀ ਸਾਧ ਕੀ ਤਸਕਰ ਬੈਠੇ ਆਏ। ਅਰੇ ਤਸਕਰ ਝੂਠੇ ਬੰਦੇ ਜ਼ਕਰੀਆ ਖਾਨ ਵਰਗੇ ਬੈਠੇ ਆਏ ਨੇ। ਖਾਲਸੇ ਦਾ ਰਾਜ ਹੈ, ਸਭੇ ਪਿੰਡ ਅਬ ਹੋਏ ਹਮਾਰੇ। ਸਾਰੇ ਹੀ ਪਿੰਡ ਸਾਡੇ ਨੇ, 12 ਪਿੰਡ ਨਹੀਂ ਨੇ ਸਾਡੇ। ਅਬ ਹਮ ਲਹਿ ਲਾਹੌਰ ਮਾਰੇ। ਅਸੀਂ ਲਾਹੌਰ ਨੂੰ ਮਾਰ ਕੇ ਪੂਰੇ ਦਾ ਪੂਰਾ ਲਾਹੌਰ ਹੀ ਲੈ ਲੈਣਾ ਹੈ। ਅਬ ਜੋ ਹਮੇ ਗੁਰਬਚਨ ਸੁਨਾਏ। ਗੁਰੂ ਸਾਹਿਬ ਮਹਾਰਾਜ ਦੇ ਬਚਨ ਨੇ, ਇਨ ਸਿੰਘਨ ਦੇਉ ਪਾਤਸ਼ਾਹੀ, ਯਾਦ ਕਰਾਂ ਹਮਰੀ ਗੁਰਿਆਈ। ਕਹਿੰਦੇ ਸਿੰਘਾਂ ਨੂੰ ਪਾਤਸ਼ਾਹੀ ਦੇਣੀ ਹੈ ਧਰਤੀ ਦੇ ਉੱਤੇ, ਕਿ ਸਿੰਘ ਵੀ ਯਾਦ ਕਰਨਗੇ ਵੀ 10ਵੇਂ ਪਾਤਸ਼ਾਹ ਗੁਰੂ ਹੋਏ ਨੇ। ਮਰਨ ਕਾਲ ਕੇ ਦੁੱਖ ਸੰਤਾਏ। ਮਰਨੇ ਕਾਲ ਦਾ ਜਿਹੜਾ ਦੁੱਖ ਸੀਗਾ ਉਹ ਸੰਤਾਉਂਦਾ ਹੈ ਜ਼ਕਰੀਆ ਖਾਨ ਨੂੰ। ਮਰਨ ਕਾਲ ਕੋ ਦੁੱਖ ਹੈ ਭਾਰੀ। ਮਰਨੇ ਕਾਲ ਦਾ ਦੁੱਖ ਤਾਂ ਭਾਰੀ ਹੈ, ਕੋਈ ਗੱਲ ਨਹੀਂ, ਹੁਣ ਉਹਨੂੰ ਸਹਾਰਨ ਦਵੋ। ਨਵਾਬ ਕਪੂਰ ਸਿੰਘ ਐਸ ਪੁਚਾਰੀ। ਨਵਾਬ ਕਪੂਰ ਸਿੰਘ ਨੇ ਕਿਹਾ 12 ਪਿੰਡ ਨਹੀਂ ਲੈਣੇ, ਮੇਰੀ ਮਾਤਾ ਦੇ ਨਾਂ ਦੇ ਉੱਤੇ ਪਿੰਡ ਦਾ ਨਾਂ ਵੀ ਨਹੀਂ ਰੱਖਣਾ। ਜਨਮ ਮਰਨ ਜਗ ਦੁੱਖ ਦੋ ਆਹੀ। ਜਨਮ ਤੇ ਮਰਨ ਜਿਹੜਾ ਦੁੱਖ ਹੈ ਉਹ ਆਂਦਾ ਹੀ ਹੈ। ਬਾਅਦ ਚੋਂ ਜਦੋਂ ਖਾਲਸੇ ਨੇ ਲਾਹੌਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਝੰਡਾ ਲਹਿਰਾਇਆ ਸੀ ਨਾ, ਤੇ ਉਸ ਜਗ੍ਹਾ ਦਾ ਨਾਮ ਸਿੰਘਪੁਰਾ ਹੀ ਰੱਖਿਆ ਸੀਗਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੀ ਇਤਿਹਾਸ ਰੋਜ਼ ਸੁਣਦੇ ਸੀ, ਦਸਮ ਦਾ ਪਾਠ ਸੁਣਦੇ ਸੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਸੀ। ਐਸਾ ਜ਼ਿਕਰ ਉਹਨਾਂ ਦੇ ਇਤਿਹਾਸ ਦੇ ਅੰਦਰ, ਉਹਨਾਂ ਦੀ ਰਚਨਾਵਾਂ 'ਚ ਮਿਲਦਾ ਹੈ। ਜਾਂ ਤੇ ਸਤਿਗੁਰ ਹੋਏ ਸਹਾਈ। ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਹਾਈ ਹੋਣ ਸਾਡੇ। ਦੋਹਰਾ ਇਮਤਨ ਸ੍ਰੀ ਗੁਰੂ ਗ੍ਰੰਥ ਕੋ ਲਿਓ ਆਸਰੋ ਆਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮਨਾਮਾ ਲਿਆ, ਦੇਖ ਕੀਤੀ ਫਿਰ। ਇਤਨੀ ਖਾਤਰ ਦੁਸ਼ਟ ਕੋ ਤੀਜੇ ਪ੍ਰਚਾ ਦਿਖਾਏ। ਫਿਰ ਜਾ ਕੇ ਜਦੋਂ ਹੁਕਮਨਾਮਾ ਆਇਆ, ਫਿਰ ਜੋ ਪਈ ਦੁਸ਼ਟ
ਬਖਸ਼ਨੋ ਬੜੋ ਅਜੋਗ। ਮਹਾਰਾਜ ਉੱਥੇ ਕਪੂਰ ਸਿੰਘ ਜੀ ਕੇ ਨਵਾਬ ਕਪੂਰ ਸਿੰਘ ਬੋਲੇ, ਕਹਿੰਦੇ ਵੀ ਦੁਸ਼ਟ ਨੂੰ ਬਖਸ਼ਣਾ ਯੋਗ ਨਹੀਂ, ਗੁਰ ਕੇ ਬਚਨ ਰੱਖਿਓ ਪਰ ਰੱਖਣ ਭਇਓ ਜੋਗ। ਪਰ ਗੁਰੂ ਦੇ ਬਚਨ ਰੱਖਣ ਯੋਗ ਨੇ ਹਮੇਸ਼ਾ ਹੀ। ਪੰਜ ਸਿੰਘ ਤਬ ਸਿੰਘਨ ਉਠਾਏ, ਸਿੰਘਾਂ ਨੇ ਪੰਜ ਸਿੰਘ ਖੜੇ ਕਰ ਲਿੱਤੇ। ਨਵਾਬ ਕਪੂਰ ਸਿੰਘ ਜੀ ਥੱਲੇ ਖੜੇ ਹੋ ਗਏ, ਪੰਜਾਂ ਸਿੰਘਾਂ ਨੂੰ ਉੱਪਰ ਤਖਤ ਤੇ ਖੜਾ ਕਰ ਦਿੱਤਾ। ਦੇਖੈ ਦੇਈ ਅਰਦਾਸ ਕਰਾਏ, ਪੰਜਾਂ ਸਿੰਘਾਂ ਨੇ ਜਦੋਂ ਅਰਦਾਸ ਕਰਕੇ ਸਜ਼ਾ ਸੁਣਾਈ, ਤਾਰੂ ਸਿੰਘ ਕੀ ਜੂਤਨ ਸਾਥ। ਕਹਿੰਦੇ ਤਾਰੂ ਸਿੰਘ ਜੀ ਦੀ ਜੁੱਤੀ ਜਿਹੜੀ ਹੈ ਉਹ ਲੈ ਲਵੋ। ਨਵਾਬ ਲਵਾਵੈ ਸਿੰਘ ਕੈ ਹਾਥ, ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਜੀ ਕਹਿੰਦੇ ਵੀ ਸਿੰਘ ਦੇ ਹੱਥ ਲਵਾ ਕੇ ਉਹ ਜੁੱਤੀ ਤਾਰੂ ਸਿੰਘ ਦੇ ਪਵਾਈ ਜਾਵੇ। ਤੇ ਪਿਛਾੜ ਨਵਾਬ ਸੁਖ ਹੋਏ, ਉਸ ਤੋਂ ਬਾਅਦ ਉਹ ਜੁੱਤੀਆਂ ਜਿਹੜੀਆਂ ਨੇ ਰੋਜ਼ ਦੀਆਂ 100 ਮਾਰਦੀਆਂ ਨੇ ਸਿਰ ਦੇ ਉੱਤੇ, ਤਾਂ ਪਿਸ਼ਾਬ ਨਿਕਲਣਾ ਸ਼ੁਰੂ ਹੋਵੇਗਾ ਜ਼ਕਰੀਆ ਖਾਨ ਦਾ। ਫਿਰ ਮਰੈ ਤਾਰੂ ਸਿੰਘ ਆਗੈ ਸੋਏ, ਕਹਿੰਦੇ ਪਰ ਇੱਥੇ ਹੀ ਬਸ ਨਹੀਂ, ਰੋਜ਼ ਦੀਆਂ 100 ਜੁੱਤੀਆਂ ਮਾਰਨੀਆਂ ਨੇ, ਨਰਕਾਂ ਨੂੰ ਜਾਵੇਗਾ, ਅਖੀਰਲੇ ਮੌਤ ਪਾਵੇਗਾ 19 ਦਿਨ ਦੇ ਅੰਦਰ ਅੰਦਰ। ਤਾਰੂ ਸਿੰਘ ਕੀ ਆਗਿਆ ਪਾਓ, ਤਾਰੂ ਸਿੰਘ ਜੀ ਦੀ ਆਗਿਆ ਲਵੋ ਜੁੱਤੀ ਲੈਣ ਤੋਂ ਪਹਿਲਾਂ। ਉਹ ਨਵਾਬ ਕੇ ਜੁੱਤੀ ਛੁਆਓ, ਫੇਰ ਨਵਾਬ ਦੇ ਸਿਰ ਚੰਗੀ ਤਰ੍ਹਾਂ ਪੌੜਾ ਕਰੋ ਜੁੱਤੀਆਂ ਮਾਰ ਮਾਰ ਕੇ। ਤਾਰੂ ਸਿੰਘ ਕੀ ਆਗਿਆ ਬਾਜ, ਭਾਈ ਤਾਰੂ ਸਿੰਘ ਜੀ ਦੀ ਜੇ ਆਗਿਆ ਨਾ ਹੋਵੇ ਫੇਰ ਵੀ ਜੁੱਤੀ ਨਾ ਲਈ ਜਾਵੇ ਉਹਨਾਂ ਦੀ। ਕਰੋ ਨਾ ਕਛੂ ਨਿਭਾਵੈ ਕਾਜ, ਨਵਾਬ ਦਾ ਕੋਈ ਵੀ ਕਾਜ ਭਾਈ ਤਾਰੂ ਸਿੰਘ ਜੀ ਦੀ ਆਗਿਆ ਤੋਂ ਉਲੰਘਣਾ ਵਿੱਚ ਨਾ ਹੋਵੇ। ਗੁਰ ਬਚਨਨ ਖਾਤਰ ਯੋ ਕੀਓ, ਅਸੀਂ ਹੁਣ ਗੁਰੂ ਖਾਲਸਿਆਂ ਸਾਡੇ ਕੋਲ ਆਏ ਹੋ ਤੁਸੀਂ ਸੁਬੇਗ ਸਿੰਘ ਜੀ, ਨਵਾਬ ਕਪੂਰ ਸਿੰਘ ਦੀ ਅਰਜ਼ੀ ਲੈ ਕੇ ਸਾਡਾ ਇਹ ਹੁਕਮ ਹੈ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਮਾਰੀ ਜਾਏ ਨਵਾਬ ਜ਼ਕਰੀਆ ਖਾਨ ਦੇ ਸਿਰ ਵਿੱਚ। ਉਹ ਜੁੱਤੀ ਮਾਰਨ ਤੋਂ ਬਾਅਦ ਇੱਕ ਗੱਲ ਜ਼ਰੂਰ ਯਾਦ ਰੱਖਣੀ ਹੈ ਵੀ 100 ਜੁੱਤੀਆਂ ਮਾਰਨੀਆਂ, ਪਰ ਇਹ ਸਾਰੀ ਕਿਰਿਆ ਕਰਨ ਤੋਂ ਪਹਿਲਾਂ ਭਾਈ ਤਾਰੂ ਸਿੰਘ ਜੀ ਦੀ ਇਜਾਜ਼ਤ ਲੈਣੀ ਹੈ। ਤਾਰੂ ਸਿੰਘ ਕੋ ਯੋ ਕਹਿ ਦਿਓ, ਭਾਈ ਤਾਰੂ ਸਿੰਘ ਜੀ ਨੂੰ ਜਦੋਂ ਸਾਰੀ ਗੱਲ ਇਸ ਤਰ੍ਹਾਂ ਜਾ ਕੇ ਤੁਸੀਂ ਕਿਹੋ ਵੀ ਖਾਲਸੇ ਨੇ ਇਸ ਤਰ੍ਹਾਂ ਕਿਹਾ, ਉਸ ਤਰ੍ਹਾਂ ਹੀ ਭਾਈ ਸੁਬੇਗ ਸਿੰਘ ਜੀ ਨੇ ਸਾਰੀ ਗੱਲ ਕਹੀ ਜਾ ਕੇ। ਵੇਗ ਸਿੰਘ ਕੋ ਪੁਰਨਸ਼ ਕਰੀ, ਭਾਈ ਸੁਬੇਗ ਸਿੰਘ ਜੇ ਪੁਰਨਸ਼ ਦਾ ਅਰਥ ਹੁੰਦਾ ਵੀ ਛੇਤੀ ਦੇ ਤੁਰਤ ਹੀ ਪਹੁੰਚ ਗਏ। ਚਲਿਓ ਬਚਨ ਲੈ ਸਿਰ ਪਰ ਧਰੀ, ਹੁਕਮਨਾਮਾ ਸਿਰ ਦੇ ਉੱਤੇ ਰੱਖ ਕੇ ਪੰਜਾਂ ਪਿਆਰਿਆਂ ਦਾ। ਦੋਹਰਾ ਸੁਬੇਗ ਸਿੰਘ ਖਾਲਸੇ ਬਚਨ ਲੈ ਪਹੁੰਚਿਓ ਤਬੇ ਲਾਹੌਰ। ਲਾਹੌਰ ਵਿਖੇ ਜਦੋਂ ਪਹੁੰਚੇ ਭਾਈ ਸੁਬੇਗ ਸਿੰਘ ਹੁਕਮਨਾਮਾ ਲੈ ਕੇ, ਪ੍ਰਿਥਮੈ ਤਾਰੂ ਸਿੰਘ ਪੈ ਜਾ ਗਈ ਸਭੇ ਗਲ ਖੋਰ। ਖਾਲਸੇ ਦਾ ਹੁਕਮ ਮੰਨਿਆ ਭਾਈ ਤਾਰੂ ਸਿੰਘ ਜੀ ਇੱਕ ਦੀਵਾਰ ਦੇ ਨਾਲ ਆਪਣਾ ਸੀਸ ਟਿਕਾਇਆ ਹੋਇਆ ਸੀ, ਤੇ ਜਿਹੜਾ ਖੋਪਰਾ ਸੀ ਉੱਤੇ ਰੱਖਿਆ ਸੀ, ਸੀਸ ਚੋਂ ਖੂਨ ਨਿਚੜ ਰਿਹਾ ਸੀਗਾ, ਸਾਰੇ ਸੀਸ ਚੋਂ ਖੂਨ ਨਿਚੜ ਰਿਹਾ ਸੀ। ਭਾਈ ਤਾਰੂ ਸਿੰਘ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ, ਤੇ ਜਾ ਕੇ ਸਿੰਘ ਨੇ ਫਤਿਹ ਬੁਲਾਈ ਗੱਜ ਕੇ, ਤੇ ਗੁਰੂ ਖਾਲਸੇ ਦਾ ਹੁਕਮਨਾਮਾ ਪੜ੍ਹ ਕੇ ਸੁਣਾਇਆ। ਭਾਈ ਸੁਬੇਗ ਸਿੰਘ ਤੇ ਸਿੰਘ ਸੁਣ ਲਈ, ਸੁਬੇਗ ਸਿੰਘ ਜੀ ਤੋਂ ਸਾਰੀ ਗੱਲ ਸੁਣ ਲਈ ਤਾਰੂ ਸਿੰਘ ਜੀ ਨੇ। ਨਾਮ ਖਾਲਸੋ ਸੁਨ ਕੁਨਸ਼ ਕਈ, ਤੇ ਖਾਲਸੇ ਦੀ ਜਦੋਂ ਗੱਲ ਸੁਣੀ, ਫਿਰ ਭਾਈ ਤਾਰੂ ਸਿੰਘ ਜੀ ਨੇ ਕੋਈ ਵੀ ਉਸ ਗੱਲ ਦੇ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ, ਕਿਹਾ ਵੀ ਜਿਸ ਤਰ੍ਹਾਂ ਗੁਰੂ ਖਾਲਸੇ ਨੇ ਕਿਹਾ ਅਸੀਂ ਸਾਰੇ ਗੁਰੂ ਖਾਲਸੇ ਦੀ ਤਾਬਿਆ ਵਿੱਚ ਹਾਂ। ਖਾਲਸੇ ਪਰ ਸਭ ਦੇਹ ਕੁਰਬਾਨ, ਖਾਲਸੇ ਦੇ ਉੱਤੇ ਤੇ ਸਾਰਾ ਕੁਝ ਕੁਰਬਾਨ ਹੈ। ਭਲਾ ਖਾਲਸੇ ਕਰਨ ਕਰਾਨ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸੇ ਦਾ ਹੁਕਮ ਦੀ ਜ਼ਾਹਰੀ ਕਲਾ ਪ੍ਰਗਟ ਹੈ, ਖਾਲਸੇ ਦਾ ਜੋ ਹੁਕਮ ਹੈ ਉਹ ਵਾਹਿਗੁਰੂ ਦਾ ਹੁਕਮ ਹੈ। ਸਮੂਹ ਖਾਲਸੇ ਆਗਿਆ ਦੇਈ, ਸਾਰੇ ਖਾਲਸੇ ਨੂੰ ਫਿਰ ਆਗਿਆ ਦਿੱਤੀ। ਐਸੋ ਕੌਣ ਜੋ ਨਾਹੀ ਮਨਈ, ਐਸਾ ਕੌਣ ਸੀਗਾ ਜਿਹੜਾ ਨਹੀਂ ਮੰਨਦਾ ਗੁਰੂ ਖਾਲਸੇ ਦੀ ਗੱਲ। ਪੰਜ ਸਿੱਖਨ ਅਰਦਾਸ ਹੋਇਆ ਹੈ, ਪੰਜਾਂ ਸਿੰਘਾਂ ਦੀ ਅਰਦਾਸ ਸੀਗੀ, ਭਾਈ ਤਾਰੂ ਸਿੰਘ ਨੇ ਸਿਰ ਮੱਥੇ ਮੰਨੀ। ਵਹਿ ਤੋ ਮਾਨਿਆ ਧੁਰ ਦਰਗਾਹੇ, ਧੁਰ ਦਰਗਾਹ ਦੇ ਅੰਦਰ ਪੰਜਾਂ ਦੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ, ਜਿਵੇਂ ਲਾਲ ਸਿੰਘ ਦੀ ਢਾਲ ਦੀ ਪ੍ਰੀਖਿਆ ਦੀ ਪਾਸ ਹੋ ਗਈ ਸੀ। ਇਹ ਖਾਲਸੋ ਕਾਰਨ ਕਰਨ, ਖਾਲਸਾ ਜਿਹੜਾ ਹੈ ਉਹ ਕਾਰਨ ਕਰਨ ਹੈ, ਖਾਲਸੇ ਦੀ ਗੱਲ ਕੋਈ ਨਹੀਂ ਮੋੜ ਸਕਦਾ। ਪਾਜੀ ਖਾਲਸੇ ਕੀ ਸ਼ਰਨ, ਖਾਲਸੇ ਦੀ ਸ਼ਰਨ ਸਾਰਾ ਹੀ ਪੰਥ ਇੱਕ ਦਿਨ ਆਵੇਗਾ। ਇਹ ਸਭ ਕਲਾ ਖਾਲਸੇ ਤੇ ਹੋਈ, ਖਾਲਸੇ ਦੀ ਇੰਨੀ ਚੜ੍ਹਦੀ ਕਲਾ ਹੋਵੇਗੀ, 96 ਕਰੋੜ ਖਾਲਸਾ ਮਾਲ ਟੇਕਰੀ ਚ ਪ੍ਰਗਟ ਹੋਵੇਗਾ। ਆਕੇ ਮਾਰੇ ਖਾਲਸਾ ਸੋਏ, ਖਾਲਸਾ ਜਿਹੜਾ ਹੈ ਉਹ ਸਰਬ ਦੀ ਗਊ ਗਰੀਬ ਦੀ ਰੱਖਿਆ ਲਈ ਹੈ। ਖਾਲਸੇ ਨੁਕਦਨ ਸੋ ਨਵਾਬੇ ਮਾਰੇ, ਨੁਕਦਾ ਮਾਰਿਆ। ਨੁਕਦਾ ਕੀ ਹੈ? ਖਾਲਸਾ ਜੀ ਨਿਹੰਗ ਸਿੰਘ ਜਦੋਂ ਸੁੱਖਾ ਰਗੜਦੇ ਨੇ ਨਾ, ਉਸ ਦੇ ਅੰਦਰ ਬਹੁਤ ਸ਼ੁਭ ਚੀਜ਼ਾਂ ਪਾਉਂਦੇ ਨੇ। ਸਭ ਤੋਂ ਪਹਿਲੇ ਪਾਉਂਦੇ ਨੇ ਤਿਲ, ਖਸਖਾਸ, ਕਾਲੀ ਮਿਰਚ, ਖੰਡ ਪਾ ਕੇ 5 ਪੱਤੇ ਸੁਖ ਨਿਧਾਨ ਦੇ ਵੀ ਪਾਉਂਦੇ ਨੇ। ਉਸ ਨੂੰ ਜਦੋਂ ਰਗੜਦੇ ਨੇ ਸਾਰਾ ਸੁਖ ਨਿਧਾਨ ਤਿਆਰ ਹੋ ਜਾਂਦਾ ਹੈ। ਜਦੋਂ ਸੁਖ ਨਿਧਾਨ ਤਿਆਰ ਹੋਣ ਤੋਂ ਬਾਅਦ ਪੰਜਾਂ ਬਾਣੀਆਂ ਦਾ ਪਹਿਲੇ ਨਾਲ ਪਾਠ ਵੀ ਹੁੰਦਾ ਹੈ। ਸ਼੍ਰੀ ਜਪਜੀ ਸਾਹਿਬ, ਜਾਪ ਸਾਹਿਬ, ਤਵ ਪ੍ਰਸਾਦ ਸਵਈਏ, ਚੁਪਈ ਸਾਹਿਬ ਤੇ ਆਨੰਦ ਸਾਹਿਬ। ਦਾਸ ਗਿਆਨੀ ਇੰਦਰਜੀਤ ਸਿੰਘ ਰਕਬੇ ਵਾਲਿਆਂ ਕੋਲ ਰਿਹਾ ਜਦੋਂ ਮਹਾਂਪੁਰਸ਼ਾਂ ਦੇ ਕੋਲ,
ਮਹਾਂਪੁਰਸ਼ ਆਪ 5 ਬਾਣੀਆਂ ਦਾ ਪਾਠ ਪੜ੍ਹ ਕੇ 5 ਪੱਤੇ ਆਪ ਸੁੱਖੇ ਦੇ ਵਿੱਚ ਪਾਉਂਦੇ ਸੀਗੇ। ਤੇ ਜਦੋਂ ਮਹਾਂਪੁਰਖਾਂ ਨੇ ਪੂਰੀ ਮਰਿਆਦਾ ਦੇ ਨਾਲ ਦੇਗ ਤਿਆਰ ਹੋਣੀ, ਜਿਸ ਤਰ੍ਹਾਂ ਹਜ਼ੂਰ ਸਾਹਿਬ ਤਿਆਰ ਹੁੰਦੀ ਹੈ, ਇੱਕ 2:45 ਵਜੇ ਸਵੇਰੇ ਭੋਗ ਲੱਗਦਾ, ਸਿੰਘ ਸਾਹਿਬ ਲਵਾਉਂਦੇ ਨੇ, ਇੱਕ ਸ਼ਾਮ ਨੂੰ 3:45 ਲੱਗਦਾ ਕਥਾ ਤੋਂ ਪਹਿਲੇ। ਉਹ ਜਦੋਂ ਭੋਗ ਦੇਗ ਦਾ ਲੱਗਦਾ, ਕਲਗੀਧਰ ਪਾਤਸ਼ਾਹ ਨੂੰ ਉਵੇਂ ਸੁੱਖ ਨਿਧਾਨ ਤਿਆਰ ਹੋ ਜਾਂਦਾ। ਜਦੋਂ ਨਿਹੰਗ ਸਿੰਘ ਤਿਆਰ ਕਰ ਲੈਂਦੇ ਨੇ, ਉਸ ਤੇ ਜਦੋਂ ਛਾਛ ਬਚ ਜਾਂਦੀ ਹੈ, ਗੋਲਾ ਬਚ ਜਾਂਦਾ, ਉਹਨੂੰ ਕਹਿੰਦੇ ਨੇ ਨੁਗਦਾ। ਉਹ ਜਦੋਂ ਵੈਰੀ ਵੱਲ ਅਰਦਾਸ ਕਰਕੇ ਕੋਈ ਮਾਰ ਦੇਵੇ ਨਾ, ਤੇ ਵੈਰੀ ਦਾ ਪੱਠਾ ਹੀ ਬਹਿ ਜਾਂਦਾ। ਸੋ ਉਹ ਬਚਨ ਭਾਈ ਰਤਨ ਸਿੰਘ ਜੀ ਭੰਗੂ ਆਪਣੇ ਬਜ਼ੁਰਗਾਂ ਦਾ ਲਿਖ ਰਹੇ ਨੇ, ਕਿਉਂਕਿ ਉਹ ਉਹਨਾਂ ਦੇ ਸੀਨੇ ਬਰਸੀਨੇ ਦੇਖੀ ਆ ਨਾ ਗੱਲ, ਵੀ ਨਿਹੰਗ ਸਿੰਘ ਗੋਲਾ ਮਾਰਦੇ ਨੇ ਤੇ ਬਚਨ ਵੀ ਪੜ੍ਹਦੇ ਨੇ। ਤੇ ਉਹ ਨਿਹੰਗ ਸਿੰਘ ਕਹਿੰਦੇ ਵੀ ਗੋਲਾ ਤਿਆਰ ਕਰਕੇ ਉੱਥੇ ਹੀ ਸ਼ਹੀਦੀ ਦੇਗਾਂ ਦਾ ਰਗੜਾ ਲਾਣਗੇ, ਭਾਈ ਤਾਰੂ ਸਿੰਘ ਜੀ ਕਹਿ ਰਹੇ ਨੇ। ਤੇ ਸ਼ਹੀਦੀ ਦੇਗਾਂ ਦੇ ਰਗੜੇ ਲਾ ਕੇ ਖਾਨੂ ਬਹਾਦਰ ਵੱਲ ਗੋਲਾ ਮਾਰਨਗੇ ਤੇ ਉਹਦਾ ਪੱਠਾ ਹੀ ਬਿਠਾ ਦੇਣਗੇ। ਅਰਦਾਸ ਕਰਕੇ ਨੁਗਦਾ ਮਾਰ ਕੇ ਗੋਲਾ ਮਾਰ ਕੇ ਪੱਠਾ ਬਿਠਾ ਦੇਣਗੇ। ਕੋਠੇ ਸੁੱਟੇ ਜ਼ਮੀਨ ਪਰ ਲਾਵੇਂ, ਤੇ ਕੋਠੇ ਤੇ ਚੜੇ ਹੋਏ ਨੂੰ ਹੰਕਾਰੇ ਦੇ ਨੂੰ ਜ਼ਮੀਨ ਤੇ ਪੁੱਠਾ ਸੁੱਟ ਕੇ ਮਾਰਨਗੇ। ਫਿਰ ਬਾਦਸ਼ਾਹ ਛਤਰ ਗਿਰਾਵੇਂ, ਬਾਦਸ਼ਾਹ ਦਾ ਜਿਹੜਾ ਛਤਰ ਹੈ ਹੁਣ ਥੱਲੇ ਗਿਰੇਗਾ ਅੱਜ। ਦੋਹਰਾ ਸੁਬੇਗ ਸਿੰਘ ਤੁਰ ਜਾ ਕਹੀਂ ਸਭ ਨਵਾਬ ਕੋ ਪਾਸ। ਹੁਣ ਸੁਬੇਗ ਸਿੰਘ ਜੀ ਨੇ ਖਾਲਸੇ ਦੀ ਸਾਰੀ ਗੱਲ ਸੁਣ ਲਈ, ਭਾਈ ਤਾਰੂ ਸਿੰਘ ਜੀ ਦੀ ਸਾਰੀ ਗੱਲ ਸੁਣ ਲਈ, ਜਾ ਕੇ ਇਨ ਬਿਨ ਸਾਰੀ ਗੱਲ ਜ਼ਕਰੀਆ ਖਾਨ ਨੂੰ ਦੱਸੀ। ਇਹ ਨਹੀਂ ਕਿਹਾ ਵੀ ਤੂੰ ਹੁਣ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਆਪਣੇ ਸਿਰ ਤੇ ਮਾਰ, ਕਿਹਾ ਵੀ ਆਹ ਗੁਰਮਤ ਹੈ, ਸਿਆਣੇ ਬੰਦੇ ਦਾ ਫਰਜ਼ ਹੀ ਹੈ ਦੂਤ ਦਾ, ਬਈ ਆ ਕੇ ਗੱਲ ਦੱਸੇ, ਆਪਣੀ ਸਲਾਹ ਨਾ ਦੇਵੇ। ਤੇ ਆ ਕੇ ਭਾਈ ਸੁਬੇਗ ਸਿੰਘ ਨੇ ਸਾਰੀ ਖਾਨ ਜ਼ਕਰੀਆ ਖਾਨ ਨੂੰ ਦੱਸੀ। ਜੇ ਵੀ ਸਮੂਹ ਹੈ ਖਾਲਸੇ ਕਰ ਦੀਨੀ ਅਰਦਾਸ। ਕਹਿੰਦੇ ਸਮੂਹ ਖਾਲਸੇ ਨੇ ਤਾਂ ਦੇਖ ਕਰਕੇ ਹੁਕਮਨਾਮਾ ਸਾਹਿਬ ਲੈ ਕੇ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਤੇਰੇ ਸਿਰ 'ਚ ਮਾਰਨ ਦਾ ਹੁਕਮ ਦਿੱਤਾ ਹੈ। ਭਾਈ ਤਾਰੂ ਸਿੰਘ ਜੀ ਨੂੰ ਵੀ ਪੁੱਛਿਆ, ਉਹਨਾਂ ਨੇ ਕਿਹਾ ਵੀ ਜੋ ਗੁਰੂ ਖਾਲਸਾ ਕਹਿੰਦਾ ਹੋ ਜਾਵੇ। ਹੁਣ ਤੂੰ ਦੱਸ ਕਿੱਦਾਂ ਕਰਨਾ ਜ਼ਕਰੀਆ ਖਾਨ। ਭਾਈ ਕਈ ਖਾਲਸੇ ਨਵਾਬ ਸੁਣ ਲਈ, ਨਵਾਬ ਨੇ ਵੀ ਸੁਣ ਲਈ। ਹੁਣ ਮੂੰਹ ਦੇ ਉੱਤੇ ਉਹਨੂੰ ਆਪਣਾ ਮੂੰਹ ਛੁਪਾਉਣ ਦੇ ਲਈ ਕੋਈ ਪੱਲਾ ਹੀ ਨਹੀਂ ਮਿਲ ਰਿਹਾ ਵੀ ਕਿੱਥੇ ਜਾ ਕੇ ਮੂੰਹ ਛੁਪਾਵਾਂ। ਜਿਹੜੇ ਖਾਲਸੇ ਨੂੰ ਮੈਂ ਨਿੰਦਿਆ ਸੀ, ਜਿਹੜੇ ਖਾਲਸੇ ਨੂੰ ਮੈਂ ਸ਼ਹੀਦਤਾਂ ਦਿੱਤੀਆਂ, ਉਹ ਖਾਲਸੇ ਦੀ ਜੁੱਤੀ ਹੁਣ ਸਿਰ ਤੇ ਖਾਣੀ ਪਵੇਗੀ। ਉਸਲੇ ਪਾਸੋਂ ਦੂਰ ਕਰ ਦਈ, ਸਾਰੇ ਜਿਹੜੇ ਆਪਣੇ ਮੁਸਲਮਾਨ ਸੀਗੇ ਨਾ ਦੂਰ ਕਰ ਦਿੱਤੇ, ਸ਼ਰਮਸਾਰ ਹੋ ਗਿਆ। ਕਹੇ ਸ਼ਤਾਬੀ ਚਹੀਤ ਕਈ, ਕਹਿੰਦਾ ਵੀ ਤੁਸੀਂ ਤਾਂ ਕੋਈ ਮੇਰਾ ਇਲਾਜ ਨਹੀਂ ਕਰ ਸਕੇ, ਵੈਦ ਹਕੀਮ ਜਿੰਨੇ ਵੀ ਖੈਬ ਖਾਰ ਸੀਗੇ ਸਾਰੇ ਦੂਰ ਕਰ ਦਿੱਤੇ। ਤਾਰੂ ਸਿੰਘ ਕੀ ਜੁੱਤੀ ਮੰਗਾਈ, ਭਾਈ ਤਾਰੂ ਸਿੰਘ ਜੀ ਦੀ ਜੁੱਤੀ ਮੰਗਾ ਲਈ। ਪਹਿਲੀ ਜੁੱਤੀ ਹੱਥ ਨਾ ਆਏ, ਪਹਿਲੀ ਜਿਹੜੀ ਜੁੱਤੀ ਸੀਗੀ ਉਹ ਕਰਾਮਾਤੀ ਹੋ ਗਈ ਜੁੱਤੀ। ਪਹਿਲੀ ਜੁੱਤੀ ਲੈ ਕੇ ਆਣ ਲੱਗੇ ਤੇ ਜੁੱਤੀ ਅਲੋਪ ਹੋ ਗਈ। ਤੇ ਉਹ ਜ਼ਕਰੀਆ ਖਾਨ ਕਹਿੰਦਾ ਵੀ ਜੁੱਤੀ ਛੇਤੀ ਲੈ ਕੇ ਆਓ। ਤੇ ਰੇਂਗਦਾ ਧਰਤੀ ਤੇ ਨਾ ਬਾਹਰ ਤੱਕ ਪਹੁੰਚ ਜਾਂਦਾ, ਜਿੱਥੇ ਭਾਈ ਤਾਰੂ ਸਿੰਘ ਜੀ ਦਾ ਸਰੀਰ ਪਿਆ ਸੀਗਾ। ਰੇਂਗਦਾ ਕਿਉਂਕਿ ਪਿਸ਼ਾਬ ਦਾ ਬੰਨ ਹੈ, ਤੁਰ ਨਹੀਂ ਸਕਦਾ। ਉਹ ਕਹਿੰਦੇ ਵੀ ਅਸੀਂ ਜੁੱਤੀ ਲੈ ਕੇ ਆਨੇ, ਜੁੱਤੀ ਗਾਇਬ ਹੋ ਜਾਂਦੀ ਹੈ। ਜ਼ਕਰੀਆ ਖਾਨ ਜਦੋਂ ਭਾਈ ਤਾਰੂ ਸਿੰਘ ਦੇ ਸਾਹਮਣੇ ਦਰਸ਼ਨ ਕਰਦਾ ਹੈ, ਉਹ ਕਹਿੰਦਾ ਉਹ ਪਈ ਦੂਜੀ ਜੁੱਤੀ। ਉਹ ਕਹਿੰਦਾ ਵੀ ਉਹ ਜੁੱਤੀ ਚੱਕੋ। ਉਹ ਜੁੱਤੀ ਚੱਕਦੇ ਨੇ, ਉਹ ਜੁੱਤੀ ਫਿਰ ਗਾਇਬ ਹੋ ਜਾਂਦੀ ਹੈ। ਕਹਿੰਦਾ ਨਵੀਂ ਜੁੱਤੀ ਪਵਾ ਕੇ ਭਾਈ ਤਾਰੂ ਸਿੰਘ ਦੇ ਪੈਰ 'ਚ ਛਵਾਓ। ਨਹੀਂ ਮੰਗਾਈ ਲੈ ਪੈਰੀ ਪਾਏ, ਨਵੀਂ ਜੁੱਤੀ ਮੰਗਾ ਕੇ ਭਾਈ ਤਾਰੂ ਸਿੰਘ ਜੀ ਦੇ ਪੈਰਾਂ ਨੂੰ ਛਵਾ ਕੇ ਸੁਬੇਗ ਸਿੰਘ ਕੇ ਦੇ ਕੇ ਹੱਥ, ਸੁਬੇਗ ਸਿੰਘ ਜੀ ਦੇ ਹੱਥ ਵਿੱਚ ਦੇ ਦਿੱਤੀ। ਆਪਣੀ ਗਰਦਨ ਲਾਈ ਮਾਥ, ਉਸ ਪ੍ਰਕਾਰ ਫਿਰ ਦੁਬਾਰਾ ਪੜਨਾ ਜੀ। ਆਪਣੀ ਗਰਦਨ ਲਾਈ ਮਾਥ, ਕਹਿੰਦੇ ਜਦੋਂ ਜੁੱਤੀ ਚੱਕ ਲਈ ਸੁਬੇਗ ਸਿੰਘ ਨੇ, ਭਾਈ ਤਾਰੂ ਸਿੰਘ ਦੇ ਪੈਰ ਤੇ ਛੁਆ ਦਿੱਤੀ, ਤੇ ਜ਼ਕਰੀਆ ਖਾਨ ਫੜ ਕੇ ਜ਼ੋਰ ਦੇ ਆਪਣੀ ਗੰਜੀ ਟਿੰਡ ਤੇ ਮਾਰਦਾ ਹੈ। ਮਿਟ ਗਿਓ ਸੂਲ ਪਿਸ਼ਾਬ ਅਜਾਬ, ਜਿਵੇਂ ਜੁੱਤੀਆਂ ਮਾਰਦਾ ਪਿਸ਼ਾਬ ਦਾ ਸੂਲ ਘਟਦਾ ਤੇ ਪਿਸ਼ਾਬ ਨਿਕਲਦਾ ਹੈ। ਬਾਪ ਕਹੇ ਤਨ ਹਮਰੇ ਭਾਗ, ਭਾਈ ਤਾਰੂ ਸਿੰਘ ਜੀ ਦੇ ਕਰਾਮਾਤ ਦੇਖ ਕੇ ਜਦੋਂ ਦੇਖਿਆ ਵੀ ਜੁੱਤੀ ਦੇ ਨਾਲ ਮੈਨੂੰ ਆਰਾਮ ਮਿਲਦਾ, ਕਹਿੰਦਾ ਨਵਾਬ ਸਿੰਘ ਕਹਿੰਦਾ ਅਹੋ ਭਾਗ ਮੇਰੇ, ਧੰਨ ਭਾਗ ਸਿੰਘਾਂ ਦੀ ਤਾਂ ਜੁੱਤੀ ਵੀ ਕਰਾਮਾਤ ਕਰ ਰਹੀ ਹੈ। ਤਾਰੂ ਸਿੰਘ ਹਮ ਪਰ ਕਿਰਪਾ ਕਰੀ, ਤਾਰੂ ਸਿੰਘ ਨੇ ਮੇਰੇ ਤੇ ਕਿਰਪਾ ਕੀਤੀ। ਦੇਖੋ ਖਾਲਸਾ ਜੀ ਆ ਗਏ ਨਾ ਦਿਨ ਭੇਖਾਰੀ ਤੇ ਰਾਜ ਕਰਾਵੈ, ਰਾਜਨ ਤੇ ਭੇਖਾਰੀ। ਰਾਜਾ ਸੀਗਾ ਨਾ, ਬਣਾਤਾ ਕਿ ਨਹੀਂ ਭਿਖਾਰੀ। ਭਿਖਾਰੀਆਂ ਤੋਂ ਵੀ ਮਾੜੀ ਹਾਲਤ ਹੈ ਜ਼ਕਰੀਆ ਖਾਨ ਦੀ। ਰੱਬ ਦੇ ਭਗਤਾਂ ਨੂੰ ਸਦਾਇਆ, ਹਰ ਜੁਗ ਭਗਤ ਤੂੰ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਜਿਹੜਾ ਹਰਨਾਕਸ਼ ਕਹਿੰਦਾ ਸੀ ਨਾ, ਜਲੇ ਹਰਨਾਕਸ਼ ਥਲੇ ਹਰਨਾਕਸ਼, ਜਦੋਂ ਪ੍ਰਹਿਲਾਦ ਜੀ ਨੇ
ਬੰਨ ਲਿਆ ਨਾ, ਕਹਿੰਦਾ ਲਿਆ ਬੁਲਾ ਕਿੱਥੇ ਆ ਤੇਰਾ ਪ੍ਰਭੂ ਹਰੀ। ਤੇ ਜਦੋਂ ਪ੍ਰਹਲਾਦ ਜੀ ਨੂੰ ਬੰਨ ਲਿਆ, ਥੰਮਾ ਗਰਮ ਕਰ ਲਿਆ, ਕਹਿੰਦਾ ਪ੍ਰਹਲਾਦ ਜੀ ਨੇ ਦੇਖਿਆ ਵੀ ਕੀੜੀ ਚੱਲ ਰਹੀ ਹੈ ਉਸ ਗਰਮ ਥੰਮ ਦੇ ਉੱਤੇ। ਤੇ ਪ੍ਰਹਲਾਦ ਜੀ ਨੇ ਕਿਹਾ ਵੀ ਇਸ ਥੰਮ ਦੇ ਅੰਦਰ ਵਾਹਿਗੁਰੂ ਨੇ। ਉਹਨੇ ਕਿਹਾ ਵੀ ਹੁਣੇ ਬੁਲਾ ਲੈਂਦੇ ਆ। ਥੰਮ ਨੂੰ ਪਾੜ, ਥੰਮ ਪਾੜ ਨਿਕਲੇ ਨਰਸਿੰਘ ਭਗਵਾਨ। ਨਰਸਿੰਘ ਭਗਵਾਨ ਪ੍ਰਗਟ ਹੋ ਗਏ, ਉੱਪਰੋਂ ਸ਼ੇਰ ਥੱਲੋਂ ਬੰਦੇ। ਤੇ ਜਦੋਂ ਪ੍ਰਗਟ ਹੋਏ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਪੂਰੀ ਕਥਾ ਲਿਖੀ ਹੈ। 21 ਦਿਨ ਜੰਗ ਹੋਇਆ ਹਰਨਾਕਸ਼ ਦਾ ਤੇ ਭਗਵਾਨ ਨਰਸਿੰਘ ਦਾ। 10ਵੇਂ ਪਾਤਸ਼ਾਹ ਨੇ 24 ਅਵਤਾਰਾਂ ਦੇ ਅੰਦਰ ਪੂਰੀ ਕਥਾ ਲਿਖੀ ਹੈ, ਬਹੁਤ ਰਸਮਈ ਰੁਦਰਮਈ। ਉਸ ਨੂੰ ਪੜ੍ਹ ਕੇ ਇੱਕ ਵਾਰੀ ਖੂਨ ਦੇ ਅੰਦਰ ਉਬਾਲਾ ਆ ਜਾਂਦਾ। ਅੱਜ ਕਈ ਕਹਿੰਦੇ ਆ ਨਾ ਵੀ ਅਸੀਂ ਦਸਮ ਗ੍ਰੰਥ ਨਹੀਂ ਮੰਨਦੇ, ਉਹ ਤਾਂ ਨਹੀਂ ਮੰਨਦੇ ਖਾਲਸਾ ਜੀ, ਸਾਡੇ ਅੰਦਰ ਵੀਰ ਰਸ ਜੋ ਭਰਨ ਵਾਲੀ ਗੱਲ ਹੈ, ਸ਼ੂਰ ਵੀਰਤਾ ਹੈ, ਨਮੋ ਜੁੱਧ ਜੁੱਤੇ, ਉਹ ਜਿਹੜੀ ਭਾਵਨਾ ਹੈ ਉਹ ਕਿੱਥੋਂ ਆਏਗੀ? ਦਸਮ ਗ੍ਰੰਥ ਚੋਂ। ਉਸ ਨੂੰ ਦੂਰ ਕਰ ਦਿਓ ਤੇ ਆਪੇ ਵੀਰ ਰਸ ਟੁੱਟ ਗਿਆ, ਖਾਲਸੇ ਦਾ ਰਾਜ ਖਤਮ ਹੈ। ਤੇ ਜਦੋਂ ਨਰਸਿੰਘ ਭਗਵਾਨ ਦੀ 10ਵੇਂ ਪਾਤਸ਼ਾਹ ਨੇ ਕਥਾ ਲਿਖੀ ਹੈ ਨਾ, ਉਹ ਜਦੋਂ ਪੜ੍ਹਦੇ ਆ ਤੇ ਐਵੇਂ ਲੱਗਦਾ ਵੀ ਅਸੀਂ ਉਹ ਜੰਗ ਦੇਖ ਰਹੇ ਹਾਂ ਸਾਹਮਣੇ। ਤੇ ਨਰਸਿੰਘ ਭਗਵਾਨ ਜਦੋਂ ਪ੍ਰਗਟ ਹੋਏ ਥੰਮ ਪਾੜ ਕੇ, ਤੇ ਉਹ ਦੇਖ ਕੇ ਹਰਨਾਕਸ਼ ਹੈਰਾਨ ਰਹਿ ਗਿਆ। 21 ਦਿਨ ਜੰਗ ਚੱਲਿਆ ਤੇ ਭਗਵਾਨ ਦੇ ਨਾਲ ਜੰਗ ਕਰਦਾ ਹੋਇਆ ਥੱਕ ਗਿਆ ਹਰਨਾਕਸ਼। ਭਗਵਾਨ ਨੇ ਆਪਣੇ ਪੱਟਾਂ ਤੇ ਰੱਖ ਲਿਆ। ਸੰਧਿਆ ਦਾ ਸਮਾਂ ਹੋਇਆ, ਹੁਣ ਸ਼ੇਰ ਮੁਖ ਸੀਗਾ, ਦਹਾੜ ਕੇ ਬੋਲੇ, ਬੋਲ ਤਾਂ ਸਕਦੇ ਨਹੀਂ ਸੀ, ਦਹਾੜੇ ਸ਼ੇਰ ਮੁਖ ਤੋਂ। ਤੇ ਇਸ਼ਾਰਾ ਕੀਤਾ ਸੂਰਜ ਛੁਪਦੇ ਵੱਲ, ਗਿਆ ਦੇਖ ਹਰਨਾਕਸ਼, ਤੂੰ ਵਰ ਲਿਆ ਸੀਗਾ ਨਾ ਦਿਨ ਵੇਲੇ ਨਾ ਰਾਤ ਵੇਲੇ, ਇਸ ਵੇਲੇ ਸੰਧਿਆ। ਤੂੰ ਵਰ ਲਿਆ ਸੀ ਨਾ ਧਰਤੀ ਤੇ ਨਾ ਆਕਾਸ਼ ਤੇ, ਤੂੰ ਮੇਰੇ ਪੱਟਾਂ ਤੇ ਹੈ। ਤੂੰ ਵਰ ਲਿਆ ਸੀਗਾ ਨਾ ਅਸਤਰ ਤੋਂ ਨਾ ਸ਼ਸਤਰ ਤੋਂ, ਮੈਂ ਤੈਨੂੰ ਆਪਣੇ ਨੋਹਾਂ ਦੇ ਨਾਲ ਪਾੜਾਂਗਾ। ਤੂੰ ਕਿਹਾ ਸੀਗਾ ਮੈਂ ਬੰਦੇ ਤੋਂ ਮਰਾਂ ਨਾ ਜਨੌਰ ਤੋਂ ਮਰਾਂ, ਨਾ ਮੈਂ ਬੰਦਾ ਨਾ ਜਾਨਵਰ ਆ, ਮੈਂ ਨਰਸਿੰਘ ਅਵਤਾਰ ਧਾਰ ਕੇ ਤੈਨੂੰ ਮਾਰਨਾ ਹੈ। ਸੋ ਜਦੋਂ ਭਗਵਾਨ ਕਿਸੇ ਨੂੰ ਮਾਰਨ ਆ ਜਾਣ, ਭਗਵਾਨ ਕਿਸੇ ਨੂੰ ਮਾਰਨ ਆ ਜਾਣ, ਉਹਨੂੰ ਕੋਈ ਬਚਾ ਨਹੀਂ ਸਕਦਾ। ਜੇ ਭਗਵਾਨ ਬਚਾਉਣ ਆ ਜਾਣ ਤੇ ਫਿਰ ਉਹਨੂੰ ਕੋਈ ਮਾਰ ਨਹੀਂ ਸਕਦਾ। ਹੁਣ ਭਗਵਾਨ ਆਪ ਬਚਾਉਣ ਆ ਗਏ ਸੀਗੇ ਪ੍ਰਹਲਾਦ ਜੀ ਨੂੰ ਤੇ ਬਚਾ ਲਿਆ। ਸੋ ਭਾਈ ਤਾਰੂ ਸਿੰਘ ਜੀ ਵੀ ਭਗਤ ਨੇ, ਉਹਨਾਂ ਦੀ ਰੱਖਿਆ ਕਰਨ ਦੇ ਲਈ ਭਗਵਾਨ ਨੇ ਖਾਲਸੇ ਦੇ ਮੁਖੋਂ ਬਚਨ ਕਢਾਏ ਨੇ। ਤੇ ਉਹ ਜੁੱਤੀ ਹੁਣ ਜ਼ਕਰੀਆ ਖਾਂ ਦੇ ਉੱਤੇ ਆਪ ਜ਼ਕਰੀਆ ਮਾਰ ਰਿਹਾ ਹੈ। ਤਨ ਸਾਇਤ ਹੋਰ ਤਨ ਇਹ ਘੜੀ, ਧਨ ਹੈ। ਜ਼ਕਰੀਆ ਖਾਨ ਬੋਲਦਾ ਵੀ ਧਨ ਹੈ ਘੜੀ, ਜਦੋਂ ਮੈਨੂੰ ਭਾਈ ਤਾਰੂ ਸਿੰਘ ਦੀ ਜੁੱਤੀ ਮਿਲੀ ਜਿਸ ਦੇ ਨਾਲ ਮੈਨੂੰ ਆਰਾਮ ਮਿਲਿਆ ਹੈ। ਇੱਕ ਵਾਰਿਓ ਆਗੇ ਭਈ, ਇੱਕ ਵਾਰੀ ਹੋਰ ਵੀ ਮੈਨੂੰ ਜੁੱਤੀਆਂ ਮਾਰੋ। ਹੁਣ ਆਪਣੇ ਬੰਦੇ ਬੁਲਾ ਲਏ, ਕਹਿੰਦਾ ਮੈਨੂੰ ਜੁੱਤੀਆਂ ਸਿਰ 'ਚ ਮਾਰਦੇ ਰਹੋ। ਸੋਈ ਖਾਲਸੇ ਹਮ ਤੇ ਕਰੀ, ਖਾਲਸੇ ਨੇ ਜੋ ਸਾਡੇ ਤੇ ਕਿਰਪਾ ਕੀਤੀ ਆ ਉਹ ਕਿਸੇ ਨੇ ਵੀ ਨਹੀਂ ਕੀਤੀ ਅੱਜ ਤੱਕ। ਜਬੇ ਕਸ਼ਮੀਰ ਥੀ ਜ਼ੁਲਮੀ ਕਈ, ਜਦੋਂ ਜ਼ੁਲਮ ਸੀਗਾ ਕਸ਼ਮੀਰ ਦੇ ਅੰਦਰ, ਸ਼ੇਰ ਅਫਗਾਨ ਖਾਨ ਸੀਗਾ। ਕਥਾ ਬੜੀ ਲੰਬੀ ਹੈ, ਲੰਬੀ ਹੋ ਜਾਏਗੀ, ਸਮਾਂ ਸੰਪੂਰਨ ਹੀ ਹੋ ਗਿਆ। ਸ਼ੇਰ ਅਫਗਾਨ ਖਾਨ ਸੀਗਾ। ਕਿਰਪਾ ਰਾਮ ਪੰਡਤ ਜੀ ਨੂੰ ਕਿਹਾ ਵੀ ਅਸੀਂ ਤੁਹਾਨੂੰ ਮੁਸਲਮਾਨ ਬਣਾ ਦੇਵਾਂਗੇ। ਇੰਨੀ ਬੇਦਬੀ ਕਰਦੇ ਸੀਗੇ, ਹਿੰਦੂਆਂ ਦਾ ਮੂੰਹ ਅੱਡ ਲੈਂਦੇ ਸੀ, ਏਦਾਂ ਫੜ ਕੇ ਨਾ ਮੂੰਹ ਅੱਡ ਲੈਂਦੇ ਸੀ ਤੇ ਪਾਨ ਦਾ ਬੀੜਾ ਵਿੱਚ ਥੁੱਕਦੇ ਸੀਗੇ। ਤੇ ਉਸ ਬੰਦੇ ਨੂੰ ਫੜ ਕੇ ਨਾ ਡਾਲ ਲੇਕ ਦੇ ਅੰਦਰ, ਜਿੱਥੇ ਡਾਲ ਲੇਕ ਦੇ ਅੰਦਰ ਸੁੱਟ ਦਿੰਦੇ, ਧੱਕਾ ਦੇ ਦਿੰਦੇ ਸੀਗੇ। ਇੰਨਾ ਧੱਕਾ ਕਰਦੇ ਸੀਗੇ। ਤੇ ਉਹ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਤੇ ਮਹਾਰਾਜ ਨੇ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ। 9ਵੇਂ ਪਾਤਸ਼ਾਹ ਨੇ ਜਾ ਕੇ ਸ਼ਹਾਦਤ ਦਿੱਤੀ ਮਕਰ ਸੁਦੀ ਪੰਚਮੀ ਨੂੰ 1675 ਬਿਕਰਮੀ। ਸੋ 9ਵੇਂ ਪਾਤਸ਼ਾਹ ਨੇ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਜਦੋਂ, ਤੇ ਉਹ ਗੱਲ ਯਾਦ ਕਰਾ ਰਹੇ ਨੇ ਵੀ ਸ਼ੇਰ ਅਫਗਾਨ ਖਾਨ ਸੀ ਨਾ, ਉਹ ਹਿੰਦੂਆਂ ਤੇ ਜ਼ੁਲਮ ਕਰਦਾ ਸੀ। ਪਰ ਉਹਨਾਂ ਦੇ ਉੱਥੇ ਵੀ ਇੱਕ ਬੜੇ ਵੱਡੇ ਮਹਾਂਪੁਰਖ ਸੀਗੇ ਹਿੰਦੂਆਂ ਦੇ, ਪੰਡਤ ਸੀਗੇ, ਬਹੁਤ ਵਿਦਵਾਨ। ਉਹ ਪੰਡਤ ਵੀ ਸ਼ਰਾਬ ਦੇ ਕੇ ਗਏ ਸੀਗੇ ਤੇ ਸ਼ੇਰ ਅਫਗਾਨ ਖਾਨ ਦਾ ਵੀ ਇਹੀ ਹਾਲ ਹੋਇਆ ਸੀ। ਆਪਸ ਦੇ ਅੰਦਰ ਲਾਹੌਰ ਦੀ ਸੰਗਤ ਵਿਚਾਰ ਕਰ ਰਹੀ ਹੈ। ਸਵਾ ਮਣ ਜਨੇਊ ਪੱਕੇ ਉਤਰਈ, ਔਰੰਗਜ਼ੇਬ ਸਵਾ ਮਣ ਜਨੇਊ ਉਤਾਰ ਕੇ ਰੋਟੀ ਖਾਂਦਾ ਸੀ, ਇੰਨਾ ਮੁਤਸਵੀ ਸੀਗਾ। ਹਾਂਜੀ, ਦੋਹਰਾ ਤੇਰੇ ਕਰ ਕੁਲ ਲੁਕ ਬਚੇ ਹੋਰ ਕੀਏ ਮੁਸਲਮਾਨ, ਤੇ ਬਹੁਤ ਮੁਸਲਮਾਨ ਬਣਾਏ ਸਾਡੇ ਔਰੰਗਜ਼ੇਬ ਨੇ। ਉਸ ਦਾ ਵੀ ਉਹ ਭੈੜਾ ਹਾਲ ਹੋਇਆ ਜੋ ਮੇਰਾ ਹੋਇਆ ਹੈ। ਤਬ ਨਵਾਬ ਕੋ ਸਿਰ ਦੁਖਿਓ ਜਦ ਨਿਕਸਤ ਹੈ ਜਾਨ, ਨਵਾਬ ਕਹਿੰਦਾ ਵੀ ਮੇਰੇ ਤਾਂ ਸਿਰ ਤੋਂ ਭਾਰ ਹੌਲਾ ਹੋਇਆ, ਮੇਰੇ ਸਿਰ ਦੇ ਵਿੱਚ ਦਰਦ ਸੀਗਾ ਇਸ ਗੱਲ ਦਾ, ਕਿਉਂਕਿ ਖਾਲਸਾ ਜੀ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਬਿਮਾਰੀ ਉਹਨੂੰ ਸੀਗੀ, ਉਸ ਕਰਕੇ ਉਹਦਾ ਬਹੁਤ ਬੁਰਾ ਹਾਲ ਸੀ। ਹੁਣ ਉਸ ਨੂੰ ਆਰਾਮ ਮਿਲਿਆ ਤੇ ਆਪੇ ਹੀ ਨੀਂਦਰ ਤੋਂ ਉੱਠਦਾ ਨਾ, ਸਭ ਤੋਂ ਪਹਿਲੇ ਕੁਝ ਨਹੀਂ ਕਰਦਾ, ਜੁੱਤੀ ਸਿਰ 'ਚ ਮਾਰ ਲੈਂਦਾ। ਇਹ ਹਾਲ ਹੋ ਗਿਆ ਉਹਦਾ। ਭਈ ਜਬ ਨਵਾਬ ਬਹੁਤ ਦੁਖ ਪਾਇਓ, ਇਸ ਪ੍ਰਕਾਰ ਨਵਾਬ ਨੇ ਬਹੁਤ ਦੁੱਖ ਪਾਇਆ। ਕਹੋ ਕਿ ਮੈਂ ਹਮ
ਬਚਨ 19 ਦਿਨ ਰਹਿ ਗਏ ਨੇ, ਜਾਨ ਤਾਂ ਜਾਣੀ ਜਾਣੀ ਹੈ। ਤਬ ਲੋਕਨ ਜੋ ਕਹਿਓ ਉਪਾਏ, ਫਿਰ ਲੋਕਾਂ ਨੇ ਇਸ ਤਰ੍ਹਾਂ ਉਪਾਏ ਕੀਤਾ। ਜੁੱਤੀ ਹਿੰਦਨ ਕੀ ਮਾਤ ਬੰਧਾਏ, ਫਿਰ ਹਿੰਦੂਆਂ ਨੇ ਕਿਹਾ ਵੀ ਤੁਹਾਡੇ ਵੱਡਿਆਂ ਨੇ ਸਾਡੀ ਵੀ ਬੇਦਬੀ ਕੀਤੀ ਆ, ਖਾਨ ਸਾਹਿਬ ਸਾਡੀ ਵੀ ਜੁੱਤੀ ਲੈ ਲਓ, ਕਿਧਰੇ ਹੋਰ ਆਰਾਮ ਮਿਲ ਜੇ। ਕਹਿੰਦਾ ਲਿਆਓ ਲਿਆਓ, ਸਾਰੇ ਲਾਹੌਰ ਦੀਆਂ ਜੁੱਤੀਆਂ ਇਕੱਠੀਆਂ ਕਰਕੇ ਲਿਆਓ। ਸਾਰਿਆਂ ਦੀਆਂ ਜੁੱਤੀਆਂ ਸੀਸ ਤੇ ਮਰਵਾਉਂਦਾ ਹੈ ਤੇ ਮਾਰੇ ਇਮਹੀ ਕਰੀ, ਤੇ ਆਪ ਵੀ ਮਾਰਦਾ ਹੈ ਤੇ ਆਪਣੇ ਬੰਦਿਆਂ ਤੇ ਵੀ ਮਰਵਾਉਂਦਾ ਹੈ। ਤੇ ਜਿਹੜਾ ਕੋਈ ਨਹੀਂ ਮਾਰਦਾ ਨਾ ਉਹਨੂੰ ਗਾਲਾਂ ਕੱਢਦਾ ਵੀ ਜ਼ੋਰ ਦੇ ਮਾਰ। ਤਬੈ ਬੱਜੋ ਜਬ ਜੋਥੀ ਸਰੀ, ਇਸ ਪ੍ਰਕਾਰ ਫਿਰ ਸਰਨ ਲੱਗ ਪਈ, ਜੁੱਤੀਆਂ ਪੈਂਦੀਆਂ ਤੇ ਪਿਸ਼ਾਬ ਨਿਕਲਦਾ ਹੈ। ਕਹਿਓ ਨਵਾਬ ਕਰੋ ਵਧਾਈ, ਸ਼ਹੀਦਾਂ ਨੇ ਪਹਿਰਾ ਲਾ ਦਿੱਤਾ। ਜਦੋਂ ਜਿੰਨੀ ਜ਼ਿਆਦਾ ਜੁੱਤੀਆਂ ਪੈਂਦੀਆਂ ਸੀ ਲੋਕ ਕਹਿੰਦੇ ਸੀ ਵਧਾਈ ਹੋਏ ਨਵਾਬ ਸਾਹਿਬ, ਵਧਾਈ ਹੋਏ ਨਵਾਬ ਸਾਹਿਬ। ਸਾਰੇ ਵਧਾਈਆਂ ਦਿੰਦੇ ਨੇ ਤੇ ਵਧਾਈਆਂ ਲੈਣ ਵੀ ਲੱਗ ਪਏ। ਹੁਣ ਖਾਲਸਾ ਜੀ ਆਹ ਦੇਖੋ ਕਿੱਦਾਂ ਗੁਰੂ ਦੇ ਭਗਤਾਂ ਨੂੰ, ਸੰਸਾਰੀ ਜਿਹੜੇ ਬੰਦੇ ਦੁੱਖ ਦਿੰਦੇ ਨੇ, ਉਹਨਾਂ ਦਾ ਕੀ ਹਾਲ ਹੁੰਦਾ। ਹੁਣ ਉਹਨੂੰ ਵਧਾਈ ਵੀ ਕਿਸ ਗੱਲ ਦੀ ਮਿਲ ਰਹੀ ਹੈ? ਸ਼ਹੀਦਾਂ ਦੇ ਉੱਤੇ ਜਿਨ੍ਹਾਂ ਨੇ ਮਹਾਂਪੁਰਸ਼ ਭਾਈ ਤਾਰੂ ਸਿੰਘ ਉਹਨਾਂ ਦੇ ਉੱਤੇ ਜ਼ੁਲਮ ਕੀਤੇ, ਉਹਨਾਂ ਦੇ ਜ਼ੁਲਮ ਦਾ ਬਦਲਾ ਜਿਹੜਾ ਹੈ ਉਹ ਜੁੱਤੀਆਂ ਖਾ ਕੇ ਵਧਾਈ ਰੂਪ ਚ ਲੈ ਰਿਹਾ ਹੈ। ਖਾਲਸੇ ਨੇ ਦੁੱਖ ਦਿਓ ਮਿਟਾਈ, ਖਾਲਸੇ ਨੇ ਤੁਹਾਡਾ ਦੁੱਖ ਦੂਰ ਕਰ ਦਿੱਤਾ, ਤੁਹਾਨੂੰ ਵਧਾਈ ਹੋਵੇ ਜੁੱਤੀਆਂ ਖਾਣ ਦੀ। ਗੁਰੂ ਨਾਨਕ ਕੋ ਕਰਾਹ ਕਰਾਵੋ, ਹੁਣ ਇੱਕ ਕਿਰਪਾ ਹੋਰ ਕਰੋ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕੜਾਹ ਪ੍ਰਸ਼ਾਦ ਦੀ ਦੇਗ ਕਰਾਓ ਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦੇ ਸਥਾਨ ਦੇ ਉੱਤੇ ਇੱਕ ਦਿਓਰਾ ਤਿਆਰ ਕਰੋ। ਦੀਪਮਾਲ ਵਿੱਚ ਸ਼ਹਿਰ ਜਲਾਵੋ, ਦੀਪਮਾਲਾ ਕਰੋ ਪੂਰੇ ਨਗਰ ਦੇ ਅੰਦਰ। ਤੁਹਾਡੇ ਤੋਂ ਗਲਤੀ ਹੋਈ ਹੈ। ਖਾਲਸਾ ਜੀ ਅੱਜ ਇੱਕ ਹੋਰ ਬੜਾ ਫਿਰਕਾ ਚੱਲ ਪਿਆ, ਮੈਂ 1 ਮਿੰਟ ਲਾ ਦਵਾਂ। ਉਹ ਕਹਿੰਦੇ ਜੀ ਜੋਤਾਂ ਗਲਤ ਨੇ, ਜੋਤ ਨਹੀਂ ਜਗਾਣੀ ਚਾਹੀਦੀ। ਉਹਦੇ ਉੱਤੇ ਵੀ ਇੱਕ ਨਿਰਣਾ ਹੈ, ਨਾ ਜੋਤ ਜਗਾਉਣ ਨਾਲ ਰੱਬ ਮਿਲਦਾ, ਨਾ ਬੁਝਾਉਣ ਨਾਲ ਰੱਬ ਮਿਲਦਾ। ਅਧਿਆਤਮਕ ਦਾ ਉਹਦੇ ਨਾਲ ਕੋਈ ਲੈਣਾ ਨਹੀਂ। ਪਰ ਜਿਹੜੇ ਸਾਡੇ ਸਿੰਘ ਸੀਗੇ, ਇੱਕ ਬਚਨ ਧਿਆਨ ਨਾਲ ਸੁਣਨਾ, ਆਪਣੀ ਉਹ ਬਿਰਤੀ ਤਿਆਗ ਕੇ ਵੀ ਜੋਤ ਜਗਾਣੀ ਹੈ ਕਿ ਨਹੀਂ ਜਗਾਣੀ, ਜਰਾ ਨਿਰਣੇ ਵਾਲਾ ਬਚਨ ਸੁਣਨਾ। ਸਾਡੇ ਜਿਹੜੇ ਸਿੰਘ ਸੀਗੇ ਨਾ ਪੁਰਾਤਨ, ਦਰਬਾਰ ਸਾਹਿਬ ਦੇ ਅੰਦਰ ਇਸ਼ਨਾਨ ਕਰਨਾ ਅਲਾਉਡ ਨਹੀਂ ਸੀਗਾ, ਮੁਸਲਮਾਨਾਂ ਦਾ ਪਹਿਰਾ ਸੀਗਾ। ਜਿਹੜੇ ਸਿੰਘ ਸੀਗੇ ਨਾ ਉਹ ਮੁਸਲਮਾਨਾਂ ਦਾ ਭੇਸ ਧਾਰ ਕੇ ਦਰਬਾਰ ਸਾਹਿਬ ਦੇ ਅੰਦਰ ਇਸ਼ਨਾਨ ਕਰਦੇ ਸੀ ਤੇ ਆਪਣੇ ਕੇਸ ਖੋਲ ਕੇ ਇਸ਼ਨਾਨ ਕਰਕੇ ਤੇ ਕਹਿੰਦੇ ਸੀ ਵੀ ਲੈ ਸਿੰਘ ਨੇ ਇਸ਼ਨਾਨ ਕੀਤਾ। ਅੰਦਰੋਂ ਗੋਲੀ ਚੜਦੀ ਸੀ, ਉਹ ਸਿੰਘ ਦੀ ਮੌਤ ਹੋ ਜਾਂਦੀ ਸੀ। ਉਹ ਕਹਿੰਦਾ ਵੀ ਤਾਂ ਕੀ ਹੋ ਗਿਆ, ਮੌਤ ਹੋ ਗਈ, ਦੇਖ ਅਸੀਂ ਸਿੰਘ ਜਿੰਦੇ ਆ, ਆਪਣੇ ਦਰਬਾਰ ਸਾਹਿਬ ਦਾ ਇਸ਼ਨਾਨ ਨਹੀਂ ਛੱਡਿਆ। ਅੱਜ ਤੁਹਾਡੇ ਸਰੋਵਰ ਨੇ ਜਿਸ ਦੇ ਉੱਤੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਨੇ, ਤੁਹਾਡੀਆਂ ਹੀ ਸਟੇਜਾਂ ਦੇ ਉੱਤੇ ਬਹਿ ਕੇ ਗਿਆਨੀ ਸਿੰਘ ਕਥਾ ਕਰ ਰਹੇ ਨੇ ਬਈ ਰਾਮਦਾਸ ਸਰੋਵਰ ਨਹਾਤੇ। ਉਹ ਸਰੋਵਰ ਦੀ ਗੱਲ ਨਹੀਂ, ਉਹ ਤਾਂ ਛੱਪੜੀ ਹੈ ਜੋ ਹਰਭਗਤ ਨਰੰਜਨੀਆ ਵਰਗੇ ਬੋਲਦੇ ਸੀ। ਕਹਿੰਦੇ ਵੀ ਸਰੋਵਰ ਤਾਂ ਗੁਰਬਾਣੀ ਹੈ, ਗੁਰਬਾਣੀ ਤੇ ਅਧਿਆਤਮਕ ਅੰਤਰ ਦੇ ਸਰੋਵਰ ਹੈ ਹੀ ਹੈ। ਪਰ ਬਾਹਰ ਦਾ ਸਰੋਵਰ ਜਿਸ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਰਚਿਆ, ਆਪ ਮਹਾਰਾਜ ਕਿਹਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਉਹ ਸਰੋਵਰ ਦੇ ਅੰਦਰ ਸ਼ਹੀਦੀਆਂ ਹੁੰਦੀਆਂ ਸੀਗੀਆਂ। ਤੇ ਇੱਕ ਸਿੰਘ ਸੀਗੇ ਸੁਬਾਹੂ ਸਿੰਘ, ਉਸਨੇ ਇੱਕ ਦਿਨ ਐਲਾਨ ਕਰ ਦਿੱਤਾ ਜ਼ਕਰੀਆ ਖਾਨ ਨੇ ਵੀ ਕੋਈ ਦਰਬਾਰ ਸਾਹਿਬ ਦੇ ਅੰਦਰ ਬਿਲਕੁਲ ਸੀਲ ਕਰ ਦੋ, ਕੋਈ ਜਾ ਨਾ ਪਾਵੇ। ਨਵਾਹੂ ਸਿੰਘ ਜਿਹੜੇ ਸੀਗੇ ਉਹ ਨਾ ਜਲ ਦੇ ਅੰਦਰੋਂ ਬਹੁਤ ਦੇਰ ਸਾਹ ਰੋਕ ਲੈਂਦੇ ਸੀਗੇ। ਉਹਨਾਂ ਨੇ ਕਿੰਨੇ ਮਹੀਨੇ ਪ੍ਰੈਕਟਿਸ ਕਰਦੇ ਰਹੇ ਜਲ ਦੇ ਅੰਦਰ ਸਾਹ ਰੋਕਣ ਦੀ। ਤੇ ਉਹਨਾਂ ਨੇ ਨਾ ਇੱਕ ਲਿਫਾਫੇ ਦੇ ਅੰਦਰ ਲਾ ਲਓ ਵੀ ਲਪੇਟ ਕੇ ਮਸ਼ਾਲ ਤੇ ਜੋਤ ਦੇਸੀ ਘਿਓ ਲੈ ਕੇ ਨਾ ਦਰਬਾਰ ਸਾਹਿਬ ਦੇ ਅੰਦਰੋਂ ਜਲ ਦੇ ਅੰਦਰੋਂ ਨਿਕਲਦੇ ਨਾ ਅੰਦਰ ਪਹੁੰਚ ਗਏ। ਅੰਦਰ ਪਹੁੰਚੇ ਤੇ ਜਾ ਕੇ ਚਿਰਾਗ ਜਲਾ ਦਿੱਤਾ, ਕਿਹਾ ਵੀ ਇਹ ਜਗਦਿਆਂ ਦੀ ਜ਼ਮੀਨ ਹੈ, ਜਾਗਤ ਜੋਤ ਜਪੈ ਨਿਸਬਸ। ਸਾਡੇ ਚਿਰਾਗ ਕਿੱਥੇ ਜਲਦਾ ਹੈ? ਜਿੱਥੇ ਕੁਲ ਜਿੰਦੀ ਹੈ, ਉੱਥੇ ਪਤਾ ਲੱਗਦਾ ਵੀ ਇੱਥੇ ਜੋ ਜਿੰਦੇ ਰਹਿੰਦੇ ਨੇ। ਉਸ ਸਿੰਘ ਨੂੰ ਜਿਵੇਂ ਹੀ ਚਿਰਾਗ ਜਲਿਆ ਤੇ ਗੋਲੀ ਮਾਰ ਦਿੱਤੀ ਗਈ। ਤੇ ਉਹ ਸਿੰਘ ਨੇ ਉਸ ਟਾਈਮ, ਉਹਦੇ ਬਜ਼ੁਰਗਾਂ ਨੇ ਇਤਿਹਾਸ ਲਿਖਿਆ ਵੀ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਜੋਤ ਦੇ ਲਈ ਏਦਾਂ ਆਪਣੀ ਸ਼ਹੀਦੀ ਪਾ ਜਾਂਦੇ ਸੀ। ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਤੇ ਜੋਤਾਂ ਜਗਦੀਆਂ ਨੇ, ਫਤਿਹਗੜ੍ਹ ਸਾਹਿਬ ਉੱਪਰ ਤੇ ਥੱਲੇ ਜੋ ਜੋਤਾਂ ਜਗਦੀਆਂ ਨੇ। ਗੱਲ ਉਹ ਨਹੀਂ ਹੈ ਵੀ ਜੋਤ ਜਗਣੀ ਚਾਹੀਦੀ ਹੈ ਕਿ ਨਹੀਂ ਜਗਣੀ ਚਾਹੀਦੀ, ਗੱਲ ਹੈ ਤੱਤ ਦੀ। ਬਈ ਉਹ ਤੱਤ ਹੈ ਵੀ ਜੋਤ ਜਿਹੜੀ ਆ ਉਹ ਪਵਿੱਤਰਤਾ ਕਰਦੀ ਹੈ। ਜੋਤ ਦੇ ਨਾਲ ਪਤਾ ਲੱਗਦਾ ਵੀ ਇਹ ਜਿੰਦਿਆਂ ਦਾ ਘਰ ਹੈ ਤੇ ਚਿਰਾਗ ਜਲਦੇ ਨੇ। ਤੇ ਗੱਲ ਹੁਣ ਬਹੁਤ ਤਰ੍ਹਾਂ ਤੁਰ ਪੈਂਦੀ ਹੈ, ਜਿਹੜੇ ਸ਼ੰਕਾਵਾਦੀ ਨੇ ਬਹੁਤ ਤਰ੍ਹਾਂ ਗੱਲ ਤੋੜ ਲੈਂਦੇ ਨੇ। ਉਹ ਸਾਡਾ ਵਿਸ਼ਾ ਨਹੀਂ, ਉਹ ਵਿਸ਼ੇ ਤੋਂ ਖਿੰਡਰ ਜਾਣਾ। ਸੋ ਉਹ ਜਿਹੜੇ ਸਿੰਘ ਸੀਗੇ ਉਹ ਸ਼ਹੀਦੀਆਂ ਪਾਉਂਦੇ ਸੀਗੇ, ਸਿੱਧਕ ਰੱਖਦੇ ਸੀਗੇ। ਉਹ ਜਿਹੜਾ ਬਚਨ ਆ ਰਿਹਾ ਹੈ ਮਜੇ ਸ਼ਦਿਆਨੇ ਛਲਕ ਕਰਾਈ, ਉਹ ਕਹਿੰਦੇ ਵੀ ਦੀਪਾਵਲੀ ਮਨਾਓ, ਸਾਰੇ ਨਗਰ ਦੇ ਅੰਦਰ ਦੀਵੇ ਜਗਵਾਓ। ਵੀ ਭਾਈ ਤਾਰੂ ਸਿੰਘ ਵੀ ਹੁਣ ਠੀਕ ਨੇ, ਕਿਉਂਕਿ ਉਹਨਾਂ ਨੇ ਵੀ ਅਜੇ ਸਰੀਰ ਨਹੀਂ ਛੱਡਿਆ ਸੀ।
ਤੁਹਾਡਾ ਵੀ ਪਿਸ਼ਾਬ ਦਾ ਬੰਨ ਖੁੱਲ ਗਿਆ। ਖਾਲਸੇ ਦਾ ਧੰਨਵਾਦ ਕਰੋ। ਤਈ ਖਰੈਤ ਕੰਗਾਲਨ ਤਾਈ। ਤੇਰੇ ਕੰਗਾਲ ਨੂੰ ਖਾਲਸੇ ਨੇ ਖੈਰ ਦੇ ਦਿੱਤੀ ਹੈ। ਤੂੰ ਤੇ ਮਰਨ ਚੱਲਿਆ ਸੀ, ਤੈਨੂੰ ਖਾਲਸੇ ਨੇ ਬਚਾ ਲਿਆ ਹੈ। ਸੋ ਇੰਨੇ ਕੁ ਖਾਲਸਾ ਜੀ ਬਚਨ ਪ੍ਰਵਾਨ ਕਰਨੇ। ਇੱਕ ਅਖੀਰਲਾ ਪ੍ਰਸੰਗ ਕੱਲ ਦਾ ਰਹਿ ਗਿਆ, ਜਦੋਂ ਭਾਈ ਤਾਰੂ ਸਿੰਘ ਨੇ ਜੁੱਤੀ ਦੀ ਨੋਕ ਦੇ ਉੱਤੇ ਲੈ ਕੇ ਜ਼ਕਰੀਆ ਖਾਨ ਨੂੰ ਲੈ ਕੇ ਜਾਣਾ ਹੈ। ਉਹ ਪ੍ਰਸੰਗ ਅੱਧੇ ਪੌਣੇ ਘੰਟੇ ਦਾ ਕੱਲ ਰਹਿ ਗਿਆ। ਕੱਲ ਅਖੀਰਲਾ ਦੀਵਾਨ ਹੈ। ਸਾਰੀ ਸੰਗਤ ਨੂੰ ਬੇਨਤੀ ਹੈ, ਕਮੇਟੀ ਵੱਲੋਂ ਵੀ ਪ੍ਰਬੰਧਕਾਂ ਵੱਲੋਂ ਵੀ ਬੜੇ ਪ੍ਰੇਮ ਦੇ ਨਾਲ ਤੁਸੀਂ ਸਾਰੀ ਸੰਗਤ 7 ਦਿਨ ਤੋਂ ਇਤਿਹਾਸ ਸੁਣ ਰਹੇ ਹੋ। ਸੋਸ਼ਲ ਡਿਸਟੈਂਸਿੰਗ ਦਾ ਕੱਲ ਆਪਾਂ ਥੋੜਾ ਜ਼ਿਆਦਾ ਧਿਆਨ ਰੱਖੀਏ ਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਬੇਨਤੀ ਹੈ। ਬੜੇ ਸਤਿਕਾਰਯੋਗ ਪ੍ਰਧਾਨ ਮਨਜੀਤ ਸਿੰਘ ਜੀ ਹੋਰਾਂ ਨੇ ਫੁਰਨਾ ਕੀਤਾ ਸੀਗਾ ਵੀ ਅਸੀਂ ਸ਼ਹੀਦਾਂ ਦਾ ਇਤਿਹਾਸ ਇਸ ਸਥਾਨ ਦੇ ਉੱਤੇ ਵੀ ਕਰੀਏ, ਵੀ ਸੰਗਤ ਬਹੁਤ ਪ੍ਰੇਮ ਵਾਲੀ ਹੈ। ਵਾਕਈ ਸੰਗਤ ਜੀ ਇਸ ਗੱਲ ਦੇ ਅੰਦਰ ਕੋਈ ਝੂਠ ਨਹੀਂ। ਜਿੰਨੇ ਪ੍ਰੇਮ ਦੇ ਨਾਲ ਤੁਸੀਂ ਸਾਰਿਆਂ ਨੇ ਟਿਕ ਕੇ ਇਤਿਹਾਸ ਸੁਣਿਆ, ਕੱਲ ਦਾ ਅਖੀਰਲਾ ਦੀਵਾਨ ਵੀ ਤੁਸੀਂ ਸੁਣਨਾ, ਕਿਰਪਾ ਕਰਨੀ ਹੈ। ਕਿਉਂਕਿ ਬੋਲਣ ਵਾਲੇ ਦੇ ਅੰਦਰ ਇੰਨੀ ਸਮਰੱਥਾ ਨਹੀਂ ਹੁੰਦੀ, ਸੰਗਤ ਗੁਰੂ ਸਮਾਨ ਹੁੰਦੀ ਹੈ। ਜੇ ਸੰਗਤ ਆਸ਼ੀਰਵਾਦ ਦਿੰਦੀ ਹੈ ਤਾਂ ਹੀ ਬੋਲਣ ਵਾਲਾ ਬੋਲ ਸਕਦਾ ਹੈ। ਮਹਾਰਾਜ ਨੇ ਗੁਰਬਾਣੀ ਦੇ ਅੰਦਰ ਵੀ ਕਿਹਾ ਵੀ 21ਵਾਂ ਹਿੱਸਾ ਸੰਗਤ ਦਾ ਹੈ ਤੇ 20ਵਾਂ ਹਿੱਸਾ ਗੁਰੂ ਦਾ ਹੈ। ਗੁਰੂ ਖਾਲਸੇ ਦੀ ਬਹੁਤ ਭਾਰੀ ਮਹੱਤਤਾ ਹੈ। ਤੁਸੀਂ ਸੰਗਤ ਜੋ ਗੁਰੂ ਰੂਪ ਹੋ। ਸੋ ਸਾਰੀ ਸੰਗਤ ਨੇ ਕੱਲ ਭਾਈ ਧਿਆਨ ਰੱਖਣਾ। ਆਪਾਂ ਆਪੇ ਹੀ ਆਪਣੀ ਦੂਰੀ ਬਣਾ ਕੇ ਬੈਠਣਾ ਹੈ ਤੇ ਇੱਕ ਜਦੋਂ ਗੇਟ ਨੂੰ ਆਪਾਂ ਹੱਥ ਲਾਉਂਦੇ ਆ, ਆਪਣੇ ਕੋਲ ਛੋਟਾ ਸੈਨੀਟਾਈਜ਼ਰ ਰੱਖ ਲਈਏ, ਮਾਸਕ ਲਾ ਲਈਏ, ਉਹ ਚੀਜ਼ਾਂ ਦਾ ਧਿਆਨ ਰੱਖ ਲਈਏ ਥੋੜਾ ਜਿਹਾ। ਆਪੇ ਹੀ ਵੈਸੇ ਤੁਸੀਂ ਸਾਰੇ ਸਿਆਣੇ ਹੋ, ਅਸੀਂ ਦੇਖ ਰਹੇ ਹਾਂ ਬੱਚੇ ਵੀ ਆਉਂਦੇ ਨੇ। ਆਪਾਂ ਉਹ ਆਪਣੇ ਬੱਚਿਆਂ ਦੇ ਲਈ ਇਹਨਾਂ ਦੇ ਲਈ ਵੀ ਇਹਨਾਂ ਨੂੰ ਕੋਈ ਬਿਮਾਰੀ ਨਾ ਫੈਲੇ, ਉਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ। ਪ੍ਰਬੰਧਕਾਂ ਨੇ ਲੰਗਰ ਦਾ ਵੀ ਬਹੁਤ ਤਰੀਕੇ ਨਾਲ ਧਿਆਨ ਰੱਖਦੇ ਹੋਏ ਵੀ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ, ਉਹ ਵੀ ਬੜਾ ਸੁਚੱਜਾ ਢੰਗ ਨਾਲ ਪ੍ਰੋਗਰਾਮ ਉਲੀਕ ਰਹੇ ਨੇ ਸਾਰਾ। ਉਹ ਕੱਲ ਇਹਨਾਂ ਨੇ ਸਾਰਾ ਪ੍ਰੋਗਰਾਮ ਦਾਸ ਨਾਲ ਡਿਸਕਸ ਕਰ ਲਿਆ। 6:45 ਤੋਂ 7:30 ਭਾਈ ਰਵਿੰਦਰ ਸਿੰਘ ਜੀ ਤੋਪਖਾਨੇ ਵਾਲੇ ਕੀਰਤਨ ਕਰਨਗੇ, ਬਹੁਤ ਰਸੀਲਾ ਕੀਰਤਨ ਕਰਦੇ ਨੇ। ਉਹ ਵੀ ਕੱਲ ਸ਼ਹੀਦਾਂ ਦੇ ਉੱਤੇ ਸ਼ਹਾਦਤ ਦੇ ਸ਼ਬਦ ਲਾਣਗੇ ਤੇ ਪੌਣੇ ਕੁ ਘੰਟੇ ਦੀ ਕਥਾ ਹੋਵੇਗੀ। ਫਿਰ 10-15 ਮਿੰਟ ਲਈ ਜੋ ਬੱਚਿਆਂ ਦਾ ਸਮਾਗਮ ਹੈ, ਬੱਚੇ ਸਟੇਜ ਦੇ ਉੱਤੇ ਆ ਕੇ ਇਤਿਹਾਸ ਬਾਰੇ ਦੱਸਣਗੇ, ਉਹ ਵੀ ਤੁਸੀਂ 15 ਮਿੰਟ ਲਈ ਸੁਣਨਾ ਹੈ। ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਅਸੀਂ ਹਾਜ਼ਰੀਆਂ ਸਮੇਂ ਸਿਰ ਭਰੀਏ। ਕੱਲ ਤੋਂ 6:45 ਦੀਵਾਨ ਸ਼ੁਰੂ ਹੋ ਜਾਵੇਗਾ। ਅਖੀਰਲਾ ਦੀਵਾਨ ਹੈ ਤੇ 8:30 ਵਜੇ ਪੂਰੀ ਸਮਾਪਤੀ 8:20-25 ਤੇ ਹੋ ਜਾਵੇਗੀ ਤੇ ਅਸੀਂ 8:30 ਵਜੇ ਸਾਰੀ ਸਮਾਪਤੀ ਕਰਨੀ ਹੈ। ਸਮੇਂ ਦਾ ਬਿਲਕੁਲ ਧਿਆਨ ਰੱਖਿਆ ਜਾਏਗਾ ਤੇ ਸਾਰੀ ਸੰਗਤ ਨੂੰ ਵਿਸ਼ੇਸ਼ ਬੇਨਤੀ, ਕੋਵਿਡ ਕਰਕੇ ਪ੍ਰੀਕਾਸ਼ਨ ਜ਼ਰੂਰ ਸਾਰਿਆਂ ਨੇ ਰੱਖਣਾ ਹੈ। ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਬੇਨਤੀ ਸੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਵਜੇ ਸ਼ਦਿਆਨੇ ਸ਼ਲਕ ਕਰਾਈ ਤਈ ਖਰੈਤ ਕੰਗਾਲਨ ਤਾਈ।